ਅੱਜ ਆਪਾਂ ਜਿਹੜੇ ਸ੍ਰੀ ਰਾਗ ਹੈਗਾ, ਸ੍ਰੀ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਜਿਹੜੀ ਆਪਾਂ ਨੇ ਸ਼ੁਰੂ ਕੀਤੀ ਹੈ ਬਈ ਸਾਰੀ ਭਗਤਾਂ ਦੀ ਬਾਣੀ ਲਈ ਜਾਏ। ਦੇਖੋ ਮਾਲਕ ਮਹਾਰਾਜ ਮਿਹਰ ਕਰਨਗੇ, ਆਪਣਾ ਕੋਈ ਦਾਵਾ ਨਹੀਂ ਹੈਗਾ। ਤੇ ਆਖਰੀ ਸ਼ਬਦ ਹੈਗਾ ਸ੍ਰੀ ਰਾਗ ਦਾ, ਆਖਰੀ ਸ਼ਬਦ ਰਵਿਦਾਸ ਜੀ ਦਾ ਸ਼ਬਦ ਹੈਗਾ। ਔਰ ਉਹਨਾਂ ਦੀ ਬਾਣੀ 'ਚ ਤਾਂ ਇੰਨਾ ਵੈਰਾਗ ਹੈਗਾ ਕਿ ਬਸ ਬਿਲਕੁਲ ਜਿਹੜਾ ਹੈਗਾ ਨਾ, ਉਹਦਾ ਤਾਂ ਅੰਦਰੋਂ ਜਿਹੜੀ ਹੈਗੀ ਆਟੋਮੈਟਿਕ ਆਪਣੇ ਅੰਦਰ ਜਿਹੜੀ ਹੈਗੀ ਆ ਇੰਨੀ ਸ਼ਬਦ ਦੀ ਜਿਹੜੀ ਹੈਗੀ ਆ ਖਿੱਚ ਪੈ ਜਾਂਦੀ ਹੈ। ਸ੍ਰੀ ਰਾਗ ਅੰਗ ਜਿਹੜਾ ਹੈਗਾ 93 ਔਰ ਤੀਸਰਾ ਸ਼ਬਦ ਲਿਖਿਆ ਹੋਇਆ ਇਸ ਦੇ ਉੱਤੇ। ਤੀਸਰਾ ਬੰਦ ਹੈਗਾ ਜੀ, ਮਾਫ ਕਰਨਾ, 3 ਬੰਦਾਂ ਦਾ ਸ਼ਬਦ ਹੈਗਾ। ਤੇ ਆਖਰੀ ਸ਼ਬਦ ਆ ਇਹ ਸ੍ਰੀ ਰਾਗ ਦਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਹੇ ਮਾਲਕਾ, ਤੇਰੇ ਵਿੱਚ ਤੇ ਮੇਰੇ ਵਿੱਚ ਜਿਹੜਾ ਹੈਗਾ ਕੀ ਅੰਤਰ ਹੈਗਾ, ਪਰਮਾਤਮਾ ਦੇ ਵਿੱਚ ਤੇ ਆਪਣੇ ਵਿੱਚ ਕੀ ਅੰਤਰ ਹੈਗਾ। ਰਵਿਦਾਸ ਜੀ ਕਹਿ ਰਹੇ ਆ ਤੋਹੀ ਮੋਹੀ ਮੋਹੀ ਤੋਹੀ, ਤੇਰੇ ਵਿੱਚ ਤੇ ਮੇਰੇ ਵਿੱਚ ਤੇ ਮੇਰੇ ਵਿੱਚ ਤੇ ਤੇਰੇ ਵਿੱਚ ਅੰਤਰ ਕੈਸਾ, ਕਿਹੋ ਜਿਹਾ ਅੰਤਰ ਹੈ, ਕੀ ਅੰਤਰ ਹੈਗਾ, ਕੀ ਡਿਫਰੈਂਸ ਹੈਗਾ। ਕਨਕ ਕਟਕ ਜਲ ਤਰੰਗ ਜੈਸਾ। ਕਨਕ ਕਹਿੰਦੇ ਸੋਨਾ, ਗੋਲਡ, ਸੋਨਾ ਜਿਸ ਤਰ੍ਹਾਂ ਦਾ ਹੈਗਾ ਤੇ ਇੱਕ ਸੋਨੇ ਦਾ ਕੜਾ ਹੈਗਾ, ਗਹਿਣਾ ਹੈਗਾ ਸੋਨੇ ਦਾ, ਕਹਿੰਦੇ ਉਹਨਾਂ ਕੀ ਅੰਤਰ ਹੈਗਾ। ਮੈਂ ਇੱਕ ਕੜਾ ਹੈਗਾ ਸੋਨੇ ਦਾ, ਤੂੰ ਸੋਨਾ ਹੈਗਾ, ਤੇਰੇ ਤੇ ਮੇਰੇ 'ਚ ਕੋਈ ਫਰਕ ਨਹੀਂ ਹੈ। ਉਹੀ ਤੇਰੇ ਵਰਗਾ ਹੀ ਮੈਂ ਹੈਗਾ, ਤੇਰੇ ਤੋਂ ਹੀ ਮੈਂ ਬਣਿਆ ਹੋਇਆ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਲ ਜਲ ਤਰੰਗ ਜੈਸਾ। ਜਿਸ ਤਰ੍ਹਾਂ ਪਾਣੀ ਹੈਗਾ, ਪਾਣੀ ਦੀ ਤਰੰਗ ਉੱਠੀ, ਪਾਣੀ ਦੀ ਤਰੰਗ ਸਮੁੰਦਰ 'ਚ ਕਿੰਨੀਆਂ ਲਹਿਰਾਂ ਉੱਠਦੀਆਂ ਪਾਣੀ ਦੀਆਂ, ਤੇ ਕਹਿੰਦਾ ਓਨਾ ਕੁ ਅੰਤਰ ਹੈਗਾ। ਉਹ ਲਹਿਰ ਕੋਈ ਵੱਖ ਥੋੜੀ ਨਾ ਹੈ, ਲਹਿਰ ਵੀ ਤਾਂ ਪਾਣੀ ਹੈਗੀ, ਪਾਣੀ ਤੋਂ ਹੀ ਉੱਠ ਰਹੀ ਹੈ, ਪਾਣੀ ਦੇ ਵਿੱਚ ਹੀ ਜਾ ਰਹੀ ਹੈ ਲਹਿਰ। ਇੰਨਾ ਕੁ ਅੰਤਰ ਹੈਗਾ ਤੇਰੇ ਔਰ ਮੇਰੇ ਦੇ ਵਿੱਚ। ਜੌਪੇ ਹਮ ਨਾ ਪਾਪ ਕਰੰਤਾ ਅਹੇ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੁੰਤਾ ਰਹਾਓ। ਰਵਿਦਾਸ ਜੀ ਕਹਿੰਦੇ ਆ ਮਾਲਕਾ, ਤੂੰ ਖੇਡ ਪਾਈ ਹੋਈ ਆ, ਤੂੰ ਮੈਨੂੰ ਆਪਣੇ ਤੋਂ ਵੱਖ ਕਰਕੇ ਦੁਨੀਆ ਦੇ ਵਿੱਚ ਭੇਜਿਆ ਹੈ। ਇੱਥੇ ਜਿਹੜਾ ਹੈਗਾ ਇਹ ਦੁਨੀਆ ਦੇ ਸਵਾਦ ਜੋ ਵੀ ਆਪਾਂ ਨੂੰ ਦਿਸ ਰਿਹਾ ਹੈ, ਆਕਾਰ ਰੂਪ ਧਨ ਦੌਲਤ, ਇਹ ਜਿਹੜੀ ਹੈਗੀ ਇਹ ਤੇਰੇ ਪਾਏ ਹੋਏ ਆ। ਤੂੰ ਇਹ ਖੇਡ ਪਾਈ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇਰੇ ਵੱਲੋਂ ਬਣਾਏ ਗਏ ਆ। ਇਹ 5 ਜਿਹੜੇ ਐਬ ਹੈਗੇ ਇਹ ਤੇਰੇ ਵੱਲੋਂ ਤੂੰ ਜਿਹੜੇ ਆ ਪਾ ਕੇ ਇਹੀ ਖੇਡ ਹੈ ਮਾਲਕ ਦੀ। ਕਹਿੰਦੇ ਮੈਂ ਤੈਨੂੰ ਆਪਣੇ ਤੋਂ ਵੱਖ ਕਰਕੇ ਭੇਜ ਰਿਹਾ ਹਾਂ। ਤੇ ਮਾਲਕ ਦੇ ਨਾਲ ਆਪਾਂ ਮਾਲਕ ਦੇ ਪਾਰਟ ਹੈਗੇ, ਮਾਲਕ ਦੇ ਨਾਲ ਆਪਾਂ ਜੁੜੇ ਹੋਏ ਹਾਂ। ਜਿਸ ਤਰ੍ਹਾਂ ਆਪਣੀ ਇੱਕ ਉਂਗਲੀ ਹੈਗੀ ਆ, ਉਂਗਲੀ ਜਿਹੜੀ ਹੈਗੀ ਮਾਲਕ ਦੇ ਨਾਲ ਜੁੜੀ ਹੋਈ ਹੈ, ਪਰ ਉਂਗਲੀ ਜਿਹੜੀ ਹੈ ਇੱਥੇ ਸੁੰਨ ਹੋਈ ਪਈ ਹੈ। ਹੁਣ ਉਂਗਲੀ ਨੂੰ ਨਹੀਂ ਪਤਾ, ਪਰ ਮਾਲਕ ਨੂੰ ਪਤਾ ਹੈ ਵੀ ਮੇਰੀ ਉਂਗਲੀ ਹੈਗੀ ਹੈ, ਆਪਾਂ ਨੂੰ ਨਹੀਂ ਪਤਾ। ਇੰਨਾ ਕੁ ਫਰਕ ਹੈਗਾ ਬਸ। ਇਸ ਨੂੰ ਕਹਿੰਦੇ, ਇਸ ਖੇਡ ਨੂੰ ਆਪਾਂ ਨੇ ਬੁੱਝਣਾ ਹੈ। ਆਪਾਂ ਨੇ ਜਿਹੜਾ ਹੈਗਾ ਟ੍ਰੈਫਿਕ 1 ਵੇ ਹੈ, ਮਾਲਕ ਤੋਂ ਆਪਣੇ ਵੱਲ ਨੂੰ ਜਿਹੜਾ ਮਾਲਕ ਆਪਾਂ ਨੂੰ ਸਾਰਾ ਕੁਝ ਭੇਜ ਰਿਹਾ, ਦੇਖ ਰਿਹਾ ਸਾਰਾ ਕੁਝ, ਆਪਾਂ ਨਹੀਂ ਦੇਖ ਪਾ ਰਹੇ। ਆਪਣੇ ਵੱਲੋਂ ਟ੍ਰੈਫਿਕ ਨਹੀਂ ਹੈਗਾ ਉੱਧਰ। ਇਹ ਬਹੁਤ ਵੇ ਟ੍ਰੈਫਿਕ, ਬਹੁਤ ਵੇ ਕਮਿਊਨੀਕੇਸ਼ਨ, ਬਹੁਤ ਵੇ ਟ੍ਰੈਫਿਕ ਕਰਨਾ ਹੈ ਆਪਾਂ ਨੇ। ਤੇ ਰਵਿਦਾਸ ਜੀ ਕਹਿੰਦੇ ਜੇ ਤੂੰ ਇਹ ਚੀਜ਼ਾਂ ਜਿਹੜੀਆਂ ਦੁਨੀਆ ਇੰਨੀ ਮਾਇਆ ਮੋਹਣੀ ਜਿਹੜੀ ਹੈਗੀ, ਇੰਨੀ ਅਟਰੈਕਸ਼ਨ ਵਾਲੀ, ਇੰਨੇ ਸਵਾਦਲੀਆਂ ਚੀਜ਼ਾਂ ਤੇ ਦੁਨੀਆ 'ਚ ਨਹੀਂ ਪਾਉਂਦਾ, ਤੇ ਫਿਰ ਤਾਂ ਮੈਂ ਪਾਪ ਨਹੀਂ ਕਰਦਾ। ਤੂੰ ਹੀ ਤਾਂ ਸਾਰੀਆਂ ਚੀਜ਼ਾਂ ਤੂੰ ਆਪ ਤਾਂ ਪਾਈਆਂ ਹੋਈਆਂ ਸਾਰੀਆਂ। ਜੌਪੇ ਹਮ ਨਾ ਪਾਪ ਕਰੰਤਾ, ਜੇ ਮੈਂ ਪਾਪ ਨਹੀਂ ਕਰਦਾ, ਜੌਪੇ ਹਮ ਨਾ ਪਾਪ ਕਰੰਤਾ ਅਹੇ ਅਨੰਤਾ, ਹੇ ਅਨੰਤ, ਹੇ ਪਾਰ ਬ੍ਰਹਮ, ਹੇ ਮਾਲਕਾ, ਜੇ ਮੈਂ ਪਾਪ ਨਹੀਂ ਕਰਦਾ, ਪਤਿਤ ਪਾਵਨ ਨਾਮ ਕੈਸੇ ਹੁੰਤਾ ਰਹਾਓ। ਕਹਿੰਦੇ ਤੈਨੂੰ ਕਿਹਨੇ ਕਹਿਣਾ ਸੀ ਵੀ ਇਹ ਪਤਿਤ ਨੂੰ ਪਵਿੱਤਰ ਕਰਨ ਵਾਲਾ ਹੈ ਤੂੰ। ਜੇ ਮੈਂ ਪਾਪ ਨਹੀਂ ਕਰਦਾ ਤੇ ਤੂੰ ਪਵਿੱਤਰ ਕਿਹਨੂੰ ਕਰਨਾ ਸੀਗਾ। ਮੇਰੀ ਵਜ੍ਹਾ ਨਾਲ, ਤੇਰੀ ਵਜ੍ਹਾ ਨਾਲ ਮੈਂ ਹੈਗਾ, ਤੇ ਮੇਰੀ ਵਜ੍ਹਾ ਨਾਲ ਤੂੰ ਵੀ ਹੈਗਾ ਹੈ। ਤੂੰ ਬੌਸ ਹੈਗਾ ਤੇ ਸਾਡਾ ਹੀ ਬੌਸ ਹੈਗਾ, ਜੇ ਅਸੀਂ ਨਾ ਹੋਏ ਤੇ ਤੂੰ ਕਿਹਦਾ ਬੌਸ ਹੈ ਫਿਰ। ਤੁਮ ਜੋ ਨਾਇਕ ਆਛੋ ਰਹਾਓ, ਤੁਮ ਜੋ ਨਾਇਕ ਆਛੋ ਅੰਤਰਜਾਮੀ, ਤੂੰ ਜਿਹੜਾ ਨਾਇਕ ਹੈਗਾ ਆ, ਤੂੰ ਜਿਹੜਾ ਸਾਰੀ ਦੁਨੀਆ ਦਾ ਰਾਜਾ ਹੈਗਾ ਆ, ਤੂੰ ਅੰਤਰਜਾਮੀ ਹੈਗਾ ਆ,
ਪ੍ਰਭ ਤੇ ਜਨ ਜਾਣੀਜੇ ਜਨ ਤੇ ਸੁਆਮੀ। ਤੇਰੇ ਤੋਂ ਅਸੀਂ ਜਿਹੜੀ ਸਾਡੀ ਵੈਲਿਊ ਹੈਗੀ ਤੇਰੇ ਤੋਂ ਵੀ ਅਸੀਂ ਉਹ ਤੇਰੇ ਜਨ ਹੈਗੇ ਆ, ਤੇ ਸਾਡੇ ਤੋਂ ਤੇਰੀ ਵੈਲਿਊ ਹੈਗੀ। ਜਨਾਂ ਤੋਂ ਤੂੰ ਸਾਡਾ ਮਾਲਕ ਤੂੰ ਹੈਗਾ, ਸਾਡੇ ਤੋਂ ਜੇ ਅਸੀਂ ਨਾ ਹੋਈਏ ਤੇ ਮਾਲਕ ਕਾਹਦਾ ਹੈ ਤੂੰ? ਫਿਰ ਤੂੰ ਰਾਜਾ ਹੈਗਾ ਤੇ ਕਿਹਦਾ ਰਾਜਾ ਹੈ ਦੱਸੋ? ਕਿਸ ਚੀਜ਼ ਦਾ ਰਾਜਾ ਹੈਗਾ ਤੂੰ? ਸਰੀਰ ਆਰਾਧੇ ਮੋਖੋ ਵਿਚਾਰ ਦਿਓ। ਬਸ ਮਾਲਕਾ ਇੱਕ ਕੰਮ ਕਰ, ਮੈਨੂੰ ਆਹ ਸਰੀਰ ਤੂੰ ਮਨੁੱਖੀ ਸਰੀਰ ਮੈਨੂੰ ਦਿੱਤਾ ਹੈ, ਸਭ ਤੋਂ ਸੁਪਰੀਮ ਜੋ ਜਿਹੜੀ ਹੈ ਮੈਨੂੰ ਸਾਰੀ ਤੋਂ ਸੁਪਰੀਮ ਹੁਣ ਇੱਕ ਛਲਾਂਗ ਮਾਰਨੀ ਹੈ ਤੇਰੇ ਵੱਲ। ਬਸ ਇੰਨਾ ਕੁ ਮੈਨੂੰ ਵਿਚਾਰ ਦੇ ਦੇ, ਬਸ ਇੰਨੀ ਕੁ ਗਿਆਨ ਚਾਹੀਦੀ ਹੈ ਮੈਂ ਤੇਰੇ ਨੇੜੇ ਕਿਸ ਤਰ੍ਹਾਂ ਆ ਸਕਦਾ। ਸਰੀਰ ਆਰਾਧੇ ਮੋਕੋ ਵਿਚਾਰ ਦਿਓ, ਰਵਿਦਾਸ ਸਮਦਲ ਸਮਝਾਵੇ ਕੋ। ਮੈਨੂੰ ਐਸਾ ਕੋਈ ਸਮਝ, ਮੈਨੂੰ ਐਸਾ ਕੋਈ ਬ੍ਰਹਮ ਗਿਆਨੀ, ਐਸਾ ਕੋਈ ਗੁਰੂ, ਐਸਾ ਕੋਈ ਜਿਹੜਾ ਹੈਗਾ ਸਮਝਾਉਣ ਵਾਲਾ ਦੇ ਦੇ ਕਿ ਜਿਹੜਾ ਮੈਨੂੰ ਸਮਝਾ ਦੇ ਕਿ ਬਈ ਆਹ ਜੋ ਕੁਛ ਵੀ ਹੈਗਾ ਸਾਰਾ ਦਾ ਸਾਰਾ ਉਸ ਮਾਲਕ ਪਰਮਾਤਮਾ ਦਾ ਰੂਪ ਹੈਗਾ। ਮਾਲਕ ਪਰਮਾਤਮਾ ਆਪ ਹੈਗਾ, ਇਹਦੇ 'ਚ ਕੋਈ ਡੁਆਲਿਟੀ ਦੂਸਰਾ ਨਾਮ ਦੀ ਚੀਜ਼ ਨਹੀਂ ਹੈ। ਸਾਰਾ ਜੋ ਹੈ ਸਾਰਿਆਂ ਦੀ ਆਤਮਾ ਇੱਕੋ ਹੀ ਹੈਗੀ। ਆਹ ਚੀਜ਼ ਮੈਨੂੰ ਸਮਝਾਉਣ ਦੀ ਮੇਰੀ ਇੰਨੀ ਬੇਨਤੀ ਹੈਗੀ, ਮੈਨੂੰ ਆਹ ਚੀਜ਼ ਜਿਹੜਾ ਹੈ ਮੈਨੂੰ ਆਹ ਗਿਆਨ ਬਖਸ਼ ਦੇ। ਆਹ ਸ਼ਬਦ ਪੂਰਾ ਹੋ ਗਿਆ ਜੀ ਗੋਰਖੀ ਸਾਹਿਬ। ਇੰਨਾ ਹੀ ਸੀਗਾ ਰਵਿਦਾਸ ਜੀ ਦਾ। ਅੱਛਾ ਇੰਨਾ ਹੀ ਹੈ, ਠੀਕ ਹੈ ਨਿਜਾ ਸਾਹਿਬ। ਇਹ ਆਜੋ ਸ਼ੁਰੂ ਤੋਂ ਆਜੋ ਤੇ ਥੋੜਾ ਥੋੜਾ ਆਪਾਂ ਇੱਕ ਹੀ ਸ਼ਬਦ ਲਈਏ ਅੱਜ, ਇੰਨਾ ਹੀ ਬੜਾ। ਕੋਈ ਗੱਲ ਨਹੀਂ, ਅੱਗੇ ਜਾਣਾ ਵਾ ਨਹੀਂ ਕੋਈ ਨਹੀਂ, ਦੇਖਾਂਗੇ ਜੇ ਅੱਗੇ ਮਿਲ ਗਿਆ ਤੇ ਅੱਗੇ ਕਬੀਰ ਜੀ ਦੇ ਸ਼ਬਦ ਆਉਣਗੇ ਅਗਲੇ ਗੌੜੀ ਰਾਗ ਦੇ ਵਿੱਚ, ਜੇ ਹੋਇਆ ਤੇ ਆਪਾਂ ਲੈ ਲਾਂਗੇ, ਨਹੀਂ ਤਾਂ ਕੋਈ ਗੱਲ ਨਹੀਂ। ਠੀਕ ਹੈ, ਵੇਨੇ ਆਪਾਂ ਕਿੰਨਾ ਟਾਈਮ ਲੱਗਦਾ। ਹਾਂਜੀ ਤੁਸੀਂ ਸ਼ੁਰੂ ਕਰੋ। ਹਾਂਜੀ ਹਾਂਜੀ। ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਤੋਹੀ ਮੋਹੀ, ਤੂੰ ਮੈਂ ਹੈਗਾ, ਮੈਂ ਤੂੰ ਹੈਗਾ, ਤੇਰੇ ਵਿੱਚ ਮੈਂ ਹੈਗਾ ਔਰ ਮੇਰੇ ਵਿੱਚ ਤੂੰ ਹੈਗਾ ਹੈ, ਤੇ ਅੰਤਰ ਕਿਹੋ ਜਿਹਾ? ਕਹਿੰਦੇ ਡਿਫਰੈਂਸ ਕਿੱਥੇ ਹੈਗਾ? ਕਨਕ ਕਟਲ ਜਲ ਤਰੰਗ ਜੈਸਾ, ਜਿਵੇਂ ਜਿਹੜਾ ਹੈਗਾ ਸੋਨੇ ਦਾ ਗਹਿਣਾ ਆ ਤੇ ਸੋਨੇ ਦਾ ਵਿੱਚ, ਤੇ ਪਾਣੀ ਆ, ਸਮੁੰਦਰ ਹੈਗਾ ਤੇ ਸਮੁੰਦਰ ਦੀਆਂ ਲਹਿਰਾਂ ਦੇ ਵਿੱਚ ਇੰਨਾ ਕੁ ਅੰਤਰ ਹੈਗਾ। ਹਾਂਜੀ ਗੁਰਕੀ ਸਾਹਿਬ। ਹਾਂਜੀ ਬਿਲਕੁਲ ਠੀਕ ਹੈ ਸਾਧ ਸੰਗਤ ਜੀ। ਅੱਜ ਦੀ ਆਪਾਂ ਵਿਚਾਰ ਕਰਦੇ ਹਾਂ। ਇੱਥੇ ਵੇਖੀਏ, ਜੇਕਰ ਆਪਾਂ ਇਹਨੂੰ ਬਾਣੀ ਨੂੰ ਪਹਿਲਾਂ ਵਿਚਾਰਨ ਤੋਂ ਪਹਿਲਾਂ 1 ਮਿੰਟ ਆਪਾਂ ਜਸਟ 1 ਮਿੰਟ ਇਹ ਵਿਚਾਰ ਕਰਨੀ ਆ। ਸੋਨੇ ਤੋਂ ਲੱਖਾਂ ਕਰੋੜਾਂ ਕਿਸਮ ਦੇ ਗਹਿਣੇ ਬਣਦੇ ਆ, ਆਖਰ ਦੇ ਵਿੱਚ ਜਦੋਂ ਮੈਲਟ ਹੋ ਜਾਂਦੇ ਆ ਤੇ ਬਾਕੀ ਸੋਨਾ ਹੀ ਰਹਿ ਜਾਂਦਾ। ਜਦੋਂ ਵੀ ਇਹ ਸਰਗੁਣ ਬ੍ਰਹਮ ਆ, ਜਿਹੜਾ ਆਪਾਂ ਸਾਰੇ ਸਰਗੁਣ ਚ ਆਉਂਦੇ ਆ, ਨਿਰਗੁਣ ਬ੍ਰਹਮ ਜਿਹੜਾ ਵਾ ਪਿੱਛੇ ਬੈਠਾ ਵਾ, ਜਿਹਨੂੰ ਆਪਾਂ ਪਾਰ ਬ੍ਰਹਮ ਕਹਿੰਦੇ ਆ, ਆਇਆ ਜਿਹੜਾ ਇਹ ਬ੍ਰਹਮ ਹੈ। ਬ੍ਰਹਮ ਦਾ ਮਤਲਬ ਜੋ ਦ੍ਰਿਸ਼ਟਮਾਨ ਆ, ਜਿਹਨੂੰ ਆਪਾਂ ਚਿੱਤ ਦੇ ਰਾਹੀਂ ਵੇਖਦੇ ਆ। ਚਿੱਤ ਦੇ ਕਰਕੇ ਹੀ ਆਪਾਂ ਨੂੰ ਸਾਰਾ ਕੁਝ ਦਿਸਦਾ। ਚਿੱਤ ਦੇ ਅੰਦਰੋਂ ਡਿਸਪਲੇ ਹੁੰਦੀ ਹੈ ਚੀਜ਼। ਆਪ ਜਿਹੜੀ ਵੀ ਚੀਜ਼ ਵੇਖਦੇ ਜੋ ਨਾ, ਇਹ ਜਿੱਦਾਂ ਅੰਦਰ ਪ੍ਰੋਜੈਕਸ਼ਨ ਹੁੰਦੀ ਆ, ਆਪਣੇ ਇੱਕ ਸ਼ੀਸ਼ਾ ਵਾ ਜਿਹਨੂੰ ਚਿੱਤ ਕਹਿੰਦੇ ਆ ਆਪਾਂ। ਅੱਖਾਂ ਦੇ ਰਾਹੀਂ ਜਿਹੜੀ ਤਸਵੀਰ ਬਣਦੀ ਆ, ਉਹ ਅੱਖਾਂ 'ਚ ਨਹੀਂ ਬਣਦੀ, ਪਿੱਛੇ ਆਪਣਾ ਇੱਕ ਡਿਸਪਲੇ ਹੈਗੀ, ਉਹ 'ਚ ਜਾ ਕੇ ਡਿਸਪਲੇ ਹੁੰਦੀ ਆ, ਉੱਥੋਂ ਆਪਾਂ ਕੈਚ ਕਰਦੇ ਹਾਂ ਤੇ ਉੱਥੋਂ ਮਨ ਵੇਂਦਾ। ਤੇ ਇਹ ਜਿਹੜਾ ਸੰਸਾਰ ਜਿਹੜਾ ਵੀ ਹੈਗਾ ਇਹ ਪਾਰ ਬ੍ਰਹਮ ਦਾ ਹੀ ਰੂਪ ਹੈ। ਤੇ ਇਸੇ ਕਰਕੇ ਉਹ ਬਾਣੀ 'ਚ ਕਹਿ ਰਹੇ ਨੇ ਤੋਹੀ ਮੋਹੀ ਮੋਹੀ ਤੋਹੀ। ਜਿੱਦਾਂ ਉਹ ਇੱਕ ਮੁਸਲਮਾਨਾਂ ਦਾ ਹੋਇਆ ਨਾ, ਇੱਕ ਫਕੀਰ ਹੋਏ ਨੇ ਤੇ ਉਹਨੇ ਕਿਹਾ ਸੀ ਕਿ ਮੈਂ ਸਮਨ ਸੀ, ਕੌਣ ਸੀ ਉਹ ਜਿਹਨੂੰ ਮੁੜ ਕੇ ਨਾ ਪੱਥਰ ਮਾਰਤਾ ਸੀ, ਨਿਜਰ ਸਾਹਿਬ ਮਾਰਤਾ ਸੀ ਮੁੜ ਕੇ, ਜਿਨ੍ਹਾਂ ਨੂੰ ਦਿੱਲੀ ਮਾਰਤਾ ਸੀਗਾ। ਦਿੱਲੀ ਨਹੀਂ ਦਿੱਲੀ ਵਾਲਾ ਨਹੀਂ, ਉਹ ਜਿਹੜਾ ਕਹਿੰਦੇ ਅਨਲ ਹੱਕ, ਮੈਂ ਹੀ ਰੱਬ ਹਾਂ। ਹਾਂਜੀ ਹਾਂਜੀ ਹਾਂਜੀ, ਉਹ ਮੈਨੂੰ ਨਾਂ ਨਹੀਂ ਯਾਦ। ਹਾਂਜੀ ਹਾਂ ਹੈ ਸੀ ਇਹਨਾਂ ਦਾ ਕੋਈ ਫਕੀਰ ਸੀ ਮੁਸਲਮਾਨਾਂ ਦਾ, ਤੇ ਉਹਨੂੰ ਉਹ ਗੱਲ ਧਿਆਨ ਨਾਲ ਵਿਚਾਰ ਕਰਿਓ ਉਹਨਾਂ ਦੀ। ਮੈਂ ਨਾ ਉਹਨਾਂ ਦਾ ਇੱਕ ਉਸਤਾਦ ਸੀ, ਉਹਨਾਂ ਨੂੰ ਸਜ਼ਾ ਦੇ ਦਿੱਤੀ ਕਿ ਪੱਥਰ ਮਾਰ ਕੇ ਇਹਨੂੰ ਮਾਰ ਦੋ। ਉਹ ਪੱਥਰ ਸਾਰਿਆਂ ਨੇ ਪੱਥਰ ਮਾਰੇ, ਤੇ ਉਹ ਜਿਹੜਾ ਫਕੀਰ ਸੀ, ਉਹਦਾ ਜਿਹੜਾ ਗੁਰੂ ਸੀ, ਜਿਹਨੂੰ ਗੁਰੂ ਕਹਿ ਲਈਏ, ਅਸਲ 'ਚ ਉਹ ਪਤਾ ਕੀ ਹੁੰਦਾ ਕਿ ਮੁਸਲਮਾਨ ਇੱਡੀ ਇੱਕ ਸਖਤ ਕੌਮ ਆ, ਮਤਲਬ ਇਹਨਾਂ ਬੰਦੇ ਨੂੰ ਵਹਿੰਦੇ ਆ ਕਿ ਕੌਣ ਕੀ ਕਰਦਾ। ਇਹ ਨਹੀਂ ਵੀ ਮੰਨੋਗੇ ਤੇ ਇਹਨਾਂ ਫਿਰ ਸਜ਼ਾ ਬਹੁਤ ਦਿੰਦੇ ਆ। ਤੇ ਉਹ ਜਿਹੜਾ ਫਕੀਰ ਸੀ, ਉਹ ਫਕੀਰ ਨੂੰ ਲੋਕਾਂ ਨੇ ਪੱਥਰ ਮਾਰੇ, ਤੇ ਜਿਹੜਾ ਉਸਤਾਦ ਸੀ ਨਾ, ਉਹਨੇ ਤੇ ਫੁੱਲ ਮਾਰਤਾ। ਉਹਦੀ ਚੀਕ ਨਿਕਲ ਗਈ, ਕਹਿੰਦਾ ਕਿ ਪੱਥਰ ਨਹੀਂ ਲੱਗੇ।
ਮੈਂ ਪੱਥਰ ਨਹੀਂ, ਕਹਿੰਦਾ ਤੂੰ ਫੁੱਲ ਮਾਰਿਆ, ਤੂੰ ਮੈਨੂੰ ਦਿੱਤਾ ਨਹੀਂ, ਮਾਰਿਆ ਹੈ। ਇਹਨਾਂ ਨੂੰ ਤੇ ਪਤਾ ਨਹੀਂ ਆ, ਇਹਨਾਂ ਨੇ ਤੇ ਮਾਰ ਦਿੱਤੇ ਪੱਥਰ, ਤੇ ਮੈਨੂੰ ਇਹ ਵੀ ਯਕੀਨ ਹੈ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਹਨਾਂ ਨੂੰ ਪਤਾ ਨਹੀਂ ਵਿਚਾਰਿਆਂ ਨੂੰ, ਪਰ ਤੈਨੂੰ ਤੇ ਗਿਆਨ ਹੈ, ਤੂੰ ਵੀ ਨਹੀਂ ਸਮਝ ਸਕਿਆ, ਤੂੰ ਮੈਨੂੰ ਫੁੱਲ ਦਿੱਤਾ ਨਹੀਂ, ਤੂੰ ਮਾਰਿਆ ਹੈ, ਚਾਹੇ ਫੁੱਲ ਹੀ ਆ, ਮੈਨੂੰ ਪੱਥਰਾਂ ਦੀ ਉਨੀ ਸਜ਼ਾ ਨਹੀਂ ਹੋਈ ਜਿੰਨੀ ਤੇਰੇ ਫੁੱਲ ਦੀ ਸਜ਼ਾ ਹੋਈ। ਇਹ ਵੇਖ ਲਓ ਸਾਧ ਸੰਗਤ ਜੀ ਗੱਲ ਕਿੱਥੇ ਪਹੁੰਚ ਜਾਂਦੀ ਹੈ। ਤੇ ਜਦੋਂ ਆਪਾਂ ਇਸ ਮਾਰਗ ਤੇ ਚੱਲਦੇ ਹਾਂ ਤੇ ਇੱਥੇ ਨਾ ਬੜਾ ਵਿਖਮ ਮਾਰਗ ਹੈ। ਕੁਝ ਗੱਲਾਂ ਏਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਹੁੰਦੀਆਂ ਨੇ, ਉਹ ਗੱਲਾਂ ਬੜੀਆਂ ਪੁਆਇੰਟ ਕਰਦੀਆਂ ਨੇ। ਅਧਿਆਤਮਿਕ ਜਿਹੜੀ ਜ਼ਿੰਦਗੀ ਹੈ ਨਾ, ਉਹ ਜ਼ਿੰਦਗੀ ਬੜੀ ਇੱਕ ਸਿਸਟਮੈਟਿਕਲੀ ਆ, ਉਹ ਧਰਮ ਦੇ ਸਿਰ ਤੇ ਸਾਰੀ ਖਲੋਤੀ ਹੈ। ਪਹਿਲਾ ਜੀਵਨ ਹੀ ਆਪਣਾ ਧਰਮ ਹੈ। ਧਰਮ ਦਾ ਮਤਲਬ ਕੀ ਆ? ਆਪਣੀ ਡਿਊਟੀ। ਆਪ ਜੀ ਜਸਟ ਦੇਖੋ ਕਿ ਆਪਣੇ ਜਿੰਨੇ ਵੀ ਗੁਰੂ ਹੋਏ ਨੇ, ਉਹਨਾਂ ਨੇ ਸਭ ਤੋਂ ਪਹਿਲਾਂ ਆਪਣੀ ਫੈਮਿਲੀ ਦੀ ਡਿਊਟੀ ਨਿਭਾਈ ਹੈ। ਅਧਿਆਤਮਿਕ ਨੂੰ ਵੀ ਆਪਣੀ ਜਗ੍ਹਾ ਤੇ ਰੱਖਿਆ ਹੈ, ਔਰ ਪਲੱਸ ਆਪਣਾ ਜਿਹੜਾ ਆਰਥਿਕ ਜੀਵਨ ਸੀ। ਵੇਖੋ ਗੁਰੂ ਨਾਨਕ ਪਾਤਸ਼ਾਹ ਨੇ ਕਿੱਦਾਂ ਕੰਮ ਵੀ ਕੀਤਾ, ਜੌਬ ਕਰਦੇ ਆ, ਕਿਤੇ ਮੋਦੀ ਖਾਨੇ ਕੰਮ ਕਰਦੇ ਆ, ਜਿੱਥੇ ਵੀ ਉਹਨਾਂ ਨੂੰ ਭੇਜਿਆ ਉਹਨਾਂ ਨੇ ਕੰਮ ਕੀਤਾ। ਇਹ ਨਹੀਂ ਕਿ ਉਹਨਾਂ ਨੇ ਵਨ ਸਾਈਡ ਲਈ ਹੈ। ਨਾਰਮਲੀ ਆਪ ਦੇਖੋਗੇ ਨਾ, ਕਈ ਲੋਕ ਵਨ ਸਾਈਡ ਲੈ ਲੈਂਦੇ ਨੇ। ਬਿਲਕੁਲ, ਉਹ ਤਾਂ ਛੱਡ ਦਿੰਦੇ ਆ, ਤਿਆਗ ਦਿੰਦੇ, ਘਰ ਗ੍ਰਸਤੀ ਟੱਬਰ ਰੁਲਦਾ ਰਹਿੰਦਾ ਵਿਚਾਰਾ, ਤੇ ਆਪ ਜਾ ਕੇ ਪਹਾੜਾਂ ਦੇ ਵਿੱਚ ਜਾ ਕੇ ਬੈਠ ਜਾਂਦੇ ਭਗਤੀ ਕਰਨ ਵਾਸਤੇ। ਹਾਂ, ਇੰਨੇ ਜਿਹੜੇ ਧਾਰਮਿਕ ਸਥਾਨਾਂ ਤੇ ਇੱਥੇ ਤੁਰੇ ਫਿਰਦੇ ਬਥੇਰੇ ਲੋਕੀ, ਘਰਾਂ ਤੋਂ ਆਏ ਆ, ਘਰੇ ਜਾਂਦੇ ਨਹੀਂ, ਉਹ ਸੋਚਦੇ ਕਿ ਇਹ ਧਰਮ ਆ। ਇਹ ਧਰਮ ਨਹੀਂ ਆ। ਧਰਮ ਤੇ ਪ੍ਰਮਾਤਮਾ ਕਹਿੰਦਾ ਤੈਨੂੰ ਰਹਿਣਾ ਗ੍ਰਸਤੀ 'ਚ ਪੈਣਾ। ਕਬੀਰ ਜੀ ਨੂੰ ਕੀ ਲੋੜ ਪਈ ਸੀ? ਉਹਨਾਂ ਨੇ ਬੈਲੈਂਸ ਕਰਕੇ ਬੈਠੇ ਨੇ। ਰਵੀਦਾਸ ਜੀ ਵੇਖੋ ਜੁੱਤੀਆਂ ਗੰਢਦੇ ਪਏ ਨੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਵੇਖੋ ਚੀਜ਼ ਨੂੰ ਪੂਰਾ ਆਪਣੇ ਲੈਵਲ ਤੇ, ਔਰ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਨੇ ਕੇਵਲ ਗੱਲਾਂ ਹੀ ਨਹੀਂ ਕੀਤੀਆਂ ਨੇ, ਸਭ ਪ੍ਰੈਕਟੀਕਲੀ ਕਰਕੇ ਸਾਨੂੰ ਦਿਖਾਇਆ ਵੀ ਆ। ਆਖਰੀ ਟਾਈਮ 'ਚ ਦੇਖ ਲਓ ਗੋਰਕੀ ਸਾਹਿਬ, ਉਹਨਾਂ ਨੇ ਜਿਹੜਾ ਹੈਗਾ ਖੇਤੀ ਆਖਰੀ ਟਾਈਮ ਤੇ ਖੇਤੀ ਕੀਤੀ ਉਹਨਾਂ ਨੇ। ਖੇਤੀ ਕੀਤੀ ਵੇਖੋ ਆਖਰੀ ਟਾਈਮ ਤੇ। ਉਸ ਤੋਂ ਬਾਅਦ ਨਿੱਜਰ ਸਾਹਿਬ ਵਿੱਚ ਜਾਂਦੇ ਵੀ ਆ, ਕੰਮ ਵੀ ਕਰਦੇ ਆ। ਇਹ ਵੀ ਨਹੀਂ, ਆਪਣੇ ਪਿਓ ਦਾ ਕਹਿਣਾ ਵੀ ਮੰਨਦੇ ਆ। ਬਿਲਕੁਲ। ਹੁਣ ਚਲੋ ਇਹ ਨਹੀਂ ਕਿ ਕਾਰੋਬਾਰ ਨਹੀਂ ਕਰਨ ਗਏ, ਪਰ ਹੁਣ ਉਹਨਾਂ ਮਹਿਤਾ ਕਾਲੂ ਜੀ ਦੀ ਆਪਣੀ ਦ੍ਰਿਸ਼ਟੀ ਹੈ ਤੇ ਗੁਰੂ ਨਾਨਕ ਪਾਤਸ਼ਾਹ ਦੀ ਆਪਣੀ ਦ੍ਰਿਸ਼ਟੀ ਆ। ਉਹ ਮੇਰੇ ਹਿਸਾਬ ਨਾਲ ਜਿਹੜਾ ਉਹਨਾਂ ਦਾ 20 ਰੁਪਏ ਦਾ ਦਾਨ ਹੈ ਨਿੱਜਰ ਸਾਹਿਬ, ਉਹਨਾਂ ਦੇ ਜੀਵਨ 'ਚ ਉਚਾਈ ਲਿਆਉਣ ਦਾ ਬਹੁਤ ਵੱਡਾ ਕਾਰਨ ਵੀ ਬਣਿਆ। ਕਿਉਂਕਿ ਉਹ ਇੱਕ ਦਾਨ ਨਹੀਂ ਸੀ ਨਿੱਜਰ ਸਾਹਿਬ, ਇੱਕ ਸਪਿਰਿਚੁਅਲ ਦੇ ਲੈਵਲ ਤੇ ਉਹਨਾਂ ਦੇ ਅੰਦਰ ਕਿੰਨੀ ਪਿਆਸ ਸੀ, ਉਹਨਾਂ ਦੇ ਵੱਲ ਨੂੰ ਡਾਇਰੈਕਸ਼ਨ ਦੇ ਵੱਲ ਕਿੰਨੀ ਅਟਰੈਕਸ਼ਨ ਸੀ। ਨਾਲੇ ਅੱਜ ਦੇ ਬੰਦੇ ਨੂੰ ਨਿੱਜਰ ਸਾਹਿਬ ਕਿਸੇ ਨੂੰ ਪੈਸੇ ਦਿੱਤੇ ਹੋਣ ਤੇ ਉੱਥੇ ਕਾਰੋਬਾਰ ਕਰਨ ਦੀ, ਜੇ ਉੱਥੇ ਲੰਗਰ ਲਾ ਕੇ ਆ ਜਾਏ, ਤੇ ਉਹ ਇੱਕ ਬੜੀ ਵੱਡੀ ਇੱਕ ਪਰਮਾਤਮਾ ਨੂੰ ਬਲੈਸਿੰਗ ਸੀ, ਹਨਾ। ਔਰ ਉਹਦਾ ਵੇਖੋ ਉਸ ਲੰਗਰ ਦਾ ਕਿੰਨਾ ਪ੍ਰਭਾਵ ਪਿਆ ਸਿੱਖ ਕੌਮ ਦੇ ਵਿੱਚ। ਦਾਨ ਕਰਨ ਦੀ ਜਿਹੜੀ ਪ੍ਰਥਾ ਚੱਲੀ, ਚਲੋ ਉਹ ਗੱਲ ਵੱਖਰੀ ਹੈ। ਦਾਨ ਸਹੀ ਜਗ੍ਹਾ ਤੇ ਨਹੀਂ ਵਰਤਿਆ ਜਾ ਰਿਹਾ, ਕੁਝ % ਵਰਤਿਆ ਜਾ ਰਿਹਾ, ਬਾਕੀ ਕੁਝ % ਗਲਤ ਵਰਤਿਆ ਜਾ ਰਿਹਾ। ਬਟ ਉਹ ਜੇਕਰ ਦਾਨ ਨੂੰ ਪ੍ਰੋਪਰਲੀ ਯੂਜ਼ ਕੀਤਾ ਜਾਂਦਾ ਨਾ, ਤੇ ਨਿੱਜਰ ਸਾਹਿਬ ਇਸ ਕੌਮ ਨੇ ਬੜੀ ਡਿਵੈਲਪਮੈਂਟ ਕਰ ਜਾਣੀ ਜੇ ਪ੍ਰੋਪਰਲੀ ਇਹਨੂੰ ਚੈਨਲਾਈਜ਼ ਕੀਤਾ ਜਾਂਦਾ। ਉਹ ਚੈਨਲ ਨਹੀਂ ਹੋ ਪਾਇਆ ਨਾ, ਨਦੀ ਤੇ ਫਿਰ ਕਿਨਾਰਾ ਹੀ ਨਹੀਂ ਹੈਗਾ, ਤੇ ਉਹ ਫਿਰ ਉਹ ਨਦੀ ਇੱਧਰ ਉੱਧਰ ਟੁੱਟ ਕੇ ਇੱਧਰ ਹੀ ਵੇਸਟ ਹੋ ਗਿਆ ਜ਼ਿਆਦਾ ਕੰਮ। ਹਾਂਜੀ, ਇੱਥੇ ਆਪਾਂ ਬਾਣੀ 'ਚ ਆਪਾਂ ਫਿਰ ਵਾਪਸ ਆਉਂਦੇ ਹਾਂ। ਕਹਿੰਦੇ ਤੂੰ ਹੀ ਮੋਹੀ, ਤੂੰ ਹੀ ਮੈਂ ਹਾਂ, ਮੋਹੀ ਤੂੰ ਹੀ, ਮੈਂ ਹੀ ਤੂੰ ਹਾਂ। ਅੰਤਰ ਕਹਿਤਾ। ਕਹਿੰਦੇ ਤੂੰ ਮੈਂ ਵਾਂ ਤੇ ਮੈਂ ਹੀ ਤੂੰ ਆ। ਜੇ ਤੂੰ ਮੈਂ ਵਾਂ ਤੇ ਮੈਂ ਤੂੰ ਆ, ਜੇ ਮੈਂ ਵਾਂ ਤੇ ਤੂੰ ਆ, ਆਪਾਂ ਇਕੱਠੇ ਆ। ਆਖਰ ਦੇ ਵਿੱਚ ਜਦੋਂ ਵੀ ਮਹਾਪਰਲੋ ਆਉਂਦੀ ਆ, ਆਪ ਜਸਟ ਇੱਕ ਸਾਧ ਸੰਗਤ ਜੀ ਇੱਕ ਜਸਟ ਵਿਚਾਰ ਕਰੋ, ਜਦੋਂ ਮਹਾਪਰਲੋ ਆਉਂਦੀ ਆ, ਇੱਕ ਸਮਾਂ ਆਉਂਦਾ ਹੈ ਇਹ ਈਸ਼ਵਰ ਬ੍ਰਹਮ ਜਿਹੜਾ ਲੀਨ ਹੋ ਜਾਂਦਾ ਬ੍ਰਹਮ ਦੇ ਅੰਦਰ ਹੀ, ਫਿਰ ਕੌਣ ਰਹਿ ਗਿਆ? ਉਹੀ ਰਹਿ ਗਿਆ। ਬਿਲਕੁਲ ਸਹੀ ਗੱਲ ਹੈ। ਇਹਦਾ ਮਤਲਬ ਕੀ ਆ? ਸਾਡੇ ਅੰਦਰ ਵੀ ਉਹੀ ਆ, ਪਰ ਉਹ ਹੈ ਉਹੀ ਆ, ਪਰ ਕੁਛ ਹੱਦ ਤੱਕ ਜਿੱਦਾਂ ਮਤਲਬ ਉਹ ਜੋ ਵੀ ਹੈਗਾ ਹੈ, ਇਹ ਬ੍ਰਹਮ ਹੀ ਆ। ਜਿੱਥੇ ਮਰਜ਼ੀ ਲਾ ਲਈਏ ਨਾ, ਇਹ ਬ੍ਰਹਮ ਹੀ ਹੈਗਾ ਹੈ। ਬ੍ਰਹਮ ਤੋਂ ਇਲਾਵਾ ਕੁਝ ਨਹੀਂ ਹੈਗਾ। ਪਰ ਸਾਡੀ ਜਿਹੜੀ ਕਪੈਸਿਟੀ ਆ, ਸਾਡੀ ਘੱਟ ਕਪੈਸਿਟੀ ਆ। ਜਿੱਦਾਂ ਮਤਲਬ ਆਪ ਦੱਸਿਆ ਨਾ, ਸਾਡੀ ਲਿਮਟ ਹੈਗੀ ਆ। ਅਸੀਂ ਕੋਈ ਜ਼ਿਆਦਾ ਨਹੀਂ, ਮਤਲਬ ਐ ਨਹੀਂ ਕਿ ਹੁਣ ਮੈਂ ਇੱਥੋਂ ਦੱਸਦਾ ਕਿ ਧਰਤੀ ਕਿੱਦਾਂ ਬਣੀ ਆ, ਇਹ ਸੂਰਜ ਕਿੱਦਾਂ ਬਣਿਆ ਹੈ, ਇਹ ਕਿੱਦਾਂ ਸੈਟਿੰਗ ਹੋਈ ਆ। ਹੁਣ ਮੈਂ ਤੇ ਇਹ ਸੋਚਦਾ ਵਾਂ ਕਿ ਸੂਰਜ ਨੂੰ ਅੱਗ ਕਿਹਨੇ ਲਾਈ ਆ? ਮਿੱਤਰ ਸਾਹਿਬ ਬਿਲਕੁਲ ਸਹੀ ਗੱਲ। ਗੋਰਕੀ ਸਾਹਿਬ ਤੁਹਾਡਾ ਨਾ ਮਾਈਕ ਥੋੜਾ ਜਿਹਾ ਅੱਗੇ ਕਰ ਲਓ, ਮਾਈਕ ਥੋੜਾ ਪਿੱਛੇ ਨੇੜੇ ਕਰ ਲਓ। ਠੀਕ ਹੈ, ਨੇੜੇ ਕਰ ਲਓ। ਹੁਣ ਹਾਂਜੀ
ਹੁਣ ਕੋਈ ਫਰਕ ਪਿਆ ਕਿ ਨਾ? ਹਾਂ, ਦੇਖਦੇ ਹਾਂ ਆਪਾਂ। ਦੂਰ ਹੈ ਜੀ ਆਵਾਜ਼। ਹਾਂ ਠੀਕ। ਵਾਲੀਅਮ ਹੋਰ ਵੱਧ ਸਕਦਾ ਤੁਹਾਡਾ ਨਾ? ਅੱਛਾ, ਮੈਂ ਤੇ ਕਾਫੀ 1 ਮਿੰਟ ਹੁਣ। ਹਾਂਜੀ, ਹੁਣ ਫਰਕ ਪਿਆ ਕਿ ਇਹਨੂੰ ਕਿ ਨਹੀਂ? ਹੁਣ ਠੀਕ ਹੈ ਥੋੜਾ। ਨਹੀਂ, ਹੁਣ ਅੱਗੇ ਨੂੰ ਬੈਟਰ ਹੋਈ ਆ? ਹਾਂ, ਨਹੀਂ ਹੁਣ ਥੋੜੀ ਜਿਹੀ ਦੂਰੋਂ ਹੋ ਗਈ, ਡਿਸਟੈਂਸ ਹੋ ਗਿਆ। ਮੇਰੇ ਹਿਸਾਬ ਨਾਲ ਆਵਾਜ਼ ਵਧੀਆ ਹੋਣੀ ਚਾਹੀਦੀ ਹੈ। ਉਹ 1 ਮਿੰਟ, ਹਾਂ ਲੱਗ ਗਿਆ ਪਤਾ, ਨਿੱਜਾ ਸਾਹਿਬ ਪਤਾ ਲੱਗ ਗਿਆ। ਹੁਣ ਠੀਕ ਹੋਣੀ, ਹੁਣ ਠੀਕ ਹੈ। ਦੇਖਿਓ ਹਾਂ, ਹੁਣ ਮੇਰੀ ਆਵਾਜ਼ ਦਾ ਕੋਈ ਫਰਕ ਪਿਆ ਕਿ ਨਾ? ਵਾਲੀਅਮ ਨਹੀਂ ਵੱਧ ਰਿਹਾ ਨਾ, ਮੈਨੂੰ ਵਾਲੀਅਮ ਚਾਹੀਦਾ ਤੁਹਾਡੀ ਆਵਾਜ਼ ਦਾ। ਹਾਂ, ਵਾਲੀਅਮ ਘੱਟ, ਇੱਕ ਸਾਈਡ ਹੋ ਜਾਓ। ਹਾਂ ਨਹੀਂ ਬਾਈ ਗੋਰਖੀ, ਆਵਾਜ਼ ਮੈਨੂੰ ਬਹੁਤ ਵਧੀਆ ਆ ਰਹੀ ਹੈ। ਨਹੀਂ, ਤੁਹਾਨੂੰ ਨਹੀਂ ਚਾਹੀਦੀ, ਸਾਨੂੰ ਰਿਕਾਰਡਿੰਗ ਵਾਸਤੇ ਚਾਹੀਦੀ ਹੈ ਜੀ। ਅੱਛਾ, ਰਿਕਾਰਡਿੰਗ ਜ਼ਰੂਰੀ ਹੈ। ਅੱਛਾ, ਫਿਰ ਆਵਾਜ਼ ਤਾਂ ਅੱਜ ਵਧੀਆ ਹੋਣੀ ਚਾਹੀਦੀ, ਸਗੋਂ ਮਾਈਕ ਤੇ ਬਹੁਤ ਜ਼ਿਆਦਾ। ਹਾਂਜੀ, ਚਲੋ 1 ਸੈਕਿੰਡ ਰੁਕ ਜਾਓ, ਹੁਣ ਫਿਰ ਮੈਂ ਥੋੜਾ ਉੱਚੀ ਬੋਲੂੰਗਾ, ਸੰਗ ਥੱਕ ਜਾਣਾ ਮੇਰਾ ਅੱਜ ਬੋਲ ਕੇ। ਨਹੀਂ ਠੀਕ ਹੈ, ਉੱਚੀ ਨਾਲ ਕੀ ਫਰਕ ਪੈਣਾ। ਹਾਂ, ਉਹ ਹੋ ਸਕਦਾ ਕਿ ਥੋੜਾ ਦੇਖੋ, ਹੁਣ ਟਰਾਈ ਕਰੋ, ਹੁਣ ਬੈਟਰ ਹੋਈ ਕਿ ਉਦਾਂ ਦੀ ਆ? ਠੀਕ ਹੈ ਗੋਲ, ਨਹੀਂ ਗੱਲ ਬੰਦ? ਨਹੀਂ ਠੀਕ ਹੋਈ, ਹੁਣ ਘਟਾ ਰਹੀ ਹੈ ਥੋੜੀ। ਨਹੀਂ, ਮੈਂ ਲੌਗਇਨ ਕਰਦਾ ਦੁਬਾਰਾ। ਕੋਈ ਗੱਲ ਨਹੀਂ, ਕਿਉਂਕਿ ਰਿਕਾਰਡਿੰਗ ਨਹੀਂ ਸਹੀ ਹੋਣੀ। ਮੈਂ तोही मोही मोही तोही अंतर कैसा, कनक कटल जल तरंग जैसा, जो पे हम ना पाप करंता अह अनंता, पतित पावन नाम कैसे हुनता रहाओ। तुम जो नायक आछो अंतरजामी, वो अंतरजामी, ਉਹਨੂੰ ਪਤਾ ਹੈ ਵੀ ਸਾਡੇ ਅੰਦਰ ਹੈ, ਸਾਡਾ ਸਾਰਾ ਕੁਝ ਦੇਖ ਰਿਹਾ, ਸਾਨੂੰ ਸਾਰਾ ਕੁਝ ਗਾਈਡ ਕਰਦਾ, ਸਭ ਕੁਝ ਕਰ ਸਕਦਾ। ਪਰ ਆਪਾਂ ਜਿਹੜੇ ਹੈਗੇ ਉਹ ਮਾਲਕ ਨੂੰ ਨਹੀਂ। ਮੈਂ ਉਹ ਤਾਂ ਰੂਪ ਨਾ ਰੇਖ ਨਾ ਰੰਗ, ਕਿਸ ਤ੍ਰੈਗੁਣ ਤੇ ਪ੍ਰਭ ਭਿੰਨ, ਤਿਸੇ ਪੁਜਾਏ ਨਾਨਕਾ ਜਿਸ ਹੋਵੇ ਸੁਪਰਸੰਨ। ਆਪਾਂ ਨਹੀਂ ਉਹਦੇ ਵੱਲ ਨੂੰ ਜਿਹੜਾ ਹੈਗਾ ਗਤੀ ਕਰ ਸਕਦੇ। ਔਰ ਦੇਖੋ ਕਿੰਨੀ ਔਖੀ ਖੇਡ ਆ ਵੀ ਜਿਹਦੀ ਫਿਜ਼ੀਕਲ ਹੈ ਨੀਗਾ, ਕੋਈ ਰੂਪ ਨਹੀਂ ਹੈ, ਕੋਈ ਰੰਗ ਨਹੀਂ ਹੈ, ਕੋਈ ਬਾਡੀ ਨਹੀਂ ਹੈਗੀ, ਉਹਦੇ ਨਾਲ ਪਿਆਰ ਪਾਉਣਾ ਹੈ, ਉਹਨੂੰ ਆਪਾਂ ਨੇ ਲੱਭਣਾ ਹੈ, ਉਹਦੇ ਤੱਕ ਪਹੁੰਚਣਾ ਹੈ। ਇਸ ਤੋਂ ਔਖੀ ਗੇਮ ਕਿਹੜੀ ਹੋ ਸਕਦੀ ਹੈ? ਇਸ ਲਈ ਰਵਿਦਾਸ ਜੀ ਕਹਿੰਦੇ ਆ। ਹਾਂਜੀ, ਹੁਣ ਵਾਈ ਠੀਕ ਹੈ? ਸੌਰੀ, ਹੁਣ ਵਾਈ ਠੀਕ ਹੈ ਕਿ ਕਹਿੰਦੀ ਆ? ਨਹੀਂ ਠੀਕ ਹੈ ਜੀ। ਅੱਛਾ ਸੌਰੀ, ਹੁਣ ਹਾਂਜੀ ਬੋਲੋ ਜੀ, ਬੋਲੋ। ਹਾਂਜੀ, ਆਖਰੀ ਚ ਮਹਾਰਾਜ ਕਹਿੰਦੇ ਸਰੀਰ ਅਰਾਧੇ ਮੋਕੋ ਵਿਚਾਰ ਦਿਓ। ਬਈ ਮੈਨੂੰ ਹੁਣ ਮਨੁੱਖਾ ਜਨਮ ਦੇਤਾ, ਤੂੰ ਮਨੁੱਖਾ ਸਰੀਰ ਮਿਲ ਗਿਆ, ਤੇ ਬਸ ਹੁਣ ਇਹਦੇ ਨਾਲ ਜਿਹੜਾ ਕੰਮ, ਜਿਹੜਾ ਧਰਮ ਹੈਗਾ ਮੇਰਾ, ਮੈਂ ਉਹ ਧਰਮ ਪੂਰਾ ਕਰਾਂ, ਕਿਤੇ ਮੈਂ ਲੂਜ਼ ਨਾ ਕਰ ਜਾਵਾਂ। ਇਸ ਤੋਂ ਥੱਲੇ ਜਿਹੜਾ ਹੈਗਾ ਫਿਰ ਜਿਹੜੇ ਕਿੰਨੀਆਂ ਜੂਨਾਂ ਹੈਗੀਆਂ, 84 ਲੱਖ ਜੂਨਾਂ ਹੈਗੀਆਂ, 42 ਲੱਖ ਪਾਣੀ ਦੇ ਵਿੱਚ ਹੈ, 42 ਲੱਖ ਜਿਹੜੀਆਂ ਧਰਤੀ ਤੇ ਆਕਾਸ਼ ਦੇ ਵਿੱਚ ਹੈਗੀ, ਆਪਣੇ ਸਾਹਮਣੇ ਦਿਸਦੀਆਂ। ਦੇਖੋ ਕਿੰਨੇ ਪਰਿੰਦੇ ਹੈਗੇ, ਕਿੰਨੇ ਜਾਨਵਰ ਹੈਗੇ, ਕਿੰਨੀਆਂ ਮੱਛੀਆਂ ਹੈਗੀਆਂ ਸਮੁੰਦਰ ਦੇ ਵਿੱਚ, ਕਿੰਨੀਆਂ। ਔਰ ਜਿਹੜਾ ਇਹਨਾਂ ਨੇ ਨਾਮਦੇਵ ਜੀ ਨੇ ਕਹਿੰਦਾ 42 ਲੱਖ ਜੀਵ ਜਲ ਮੇ ਹੋਤੇ। ਦੇਖ ਲਓ ਉਹਨਾਂ ਕੋਲ ਕਿਹੜੀ ਕਿੱਥੋਂ ਉਹਨਾਂ ਨੇ ਕਾਊਂਟ ਕਰਕੇ ਦੱਸ ਦਿੱਤਾ। ਪਾਣੀ ਦੇ ਵਿੱਚ ਵੀ ਅੱਧੇ ਪਾਣੀ ਦੇ ਵਿੱਚ ਹੈ, ਅੱਧੇ ਬਾਹਰ ਹੈਗੇ। ਤੇ ਕਹਿੰਦੇ ਮੈਨੂੰ ਮਨੁੱਖਾ ਸਰੀਰ ਦਿੱਤੀ ਹੈ ਤੇ ਮੈਂ ਤੇਰਾ ਸਿਮਰਨ ਕਰ ਸਕਾਂ, ਤੇਰੇ ਵੱਲ ਜਿਹੜਾ ਅਸੀਂ ਇਹਨੂੰ ਯੂਜ਼ ਕਰ ਸਕਾਂ, ਇਹਦਾ ਫਲ, ਇਸ ਜਨਮ ਦਾ ਫਲ ਲੈ ਸਕਾਂ ਮੈਂ, ਕਿਤੇ ਮੇਰਾ ਜਨਮ ਵੇਸਟ ਨਾ ਹੋ ਜਾਏ। ਮੈਨੂੰ ਇਹ ਵਿਚਾਰ ਦਿਓ, ਮੈਨੂੰ ਇਹਦੀ ਜਿਹੜੀ ਹੈਗੀ ਮੈਨੂੰ ਨੌਲੇਜ ਦਿਓ, ਮੈਨੂੰ ਇਹਦਾ ਗਿਆਨ ਦਿਓ। ਰਵਿਦਾਸ ਸਮਦਲ ਸਮਝਾਵੇ ਕੋ, ਮੈਨੂੰ ਕੋਈ ਐਸਾ ਵੀ ਗਾਈਡ ਦਿਓ ਜਿਹੜਾ ਮੈਨੂੰ ਸਮਝਾਵੇ ਬਈ ਉਸ ਮਾਲਕ ਪਰਮਾਤਮਾ ਤੋਂ ਇਲਾਵਾ ਹੋਰ ਕੋਈ ਨਹੀਂ ਹੈਗਾ, ਸਾਰਿਆਂ ਦੇ ਵਿੱਚ ਉਸ ਮਾਲਕ ਪਰਮਾਤਮਾ ਨੂੰ ਦੇਖੇ, ਆ ਵੀ ਮੈਨੂੰ ਇਹ ਵੀ ਗਾਈਡੈਂਸ ਦਿਓ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਨਜਰ ਸਾਹਿਬ। ਤੇ ਹੁਣ ਆਪ ਜੀ ਫਿਰ ਹੁਣ ਇੱਥੋਂ ਸ਼ੁਰੂ ਕਰਨਾ, ਲਾਸਟ ਤੇ ਹੀ ਸਰੀਰ ਅਰਾਧੇ ਕੋ ਮੈਂ। ਹਾਂਜੀ ਕੋਈ ਪ੍ਰੋਬਲਮ ਨਹੀਂ। ਤੁਸੀਂ ਗੋਰਖ ਸਾਹਿਬ ਤੁਸੀਂ ਕਿਤੋਂ ਮਰਜ਼ੀ ਬੋਲ ਸਕਦੇ ਹੋ। ਕੋਈ ਨਹੀਂ। ਅੱਛਾ ਸਾਧ ਸੰਗਤ ਜੀ, ਇੱਥੇ ਵਿੱਚ ਆਖਰ ਤੇ ਉਹਨਾਂ ਨੇ ਜਿਹੜਾ ਸਾਰ ਕੱਢਿਆ, ਕਹਿੰਦੇ ਸਰੀਰ ਅਰਾਧੋ ਮੋਹ ਕੋ ਵਿਚਾਰ ਦਿਓ। ਹਾਂਜੀ, ਵਿਚਾਰ ਦਾ ਮਤਲਬ ਇੱਥੇ ਹੈਗਾ ਸਾਧ ਸੰਗਤ ਜੀ ਸਮੱਤ। ਕਿ ਮੈਨੂੰ ਸਮੱਤ ਦਿਓ, ਮੈਨੂੰ ਮਤਲਬ ਮੇਰੇ ਮਨ ਦੇ ਅੰਦਰ ਜਿਹੜੀ ਸਮੱਤ ਦਿਓ, ਗਿਆਨ ਦਿਓ ਕਿ ਮੈਂ ਉਹ ਅਰਾਧੇ ਦਾ ਮਤਲਬ ਹੁੰਦਾ ਹੈ ਕਿ ਧਿਆਉਣਾ, ਸਿਮਰਨ ਕਰਾਂ। ਹਾਂ, ਸਿਮਰਨ, ਅਰਾਧੇ ਦਾ ਮਤਲਬ ਸਿਮਰਨ, ਬਿਲਕੁਲ ਸਹੀ। ਹਾਂ,
ਕਿਸੇ ਦਾ ਨਾਂ ਨਹੀਂ ਆਰਾਧ ਲੈਣਾ, ਕਿਸੇ ਦਾ ਨਾਮ ਆਪਾਂ ਆਰਾਧਨਾ ਕਰਨੀ। ਆਰਾਧਨਾ ਮਤਲਬ ਹੁੰਦਾ ਭਗਤੀ ਹੁੰਦੀ ਹੈ ਕਿ ਮੋਹ ਕੋ ਵਿਚਾਰ ਦਿਓ। ਮੈਨੂੰ ਮਤਲਬ ਆਰਾਧਨਾ ਕਰਨ ਦੇ ਲਈ ਮੈਨੂੰ ਮੱਤ ਦਵੋ। ਹੁਣ ਕਿਸੇ ਨੂੰ ਮੱਤ ਆਉਂਦੀ ਤੇ ਉਸ ਤੋਂ ਬਾਅਦ ਹੀ ਆਪਾਂ ਕੰਮ ਕਰਦੇ ਹਾਂ ਨਾ। ਬਿਲਕੁਲ। ਕਿਸੇ ਨੂੰ ਕਹਿ ਦਿੱਤਾ ਆਪਾਂ ਨੀ ਹਿਸਾਬ ਤੌਰ ਤੇ ਕਹਿ ਦਿੱਤਾ ਵੀ ਇਹ ਮੁੰਡੇ ਨੂੰ ਮੱਤ ਬੜੀ ਆ ਤਾਂ ਹੀ ਉਹ ਪੜ੍ਹ ਗਿਆ, ਕਿਉਂਕਿ ਪਹਿਲਾਂ ਮੱਤ ਆਈ ਆ, ਅੰਦਰੋਂ ਗਿਆਨ ਪ੍ਰਗਟ ਹੋਇਆ ਤੇ ਫੇਰ ਹੀ ਉਹਨੇ ਪੜ੍ਹਾਈ ਕੀਤੀ। ਬਿਲਕੁਲ। ਸਾਰੇ ਤੇ ਨਹੀਂ ਨਾ, ਸਾਰਿਆਂ ਕੋਲ ਮੱਤ ਕਿੱਥੇ ਹੈਗੀ। ਹੁਣ ਤੁਸੀਂ ਪਿੰਡ ਚ ਲਾ ਲਓ 100-150 ਮੁੰਡਾ ਹੋਊਗਾ ਮੰਨ ਲਓ ਹਰ ਸਾਲ ਦੇ ਵਿੱਚ, ਤੇ ਸਾਲ ਦਾ ਸਾਲ ਥੋੜੀ ਉੱਪਰ ਚੜ ਜਾਂਦਾ, ਉਹਦੇ ਚ ਚੰਦ ਚੜ੍ਹਦੇ ਨੇ ਜਿੰਨਾ ਕੋ ਮੱਤ ਚੰਗੀ ਹੁੰਦੀ ਹੈ। ਤੇ ਬਾਕੀ ਉਹ ਹੁੰਦੇ ਤੇ ਇਹ ਨਹੀਂ ਕਿ ਉਹਨਾਂ ਚੋਂ ਕਿਸੇ ਚੀਜ਼ ਦੀ ਕਮੀ ਹੈ ਉਹਨਾਂ ਕੋਈ ਆ, ਬਟ ਉਹਨਾਂ ਨੇ ਕੀ ਕੀਤਾ ਵਾ ਕਿ ਉਸ ਚੀਜ਼ ਨੂੰ ਪੋਲਿਸ਼ ਨਹੀਂ ਕੀਤਾ, ਉਸ ਸ਼ਕਤੀ ਨੂੰ ਐਸੀ ਡਾਇਰੈਕਸ਼ਨ ਵੱਲ ਲੈ ਗਏ, ਕਿਸੇ ਹੋਰ ਸਾਈਡ ਤੇ ਲੈ ਗਏ। ਪਰ ਕੁਛ ਜਿਹੜੇ ਚੰਦ ਬੱਚੇ ਹੁੰਦੇ ਨੇ ਉਹ ਜਿਹੜੇ ਪ੍ਰੋਪਰਲੀ ਉਸ ਸ਼ਕਤੀ ਨੂੰ ਚੈਨਲਾਈਜ਼ ਕਰ ਜਾਂਦੇ ਨੇ। ਸ਼ਕਤੀ ਨੂੰ ਜਿੰਨਾ ਚਿਰ ਤੱਕ ਆਪਾਂ ਚੈਨਲਾਈਜ਼ ਨਹੀਂ ਕਰਦੇ, ਚੈਨਲਾਈਜ਼ ਕਰਨ ਦੇ ਲਈ ਉਹ ਇੱਕ ਤਰੀਕਾ ਹੈਗਾ ਬੁੱਧੀ। ਬੁੱਧੀ ਨੇ ਹੀ ਸਾਰਾ ਕੁਝ ਕੰਮ ਕਰਨਾ। ਇਸ ਲਈ ਕਹਿੰਦੇ ਮੋਹ ਕੋ ਵਿਚਾਰ ਦਿਓ, ਮੈਨੂੰ ਬੁੱਧੀ ਦਿਓ। ਕਿਉਂਕਿ ਬੁੱਧੀ ਜੇਕਰ ਆਪਣੇ ਕੋਲ ਚੰਗੀ ਬੁੱਧੀ ਨਹੀਂ ਹੈਗੀ, ਉਹਨਾਂ ਚਿਰ ਤੱਕ ਵਿਚਾਰ ਨਹੀਂ ਕਰ ਸਕਦੇ ਆਪਾਂ, ਕਿਸੇ ਵੀ ਚੀਜ਼ ਦੀ ਪਾਲਣਾ ਨਹੀਂ ਕਰ ਸਕਦੇ। ਕਿਉਂਕਿ ਸ਼ੁਰੂਆਤ ਜਿਹੜੀ ਹੁੰਦੀ ਉਹ ਬੁੱਧੀ ਨਹੀਂ ਹੁੰਦੀ ਹੈ। ਇਸੇ ਲਈ ਬਾਣੀ ਚ ਕਿਹਾ ਵਾ ਕਿ ਦਾਨ ਵੀ ਕਰਨਾ, ਮੱਤ ਨਾ ਕਰਨਾ ਵਾ, ਧਿਆਨ ਵੀ ਕਰਨਾ ਤੇ ਮੱਤ ਨਾ ਹੀ ਕਰਨਾ। ਕਿਉਂਕਿ ਅਕਲ ਤੋਂ ਬਿਨਾਂ ਕਹਿੰਦੇ ਨਾ ਤੇ ਤੂੰ ਸਾਹਿਬ ਨੂੰ ਸੇਵਨਾ, ਤੂੰ ਪ੍ਰਮਾਤਮਾ ਨੂੰ ਯਾਦ ਨਹੀਂ ਕਰਨਾ। ਅਕਲ ਚਾਹੀਦੀ ਉੱਥੇ, ਖਾਸ ਕਰਕੇ ਭਗਤੀ ਦੇ ਵਿੱਚ ਅਕਲ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਰੋਟੀ ਮੈਂ ਵੱਧ ਘੱਟ ਖਾ ਲਾਂ, ਮੈਂ ਗਲਤ ਖਾ ਲਾਂ ਤੇ ਥੋੜਾ ਬਹੁਤਾ ਨੁਕਸਾਨ ਹੈ। ਹੋ ਸਕਦਾ ਕਿ ਮੈਂ ਇੱਕ ਸਮਾਂ ਆਊਗਾ ਮੈਂ ਸੁਧਰ ਸਕਦਾ, ਕੋਈ ਮੈਨੂੰ ਦੱਸੂਗਾ ਕਿ ਇਹ ਗਲਤ ਚੀਜ਼ ਵੀਰੇ ਨਾ ਖਾ। ਪਰ ਜਿਹੜਾ ਨਾਮ ਆ, ਜਿਹੜੀ ਭਗਤੀ ਆ, ਇਹ ਅਕਲ ਤੋਂ ਬਿਨਾਂ ਜਿਹੜਾ ਆਪਾਂ ਸੇਵਦੇ ਆ ਨਾ, ਪ੍ਰਮਾਤਮਾ ਦੀ ਭਗਤੀ ਕਰਦੇ ਆ ਜਿੱਥੇ ਗਿਆਨ ਨਹੀਂ ਹੈਗਾ। ਗਿਆਨ ਜਿਹੜਾ ਹੈ ਬਹੁਤ ਹੀ ਜ਼ਰੂਰੀ ਆ। ਕੁਦਰਤ ਨੇ ਏਦਾਂ ਹੀ ਬਣਾਇਆ ਵਾ। ਇਹ ਨਹੀਂ ਮੈਂ ਕਹਿਣ ਡਿਆ ਕਿ ਕੋਈ ਕੁਦਰਤ ਵੀ ਕਹਿੰਦੀ ਆ ਕਿ ਇਹ ਪਹੇਲੀ ਆ। ਪਹੇਲੀ ਨੂੰ ਸਮਝਣ ਦੇ ਲਈ ਆਪਣਾ ਗਿਆਨ ਬਹੁਤ ਜ਼ਰੂਰੀ ਹੈ। ਜਿਵੇਂ ਜਿਵੇਂ ਤੁਹਾਡੇ ਅੰਦਰ ਗਿਆਨ ਪ੍ਰਗਟ ਹੋਇਆ ਨਾ, ਭਰਮ ਆਪਣੇ ਆਪ ਹੀ ਖਤਮ ਹੋ ਜਾਣਾ। ਆਪ ਜਸਟ ਇੱਕ ਦੇਖੋ, ਜਦੋਂ ਕਮਰੇ 'ਚ ਹਨੇਰਾ ਹੈ, ਹਨੇਰੀ ਨੂੰ ਆਪਾਂ ਕੁਛ ਨਹੀਂ ਕਰ ਸਕਦੇ। ਕੇਵਲ ਇੱਕ ਬਲਬ ਜਗਾ ਦਿਓ, ਇੱਕ ਛੋਟਾ ਜਿਹਾ ਦੀਪਕ ਜਗਾ ਦਿਓ, ਇੱਕ ਛੋਟੀ ਜਿਹੀ ਲਾਲਟਨ ਜਗਾ ਦਿਓ, ਇੱਕ ਮੋਮਬੱਤੀ ਜਗਾ ਦਿਓ, ਉਹਨੇ ਕੰਮ ਕਰ ਦੇਣਾ। ਇਸੇ ਹੀ ਤਰ੍ਹਾਂ ਜਿਹੜਾ ਸਾਡੇ ਜੀਵਨ 'ਚ ਭਰਮ ਆ, ਉਹਨੂੰ ਖਤਮ ਕਰਨ ਦੇ ਲਈ ਸਾਨੂੰ ਵਿਵੇਕ ਬੁੱਧੀ ਚਾਹੀਦੀ ਆ। ਕਿਉਂਕਿ ਜਿਹੜੀ ਚੀਜ਼ ਨੂੰ ਅਸੀਂ ਸੱਚ ਸਮਝ ਲੈਂਦੇ ਹਾਂ ਉਹ ਸੱਚ ਨਹੀਂ ਹੁੰਦਾ, ਇੱਕ ਭਰਮ ਹੁੰਦਾ। ਭਰਮ ਦਾ ਮਤਲਬ ਕੀ ਹੁੰਦਾ ਵਾ ਕਿ ਤੁਸੀਂ ਉਹ ਕਹਾਣੀ ਸੁਣੀ ਹੈ ਨਾ, ਉਹਦੇ ਕੋਲ ਅਸਲੀ ਲੇਲਾ ਹੁੰਦਾ ਪੰਡਤ ਕੋ, ਪਰ ਲੋਕੀ ਭਰਮ ਪਾ ਦਿੰਦੇ ਆ ਕਿ ਤੇਰਾ ਲੇਲਾ ਇਹ ਤੇ ਉਹ ਕੁੱਤੇ ਦਾ ਬੱਚਾ ਹੈ। ਹੁਣ ਇੱਕ ਨੇ ਕਿਹਾ ਕੋਈ ਗੱਲ ਨਹੀਂ, ਚਰਨਜੀਤ ਨੂੰ ਕੋਈ ਪ੍ਰੋਬਲਮ ਨਹੀਂ ਹੈ। ਹੁਣ ਦੋ ਨੇ ਕਹਿਤਾ ਚਰਨਜੀਤ ਨੂੰ ਕੋਈ ਪ੍ਰੋਬਲਮ, ਪਰ ਤਿੰਨ ਬੰਦੇ ਜਦੋਂ ਕਹਿੰਦੇ ਨਾ ਕਿ ਚਰਨਜੀਤ ਤੇਰੀ ਪੈਂਟ ਸਹੀ ਨਹੀਂ ਹੋ, ਤੇਰੀ ਸ਼ਰਟ ਸਹੀ ਨਹੀਂ ਹੋ, ਤੇ ਚਰਨਜੀਤ ਨੇ 2 ਮਿੰਟ ਲਾਉਣੇ, ਘਰੇ ਆਊਗਾ, ਸ਼ਰਟ ਚੇਂਜ ਕਰਕੇ ਮੈਂ ਫਿਰ ਜਾਊਂਗਾ ਵਾਪਸ। ਮੇਰੇ 'ਚ ਨਹੀਂ ਹਿੰਮਤ ਨਹੀਂ ਹੈਗੀ। ਬਿਲਕੁਲ। ਆਪਾਂ ਜਸਟ ਸੋਚੋ, ਤੁਸੀਂ ਇੱਕ ਜਸਟ ਨੋਟਿਸ ਕਰਿਓ, ਤੁਸੀਂ ਪੈਂਟ ਪਾ ਲਈ, ਤੁਸੀਂ ਸੂਟ ਪਾਇਆ, 2-3 ਬੰਦੇ ਨੇ ਕਹਿਤਾ ਨੇ ਸਹੀ ਨਹੀਂ ਆ, ਤੇ ਕੋਈ ਭਾਵੇਂ ਕਿੱਡਾ ਮਰਜ਼ੀ ਕੱਪੜਾ ਹੋਵੇ, ਤੁਸੀਂ ਘਰੇ ਆਓਗੇ, ਚੇਂਜ ਕਰਕੇ ਫਿਰ ਜਾਓਗੇ। ਜੇਕਰ ਤੁਹਾਡੇ ਮਨ ਨੂੰ ਤੋੜਿਆ ਜਾ ਸਕਦਾ ਹੈ ਤੇ ਨਕਲੀ ਚੀਜ਼ ਵੀ ਤੁਹਾਡੇ ਦਿਮਾਗ 'ਚ ਪਾਈ ਜਾ ਸਕਦੀ ਆ। ਜਸਟ ਆਪ ਸੋਚੋ ਕਿ ਨਕਲੀ ਚੀਜ਼ ਨੂੰ ਕਹਿ ਦਈਏ ਕਿ ਬਹੁਤ ਵਧੀਆ ਹੈ, ਓਰੀਜਨਲ ਹੈ, ਓਰੀਜਨਲ ਹੈ, ਤੁਸੀਂ ਪ੍ਰਭਾਵਿਤ ਹੋ ਜਾਣਾ। ਇਹਨੂੰ ਕਹਿੰਦੇ ਆ ਇਨਫਲੂਐਂਸ। ਬਿਲਕੁਲ। ਪਬਲਿਸਿਟੀ ਦੇਖ ਲਓ ਗੋਰਖੀ ਸਾਹਿਬ, ਸਾਰੀ ਜਿਹੜੀ ਟੀਵੀ ਦੇ ਉੱਤੇ, ਹਰ ਜਗ੍ਹਾ ਤੇ, ਇੰਟਰਨੈਟ ਦੇ ਉੱਤੇ ਆਹੀ ਕੁਛ ਤੇ ਚੱਲ ਰਿਹਾ ਹੈ। ਹਾਂ, ਦੂਜੀ ਦੀ ਚੀਜ਼ ਕੀੜੇ ਪਾ ਦਿੰਦੇ ਨੇ ਤੇ ਨਕਲੀ ਚੀਜ਼ ਨੂੰ ਕਹਿ ਦਿੰਦੇ ਨੇ ਕਿ ਬਹੁਤ ਵਧੀਆ, ਇਹਨੂੰ ਲੈ ਆਓ। ਔਰ ਇਹਨੂੰ ਕਹਿੰਦੇ ਐਡਵਰਟਾਈਜ਼ਮੈਂਟ। ਯੈਸ, ਬਿਲਕੁਲ। ਇਹ ਐਡਵਰਟਾਈਜ਼ਮੈਂਟ ਦੇ ਨਾਲ ਕੀ ਕਰਦੇ ਆ ਕਿ ਬੰਦੇ ਦੇ ਅੰਦਰ ਐਸਾ, ਆਪ ਜਸਟ ਕਿਤੇ ਨੋਟਿਸ ਕੀਤਾ, ਕਾਰਾਂ ਵਰਗੀਆਂ ਕਾਰਾਂ ਨੇ, ਕੁਛ ਕਾਰਾਂ ਦੇ ਵਿੱਚ ਉਹਨਾਂ ਨੇ ਐਸਾ ਦਿਮਾਗ ਲਾਇਆ, ਨਾਮ ਰੱਖਿਆ ਜੀ ਇਹ ਮਰਸਡੀਜ਼ ਬੈਂਜ ਆ, ਇਹ BMW ਆ। ਇਹ ਕਾਰਾਂ ਸਾਰੀਆਂ ਸੇਮ ਨੇ, ਥੋੜੇ ਬਹੁਤੇ ਫੰਕਸ਼ਨ ਵੱਧ ਪਾ ਕੇ ਉਹ ਬੰਦੇ ਦੇ ਅੰਦਰ ਇੱਕ ਸੁਪੀਰੀਅਰ ਕੰਪਲੈਕਸ ਪਾ ਦਿੰਦੇ ਆ ਕਿ ਬਈ ਇਹ ਕਾਰ ਜਿਹੜੀ ਆ ਜਦੋਂ ਤੂੰ ਲੈ ਕੇ ਬਾਜ਼ਾਰ ਜਾਏਗਾ ਤੇ ਲੋਕ ਤੇਰੀ ਬਹੁਤ ਇੱਜ਼ਤ ਕਰਨਗੇ। ਨਿਜਰ ਸਭ ਹੈ ਤੇ ਉਹੀ ਆ। ਬਿਲਕੁਲ। ਜਿੱਦਾਂ ਕੱਚ ਆ, ਹੀਰੇ ਆ, ਹੀਰੇ 'ਚ ਕੀ ਆ? ਕੱਚ ਹੀ ਆ। ਪਰ ਉਹਦੇ ਅੰਦਰ ਬਸ ਇਹੋ ਹੀ ਆ ਕਿ ਬੰਦੇ ਦੇ ਅੰਦਰ ਉਹਦੇ ਅੰਦਰ ਇੱਕ ਐਸਾ ਪਾ ਦਿੰਦੇ ਨੇ ਕਿ ਇਹ ਬੜਾ ਮਹਿੰਗੀ ਚੀਜ਼ ਹੈ, ਬਹੁਤ ਕੀਮਤੀ। ਤੇ ਉਹਦੇ ਕਰਕੇ ਕਿ ਉਹ ਬੰਦਾ ਜਿਹੜਾ ਵਾ ਉਹਨੂੰ ਜਦੋਂ ਧਾਰਨ ਕਰਦਾ ਹੈ ਤੇ ਫਿਰ ਆਮ ਬੰਦੇ ਪਤਾ ਕੀ ਕਰਦੇ ਨੇ, ਆਮ ਮੋਸਟਲੀ ਬੰਦਾ ਜਿਹੜਾ ਨਾ, ਬੰਦਾ ਆਪਣੀ ਪਹਿਚਾਣ ਬਣਾਉਣ ਦੇ ਲਈ ਪਦਾਰਥ ਨੂੰ ਯੂਜ਼ ਕਰਦਾ। ਪਹਿਲੇ ਜ਼ਮਾਨੇ 'ਚ ਹੁੰਦਾ ਸੀ
ਕਿਤੇ ਕੋਈ ਵੀ 500 ਗਾਂ ਵਾ, ਰਾਜਾ ਕਿੱਦਾਂ ਦਾ ਸੀ, ਕਹਿੰਦੇ ਕੋਈ ਇੰਨੇ ਘੋੜੇ ਆ, ਇੰਨੀ ਫੌਜ ਆ, ਐਡਾ ਮਹਿਲ ਆ। ਏਦਾਂ ਹੀ ਨਿੱਜਰ ਸਾਹਿਬ ਆਪਣੀ ਉਹ ਮਹਾਨਤਾ ਦਿਖਾਉਂਦੇ ਸੀ ਨਾ ਪਦਾਰਥਾਂ ਦੇ ਨਾਲ ਹੀ। ਬਿਲਕੁਲ। ਤੇ ਤੁਸੀਂ ਵੇਖਿਆ ਵੀ ਹੋਣਾ ਵਾ ਵਿੱਚ ਜੇ ਇੱਕ ਹੋਰ ਭੂਤ ਸਵਾਰ ਹੋ ਗਿਆ, ਇਹਦੇ ਕੋਈ ਇੰਨੀਆਂ ਜਨਾਨੀਆਂ, ਇੰਨੀਆਂ ਰਾਣੀਆਂ ਰੱਖੀਆਂ ਹੋਈਆਂ ਨੇ, ਇਹ ਵੀ ਭੂਤ ਸਵਾਰ ਹੋਇਆ ਸੀ। ਕੁਛ ਲੋਕ ਸੋਚਦੇ ਕਿ ਇਹ ਕੋ 100 ਰਾਣੀ ਆ, 200 ਰਾਣੀ ਆ। ਤੁਸੀਂ ਵੇਖੋ ਇਤਿਹਾਸ ਚੈੱਕ ਕਰਕੇ ਕਈਆਂ ਕੋ ਕਿੰਨੀਆਂ ਰਾਣੀਆਂ। ਇਹ ਵੀ ਉਹੀ ਚੀਜ਼ ਸੀ ਕਿ ਉਹ ਰਾਣੀਆਂ ਰੱਖ ਕੇ ਸ਼ੋਅ ਕਰਨਾ ਚਾਹੁੰਦੇ ਸੀ ਕਿ ਅਸੀਂ ਬੜੇ ਵੱਡੇ ਰਾਜੇ ਹਾਂ। ਮਤਲਬ ਇਹ ਵੀ ਇੱਕ ਕਾਈਂਡ ਆਫ ਬੰਦੇ ਦੇ ਅੰਦਰ ਇੱਕ ਚੀਜ਼ ਪਾ ਦਿੱਤੀ, ਉਹ ਲੋਕ ਉਸੇ ਚੀਜ਼ ਨੂੰ ਹੀ ਉਹ ਮਤਲਬ ਪਦਾਰਥ ਸਮਝ ਕੇ ਉਹਨੂੰ ਸ਼ੋਅ ਆਫ ਕਰਨ ਲੱਗ ਪਏ। ਹਾਂਜੀ ਠੀਕ ਹੈ ਨਿਜਰ ਸਾਹਿਬ, ਆਪਾਂ ਸਰੀਰ ਤੇ ਇੱਥੇ ਆ ਜਾਈਏ ਕਥਾ ਦੇ ਵਾਪਸ। ਤੇ ਸਰੀਰ ਅਰਾਧੇ ਮੋਕੋ ਵਿਚਾਰ ਦੇਹੋ, ਰਵਿਦਾਸ ਸਮਦਲ ਸਮਝਾਵੇ ਕੋ। ਹੁਣ ਦੇਖੋ ਵਿਚਾਰ ਉਹਦੇ ਕੋਲੋਂ ਮਿਲਣਾ ਆ, ਸਮਝਾਉਣਾ ਉਹਨੇ ਹੈਗਾ ਜਿਹੜਾ ਕਿ ਇਸ ਰਸਤੇ ਤੇ ਪਹਿਲਾਂ ਚੱਲ ਚੁੱਕਿਆ ਹੈ ਜਾਂ ਕਿਤੇ ਅੱਗੇ ਹੈਗਾ ਔਰ ਇਸ ਰਸਤੇ ਦੇ ਉੱਤੇ ਉਹੀ ਸਮਝਾ ਸਕਦਾ ਹੈ। ਦੂਸਰਾ ਕੌਣ ਸਮਝਾ ਸਕਦਾ ਹੈ? ਦੂਸਰਾ ਤਾਂ ਜਿਹੜਾ ਹੈਗਾ ਆਪਾਂ ਨੂੰ ਮਿਸਗਾਈਡ ਕਰ ਸਕਦਾ ਹੈ, ਗਲਤ ਰਸਤਾ, ਕਿ ਜਿਹਨੂੰ ਆਪ ਨੂੰ ਰਾਹ ਹੀ ਨਹੀਂ ਪਤਾ, ਅੰਨੇ ਨੂੰ ਰਾਹ ਪੁੱਛਾਂਗੇ ਤੇ ਭਾਈ ਉਹਨੇ ਤਾਂ ਜੋ ਵੀ ਦੱਸਣਾ ਹੈ ਉਹਦੇ ਤੇ ਆਪਾਂ ਜਿਹੜੇ ਹੈਗੇ ਜਾ ਕੇ ਖੱਡੇ 'ਚ ਹੀ ਡਿੱਗਣਾ। ਜਨਮ ਆਪਣਾ ਹੈਗਾ, ਇਸ ਕਰਕੇ ਆਪਾਂ ਨੂੰ ਭਾਈ ਜਿਹੜੇ ਐਸੇ ਜਿਹੜਾ ਹੈਗਾ ਜਿਹੜਾ ਪੂਰਨ ਬ੍ਰਹਮ ਪੂਰਨ ਜਿਹੜਾ ਗਿਆਨ ਹੈਗਾ ਜਿਹਦੇ ਕੋਲ ਉਹਦੇ ਕੋਲੋਂ ਹੀ ਜਿਹੜਾ ਹੈਗਾ ਉਹਦੇ ਹੀ ਜਿਹੜੇ ਹੈਗੇ ਆ ਆਪਾਂ ਨੇ ਉਹਦੇ ਤੋਂ ਹੀ ਸੇਧ ਲੈਣੀ ਚਾਹੀਦੀ ਹੈ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਰਵਿਦਾਸ ਜੀ ਨੇ ਇੱਥੇ ਆਪਾਂ ਨੂੰ ਇਹ ਸਮਝਾਇਆ ਹੈ ਕਿ ਤੁਹਾਨੂੰ ਸ਼ਬਦ ਪ੍ਰਮਾਣ ਚਾਹੀਦਾ ਹੈ ਗ੍ਰੰਥਾਂ ਦਾ। ਹਾਂ, ਕਿ ਵੈਰੀਫਾਈ ਕਰਨ ਵਾਸਤੇ ਕੋਈ ਚੀਜ਼ ਚਾਹੀਦੀ ਹੈ। ਤਸਦੀਕ ਕਿੱਦਾਂ ਕਰੋਗੇ? ਹੁਣ ਤੁਸੀਂ ਸਰਟੀਫਿਕੇਟ ਲੈ ਆਓ, ਅਗਲੇ ਪਤਾ ਕੀ ਕਹਿੰਦੇ ਆ, ਕਹਿੰਦੇ ਇਹ ਤੇ ਫੋਟੋ ਕਾਪੀ ਆ, ਸਾਨੂੰ ਪਤਾ ਹੈ। ਤੂੰ ਏਦਾਂ ਕਰੇ ਤਸਦੀਕ ਕਰਾ ਕੇ ਲਿਆ। ਉਹਦੇ ਲਈ ਫਿਰ ਕਚਹਿਰੀ ਜਾਣਾ ਪੈਂਦਾ, ਉੱਥੇ ਨੋਟਰੀ ਟੈਸਟ ਕਰਨ ਵਾਲਾ ਬੰਦਾ ਬੈਠਾ ਹੁੰਦਾ, ਨਿੱਜਰ ਸਾਹਿਬ ਸਟੈਂਪ ਮਾਰ ਦਿੰਦਾ ਨਾ। ਬਿਲਕੁਲ। ਕਈ ਵਾਰੀ ਨੋਟਰੀ ਟੈਸਟਿੰਗ ਵੀ ਚੱਲ ਜਾਂਦੀ ਹੈ, ਪਰ ਕਈ ਵਾਰੀ ਕਹਿੰਦੇ ਨੋਟਰੀ ਨਹੀਂ ਚੱਲਣੀ, ਤੂੰ ਮੈਜਿਸਟ੍ਰੇਟ ਤੋਂ ਕਰਾ ਕੇ ਲਿਆ। ਹੋਰ ਪਾਵਰਫੁਲ ਚਾਹੀਦਾ, ਸਾਨੂੰ ਯਕੀਨ ਆ ਜੇ ਕਿ ਜਿਹੜਾ ਤੇਰਾ ਮੈਸੇਜ ਤੂੰ ਟਾਈਪ ਕੀਤਾ ਜੈਨੂਅਨ ਡਾਕੂਮੈਂਟ ਹੈਗਾ। ਇਸੇ ਹੀ ਤਰ੍ਹਾਂ ਜੈਨੂਅਨ ਚੀਜ਼ ਦੀ ਪਹਿਚਾਣ ਕਰਨ ਦੇ ਲਈ ਸ਼ੁਰੂ ਤੋਂ ਆਪ ਜੀ ਨੂੰ ਦੱਸਿਆ ਗਿਆ ਹੈ ਪ੍ਰਤੱਖ ਪ੍ਰਮਾਣ। ਪ੍ਰਤੱਖ ਪ੍ਰਮਾਣ ਕੀ? ਸਾਡੇ ਸਾਹਮਣੇ ਅੱਗ ਲੱਗੀ ਆ, ਮੈਂ ਹੱਥ ਪਾਵਾਂਗਾ, ਹੱਥ ਮੇਰੇ ਨੂੰ ਸੇਕ ਲੱਗਣਾ ਵਾ, ਮੈਨੂੰ ਪਤਾ ਲੱਗ ਗਿਆ ਹੱਥ ਦੀ ਅੱਗ ਹੈਗੀ ਆ। ਉਸ ਤੋਂ ਬਾਅਦ ਹੈਗਾ ਵਾ ਅਨੁਮਾਨ। ਇਹ ਗ੍ਰੰਥਾਂ 'ਚ ਲਿਖੀਆਂ ਚੀਜ਼ਾਂ, ਉਹਨਾਂ ਨੂੰ ਪਤਾ ਹੈ ਕਿ ਕਨਫਿਊਜ਼ਨ ਬਹੁਤ ਹੈ। ਅਨੁਮਾਨ, ਉਹ ਫਿਰ ਕਹਿੰਦੇ ਆ ਕਿ ਅਨੁਮਾਨ ਹੈ, ਸਾਹਮਣੇ ਘੱਟਾ ਜਿਹਾ ਉੱਡਣ ਦਿਆ ਤੇ ਮੇਰੇ ਵਰਗਾ ਬੈਠਾ ਕਹਿ ਦਿੰਦਾ ਗ੍ਰੰਥਾਂ 'ਚ ਲਿਖਿਆ ਵਾ ਕਿ ਉੱਥੇ ਇੱਕ ਅੰਦਾਜ਼ੇ ਨਾਲ ਸਾਨੂੰ ਥੋੜਾ ਜਿਹਾ ਅੱਗ ਦਾ ਤੇ ਨਹੀਂ ਪਤਾ, ਪਰ ਇੰਨਾ ਪਤਾ ਕਿ ਧੂਏ 'ਚੋਂ ਧੂਆਂ ਹੈਗਾ ਤੇ ਅੱਗ ਹੈਗੀ ਆ। ਇਹਨੂੰ ਕਹਿੰਦੇ ਅਨੁਮਾਨ। ਪਤਾ ਨਹੀਂ ਆ ਪਰ ਅੰਦਾਜ਼ੇ ਨਾਲ ਕੁਝ ਚੀਜ਼ਾਂ ਮਿਲਦੀਆਂ ਜੁਲਦੀਆਂ ਨੇ ਤੇ ਉਹਦੇ ਨਾਲ ਇੱਕ ਅਨੁਮਾਨ ਹੋ ਗਿਆ, ਦੋ ਅਨੁਮਾਨ। ਤੀਜਾ ਹੈਗਾ ਸ਼ਬਦ ਪ੍ਰਮਾਣ। ਸ਼ਬਦ ਪ੍ਰਮਾਣ, ਹੁਣ ਧਰਤੀ ਘੁੰਮਦੀ ਆ, ਸਾਨੂੰ ਨਹੀਂ ਪਤਾ। ਪਤਾ ਤੁਹਾਨੂੰ? ਕਿਸੇ ਨੂੰ ਦੱਸੋ, ਕਿਸੇ ਨੂੰ ਨਹੀਂ ਪਤਾ, ਪਰ ਸਾਇੰਟਿਸਟਾਂ ਨੇ ਦੱਸਿਆ ਕਿ ਧਰਤੀ ਘੁੰਮਦੀ ਆ। ਤੇ ਫਿਰ ਅਸੀਂ ਕੀ ਕਰਦੇ ਹਾਂ? ਉਹਨਾਂ ਦੇ ਸ਼ਬਦਾਂ ਤੇ ਯਕੀਨ ਕਰ ਲੈਂਦੇ ਹਾਂ, ਪੜ੍ਹ ਲੈਂਦੇ ਹਾਂ ਕਾਲਜਾਂ 'ਚ ਜਾ ਕੇ ਧਰਤੀ ਘੁੰਮਦੀ ਆ ਤੇ ਧਰਤੀ ਘੁੰਮਦੀ ਆ। ਤੇ ਉਹ ਕੁਝ ਗੱਲਾਂ ਜਿਹੜੀਆਂ ਹੁਣ ਨੇਚਰ ਸਾਇੰਟਿਸਟਾਂ ਨੇ ਜਿਹੜੀਆਂ ਡਿਸਕਵਰ ਕੀਤੀਆਂ ਸਾਨੂੰ ਨਹੀਂ ਪਤਾ, ਪਰ ਉਹਨਾਂ ਸਾਇੰਟਿਸਟਾਂ ਨੇ ਕਿਹਾ ਵਾ ਕਿ ਅਸੀਂ ਉੱਥੇ ਗਏ ਹਾਂ ਚੰਦਰਮਾ ਤੇ, ਉੱਥੇ ਆਹ ਚੀਜ਼ਾਂ ਹੈਗੀਆਂ, ਆਹ ਚੀਜ਼ਾਂ ਨਹੀਂ ਹੈਗੀਆਂ। ਤੇ ਅਸੀਂ ਗਏ ਨਹੀਂ ਹੈਗੇ, ਪਰ ਅਸੀਂ ਉਹਨਾਂ ਦੇ ਸ਼ਬਦਾਂ ਦਾ ਪ੍ਰਮਾਣ ਲੈ ਲੈਂਦੇ ਹਾਂ ਕਿ ਉਹ ਜੋ ਕਹਿ ਰਹੇ ਆ ਸਹੀ ਹੈਗੇ, ਬੰਦੇ ਬੜੇ ਜੈਨੂਅਨ ਆ, ਝੂਠ ਨਹੀਂ ਬੋਲ ਰਹੇ। ਹੁਣ ਇੱਥੇ ਗੱਲ ਸ਼ਬਦ ਪ੍ਰਮਾਣ ਦੀ ਆ ਗਈ ਆ। ਇੱਥੇ ਆਪਾਂ ਨੂੰ ਗ੍ਰੰਥਾਂ ਦਾ ਸਹਾਰਾ ਲੈਣਾ ਪੈਣਾ, ਕਿਉਂਕਿ ਬੰਦਾ ਇੱਥੇ ਤੇ ਬੜੇ ਖਤਰਨਾਕ ਹੈਗੇ। ਉਹ ਕਿਤੇ ਝੂਠ ਨਾ ਮਾਰਦੇ ਹੁਣ, ਸਾਨੂੰ ਹਿਟਮੋਟਾਈਜ਼ ਕਰਕੇ ਉਲਟੀ ਕਹਾਣੀ ਆਪਣੇ ਸਵਾਰਥ ਨੂੰ ਪੂਰਾ ਕਰਨ ਦੇ ਲਈ ਕੋਈ ਚੀਜ਼ ਪੈਦਾ ਕਰ ਦਿੰਦੇ। ਹੁਣ ਇੱਥੇ ਫਿਰ ਇਹ ਰਵਿਦਾਸ ਜੀ ਨੇ ਕਿਹਾ ਹੈ ਸਮਝਾਵੇ ਕੋ। ਤੇ ਇੱਥੇ ਕਹਿਣ ਤੋਂ ਭਾਵ ਆ ਉਹਨਾਂ ਨੇ ਸਾਨੂੰ ਇਹ ਸਮਝਾਇਆ ਵਾ ਕਿ ਪਰਮਾਤਮਾ ਨੂੰ ਕਹਿ ਰਹੇ ਨੇ ਕਿ ਸਮਝਾਉਣ ਦਾ ਗਿਆਨ ਵੀ ਤੁਹਾਨੂੰ ਦਿੱਤਾ ਜਾਵੇ, ਕੋਈ ਸਮਝਾਵੇ। ਤੇ ਸਮਝਾਉਣ ਦਾ ਤਰੀਕਾ ਕੀ ਆ? ਗ੍ਰੰਥ। ਗ੍ਰੰਥ ਇੱਕ ਨਹੀਂ, ਇੱਥੇ ਸਾਰਿਆਂ ਦੀ ਬਾਣੀ ਕਹਿੰਦੇ ਆ 100 ਸਿਆਣਿਆਂ ਦੀ ਇੱਕੋ ਮੱਤ ਤੇ ਮੂਰਖਾਂ ਦੀ ਵੱਖੋ ਵੱਖ। ਹੁਣ ਜਿਹੜੇ ਮੂਰਖ ਆ ਉਹਨਾਂ ਨੇ ਫਿਰ ਕੀ ਕਰਨਾ? ਇੱਕ ਪਲੈਨਿੰਗ ਕਰਨੀ ਆ ਬੁੱਧੀ ਦੇ ਨਾਲ। ਉਹਨਾਂ ਨਰਕ ਸਵਰਗ ਬਣਾਉਣਾ ਵਾ, ਉੱਥੇ ਕੜਾਈਆਂ ਬਣਾਉਣਗੇ, ਉੱਥੇ ਅੱਗ ਬਣਾਉਣਗੇ, ਐਰਾ ਵਗੈਰਾ ਗੱਲਾਂ ਉਹਨਾਂ ਨੇ ਜੋੜ ਦੇਣੀਆਂ। ਕਿਉਂਕਿ ਮੂਰਖਾਂ ਦਾ 100 ਮੂਰਖ ਹੋਏ ਨਾ ਤੇ ਉਹਨਾਂ ਦੀ ਵੱਖੋ ਵੱਖ ਮੱਤ ਹੋ ਗਈ। ਤੇ ਗੁਰੂ ਗ੍ਰੰਥ ਜਿਹੜੇ ਸਿਆਣੇ ਹੈਗੇ ਆ, ਇਹਨਾਂ ਵੇਖੋ ਭਾਵੇਂ ਗੁਰੂ ਨਾਨਕ ਪਾਤਸ਼ਾਹ ਜੀ ਬੋਲਣ, ਭਾਵੇਂ ਰਵਿਦਾਸ ਜੀ ਬੋਲਣ, ਭਾਵੇਂ ਬੈਣੀ ਜੀ ਬੋਲਣ, ਭਾਵੇਂ ਗੁਰੂ ਰਾਮਦਾਸ ਜੀ, ਅਮਰਦਾਸ ਜੀ, ਅਰਜਨ ਦੇਵ ਜੀ, ਕੋਈ ਵੀ ਗੁਰੂ ਬੋਲਣ ਜਾਂ ਕੋਈ ਭੱਟ ਬੋਲਣ, ਇਹਨਾਂ ਦੀ ਇੱਕੋ ਹੀ ਗੱਲ ਦੇ ਉੱਤੇ ਬ੍ਰਹਮ ਦੇ ਨਾਲ ਇਹਨਾਂ ਦੀ ਟਾਈ ਅਪ ਰਹੂਗੀ। ਬ੍ਰਹਮ ਤੋਂ ਦੂਰ ਨਹੀਂ ਹੋਣਗੇ। ਇਹਨਾਂ ਦਾ ਜਿੰਨਾ ਵੀ ਇਸ਼ਾਰਾ ਹੋਊਗਾ ਨਿਰਾਕਾਰ ਦਾ ਹੋਊਗਾ, ਰੂਪ ਨਾ ਰੰਗ ਨਾ ਰੇਖ। ਉਹ ਤਿੰਨਾਂ ਤੋਂ ਵੱਖਰੀ ਗੱਲ ਕਰਨਗੇ। ਉਹਨਾਂ ਦਾ ਬੇਸਿਕ ਸਟਾਰਟ ਹੋਊਗਾ ਧਰਮ, ਧਰਮ ਤੋਂ ਗੱਲ ਸ਼ੁਰੂ ਕਰਨਗੇ,
ਉਸ ਤੋਂ ਬਾਅਦ ਫਿਰ ਵਿਰਾਗ ਪੈਦਾ ਹੋਊਗਾ। ਭਰਾ ਧਰਮ ਜ਼ਰੂਰੀ ਹੈ, ਸਭ ਤੋਂ ਪਹਿਲਾਂ ਧਰਮ ਚਾਹੀਦਾ। ਜਦ ਤੱਕ ਸਾਡੇ ਜੀਵਨ 'ਚ ਧਰਮ ਹੀ ਨਹੀਂ ਹੈਗਾ, ਹੁਣ ਮੰਨ ਲਓ ਕਿ ਮੈਂ ਧਾਰਮਿਕ ਹੀ ਨਹੀਂ ਹੈਗਾ। ਧਰਮ ਦਾ ਮਤਲਬ ਕਿ ਜੇ ਮੈਂ ਆਪਣੇ ਜੀਵਨ ਨੂੰ ਜਿੱਦਾਂ ਮੈਂ ਜਿਉਣਾ ਹੈ, ਮੈਂ ਆਪਣੀਆਂ ਡਿਊਟੀਆਂ ਨਹੀਂ ਨਿਭਾਉਣ ਦਿਆ, ਤੇ ਫਿਰ ਮੈਂ ਭਗਤੀ ਵੀ ਕਿੱਦਾਂ ਦੀ ਕਰੂੰਗਾ? ਉਹਦਾ ਤਾਂ ਮਤਲਬ ਇਹੋ ਹੀ ਹੈ ਨਾ, ਮੈਂ ਭਗਤੀ ਵੀ ਕਰ ਰਿਹਾ ਵਾਂ ਪਰ ਮੈਂ ਦੂਜੇ ਬੰਨੇ ਆਪਣਾ ਧਰਮ ਵੀ ਪੂਰਾ ਨਹੀਂ ਕਰ ਰਿਹਾ। ਜਿਹੜੀ ਮੇਰੀ ਡਿਊਟੀ ਆ, ਹੁਣ ਮੈਂ ਕਿਤੇ ਬੋਝ ਪਾਉਂਦੇ ਆ, ਤੇ ਉਹ ਵੀ ਸਹੀ ਚੀਜ਼ ਥੋੜੀ ਹੈਗੀ। ਹਾਂਜੀ ਨੇਜਾ ਸਾਹਿਬ, ਅੱਗੇ ਚੱਲੀਏ। ਅੱਗੇ ਗੌੜੀ, ਰਾਗ ਗੌੜੀ ਦੇ ਵਿੱਚ ਭਗਤਾਂ ਦੀ ਬਾਣੀ ਸ਼ੁਰੂ ਕਰਨ ਲੱਗੇ ਹਾਂ ਜੀ। ਇਹ ਆਪਾਂ ਨੇ ਜਿਹੜਾ ਹੈਗਾ ਪਹਿਲਾਂ ਜਿਹੜਾ ਹੈਗਾ ਸ੍ਰੀ ਰਾਗ ਉਹਦੀ ਲਈ ਸੀ ਭਗਤਾਂ ਦੀ ਬਾਣੀ। ਹੁਣ ਗੌੜੀ ਦੇ ਵਿੱਚ ਬਹੁਤ ਬਾਣੀ ਹੈ ਭਗਤਾਂ ਦੀ, ਅਤੇ 323 ਅੰਗ ਦੇ ਉੱਤੇ ਆਪਾਂ ਸ਼ੁਰੂ ਕਰਾਂਗੇ ਕਬੀਰ ਸਾਹਿਬ ਦੀ ਬਾਣੀ ਤੋਂ। ਰਾਗ ਗੌੜੀ ਭਗਤਾਂ ਕੀ ਬਾਣੀ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਗੌੜੀ ਗੁਆਰੇ ਦੀ ਸ੍ਰੀ ਕਬੀਰ ਜੀਓ ਕੇ ਚੌਪ ਦੇ 14। ਇਹ 4 ਪਦੇ ਹੈਗੇ, 4 ਸਟੈਂਜੇ ਹੈਗੇ, ਔਰ ਟੋਟਲ 14 ਹੈਗੇ। ਇਹਦੇ ਵਿੱਚ ਨਾ ਕੋਈ ਐਡ ਕਰ ਸਕਦਾ ਹੈ, ਨਾ ਕੋਈ ਸਬਟਰੈਕਟ ਕਰ ਸਕਦਾ ਹੈ। ਮਹਾਰਾਜ ਨੇ ਇਹਨੂੰ ਇੰਟਰਲੌਕਿੰਗ ਕਰਤੀ ਹੈ, ਸੀਲ ਕਰਤਾ ਬਾਣੀ ਨੂੰ, ਬਈ 14 ਉੱਪਰ ਲਿਖ ਦਿੱਤੇ। ਔਰ ਅੱਗੇ ਵੀ ਬਾਣੀ 1 2 3 ਨੰਬਰਿੰਗ ਪਾਈ ਹੋਈ ਹੈ। ਔਰ ਇਹਦੇ ਬੰਦ ਵੀ ਜਿਹੜੇ ਹੈਗੇ 1 2 ਕਿੰਨੇ ਬੰਦ ਹੈ, 4 ਬੰਦ ਹੈ, ਜਿੰਨੇ ਵੀ ਬੰਦ ਹੈ ਉਹਨਾਂ 'ਤੇ ਵੀ ਨੰਬਰਿੰਗ ਪਾਈ ਹੈ, ਵੀ ਕੋਈ ਇਹਨੂੰ ਜਿਹੜਾ ਹੈਗਾ ਇਹਨੂੰ ਇਸ ਬ੍ਰਹਮ ਗਿਆਨ ਨੂੰ ਜਿਹੜਾ ਡਾਇਲੂਟ ਨਾ ਕਰ ਸਕੇ, ਕਿਉਂਕਿ ਨਹੀਂ ਤਾਂ ਜਿਹੜੇ ਹੈਗੇ ਆ ਇਹਨਾਂ ਨੂੰ ਡਾਇਲੂਟ ਕਰਨ ਵਾਲੇ ਬਹੁਤ ਮਿਲ ਜਾਂਦੇ ਆ। ਅਬ ਮੋਹੇ ਜਲਤ ਰਾਮ ਜਲ ਪਾਇਆ। ਕਬੀਰ ਜੀ ਕਹਿੰਦੇ ਆ ਹੁਣ ਜਿਹੜੀ ਹੈ ਕਿਰਪਾ ਹੋ ਗਈ ਮੇਰੇ ਉੱਤੇ। ਜਲਤ ਰਾਮ ਕੀ ਹੋਇਆ ਭਾਈ? ਜਲਤ ਰਾਮ ਮਤਲਬ ਜਿਹੜਾ ਹੈਗਾ, ਮੈਂ ਪਹਿਲਾਂ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜ ਰਿਹਾ ਸੀਗਾ। ਮੈਂ ਤ੍ਰਿਸ਼ਨਾ ਦੀ ਅੱਗ ਦੇ ਪਦਾਰਥਾਂ ਦੀ ਅੱਗ ਮੇਰੀ ਬੁਝਦੀ ਨਹੀਂ ਸੀਗੀ। ਜਿੰਨਾ ਮੈਂ ਖਾਂਦਾ ਸੀਗਾ, ਜੀਭ ਜਿਹੜੀ ਆ ਦੇਖੋ ਆਪਾਂ ਆਪਣਾ ਉਲਟੀ ਆਉਣ ਨੂੰ ਹੋ ਜੂਗੀ, ਪਰ ਜਿਹੜਾ ਹੈਗਾ ਜੀਭ ਥੋੜ੍ਹੀ ਨਾ ਕਹਿੰਦੀ ਹੈ ਕਿ ਮੈਨੂੰ ਇਹ ਸਵਾਦ ਜਿਹੜਾ ਹੈਗਾ ਮੈਂ ਨਹੀਂ ਚਾਹੁੰਦੀ ਹਾਂ। ਔਰ ਜਿੰਨਾ ਮਰਜ਼ੀ ਜਿਹੜਾ ਖਿਲਾ ਦਿਓ ਇਹਨੂੰ, ਪੂਰਾ ਰਜਾ ਦਿਓ, ਦੂਜੇ ਦਿਨ ਕੀ ਆਪਾਂ ਜਿਹੜੇ ਹੈਗੇ ਸੈਟਿਸਫਾਈ ਹੋ ਜਾਵਾਂਗੇ, ਦੂਜੇ ਦਿਨ ਫਿਰ ਭੁੱਖ ਉਸ ਤਰ੍ਹਾਂ ਹੀ ਬਰਕਰਾਰ ਹੈਗੀ। ਕਹਿੰਦੇ ਅਬ ਮੋਹੇ ਜਲਤ ਰਾਮ ਜਲ ਪਾਇਆ। ਕਹਿੰਦੇ ਮੈਨੂੰ ਹੁਣ ਜਿਹੜਾ ਹੈਗਾ ਇਸ ਤ੍ਰਿਸ਼ਨਾ ਦੀ ਅੱਗ ਤੋਂ ਜਿਹੜਾ ਹੈਗਾ ਇਹਨੂੰ ਬੁਝਾਉਣ ਵਾਲਾ ਜਿਹੜਾ ਹੈਗਾ ਰਾਮ ਦਾ ਜਲ, ਅੰਮ੍ਰਿਤ ਦੀ ਬੂੰਦ ਮੈਨੂੰ ਮਿਲ ਗਈ ਹੈ। ਅਬ ਮੋਹੇ ਜਲਤ ਰਾਮ ਜਲ ਪਾਇਆ, ਰਾਮ ਉਦਕ ਤਨ ਜਲਤ ਬੁਝਾਇਆ। ਕਹਿੰਦੇ ਮੇਰਾ ਸਰੀਰ ਜਿਹੜਾ ਸੀ, ਮਨੁੱਖਾ ਸਰੀਰ ਮਿਲਿਆ ਸੀ ਮੈਨੂੰ, ਔਰ ਮੇਰੀ ਜਿਹੜੀ ਹੈਗੀ ਇਹ ਜੀਵਨ ਜਿਹੜਾ ਹੈਗਾ ਅਜਾਈ ਜਾ ਰਿਹਾ ਸੀਗਾ। ਅਤੇ ਹੁਣ ਜਿਹੜਾ ਹੈਗਾ ਜਦ ਇਹ ਰਾਮ ਦਾ ਜਲ ਮੈਨੂੰ ਉਦਕ ਕਹਿੰਦੇ ਆ, ਜਲ ਜਦ ਇਹ ਉਦਕ ਮੈਨੂੰ ਮਿਲ ਗਿਆ ਅਤੇ ਮੇਰੇ ਤਨ ਦੀ ਜਿਹੜੀ ਹੈਗੀ ਤ੍ਰਿਸ਼ਨਾ ਦੀ ਅੱਗ ਜਿਹੜੀ ਹੈਗੀ ਬੁਝ ਗਈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਇਹ ਠੰਡੇ ਹੋ ਗਏ। ਅਬ ਮੋਹੇ ਜਲਤ ਰਾਮ ਜਲ ਪਾਇਆ, ਰਾਮ ਉਦਕ ਤਨ ਜਲਤ ਬੁਝਾਇਆ ਰਹਾਓ। ਮਨ ਮਾਰਨ ਕਾਰਨ ਬਣ ਜਾਈਏ, ਸੋ ਜਲ ਬਿਨ ਭਗਵੰਤ ਨਾ ਪਾਈਏ। ਕਹਿੰਦੇ ਮਨ ਨੂੰ ਮਾਰਨ ਵਾਸਤੇ, ਕਿਉਂਕਿ ਮਨ ਜਿਹੜਾ ਹੈਗਾ ਕੰਟਰੋਲਰ ਹੈਗਾ ਆਪਣੀ ਬਾਡੀ ਦਾ, ਮਨ ਹੈਡ ਹੈਗਾ ਆਪਣੇ ਪੂਰੇ ਸਿਸਟਮ ਦਾ। ਜਿਹੜਾ ਮਨੁੱਖਾ ਸਰੀਰ ਮਿਲੀ ਆ, ਇਹਦਾ ਕੰਟਰੋਲ ਮਨ ਦੇ ਕੋਲ ਹੈ। ਔਰ ਮਨ ਜਿਹੜਾ ਹੈਗਾ ਇੱਕ ਛੋਟੇ ਬੱਚੇ ਵਾਂਗੂ ਹੈਗਾ। ਮਨ ਐਸਾ ਹੈ ਕਿ ਆ ਵੀ ਚਾਹੀਦਾ, ਥਰਡ ਕਲਾਸ ਚੀਜ਼ ਦੇ ਉੱਤੇ ਡਿੱਗੂਗਾ, ਕਹਿੰਦਾ ਚਾਹੀਦਾ ਹੀ ਹੈ। ਫਿਰ ਮਨ ਦੇ ਅੱਗੇ ਮਨ ਦੇ ਕੋਲ ਜਿਹੜਾ ਹੈਗਾ ਫਿਰ ਗਿਆਨ ਇੰਦਰੀਆਂ ਹੈਗੀਆਂ, ਕਰਮ ਇੰਦਰੀਆਂ ਹੈਗੀਆਂ, ਆ ਸਰੀਰ ਪੂਰਾ ਮਨ ਦੇ ਕੰਟਰੋਲ 'ਚ ਹੈ। ਫਿਰ ਆ ਮਨ ਜੋ ਕਹਿੰਦਾ ਹੈ ਆਪਾਂ ਚੱਲ ਪੈਂਦੇ ਉਸ ਪਾਸੇ, ਸਾਰਾ ਉਹ ਚੀਜ਼ ਲੈਣ ਦੀ ਕੋਸ਼ਿਸ਼ ਕਰ। ਔਰ ਮਨ ਐਸਾ ਇਹਦਾ ਨੇਚਰ ਹੈਗਾ ਕਿ ਇਹਨੇ ਇੱਕ ਚੀਜ਼ 'ਤੇ ਸੈਟਿਸਫਾਈ ਹੋਣਾ ਹੀ ਨਹੀਂ ਹੈ। ਜਿਹੜੀ ਮਰਜ਼ੀ ਚੀਜ਼ ਇਹਨੂੰ ਉਹਨੇ ਉਹ ਖਿਡੌਣਾ ਲਿਆ, ਥੋੜ੍ਹੀ ਦੇਰ ਖੇਡਿਆ, ਉਸ ਤੋਂ ਬਾਅਦ ਫਿਰ ਬਸ ਅੱਗੇ ਨੈਕਸਟ ਚੰਚਲ ਹੈਗਾ। ਉਹ ਚੀਜ਼ ਦੇ ਨਾਲ ਕੋਈ ਵੀ ਚੀਜ਼ ਲਊਗਾ, ਬਸ ਉਸ ਨੂੰ ਸੈੱਟ ਅਸਾਈਡ ਕਰਕੇ, ਔਰ ਬਾਕੀ ਫਿਰ ਨੈਕਸਟ ਫਿਰ ਜਿਹੜਾ ਫਿਰ ਭੁੱਖਾ ਦਾ ਭੁੱਖਾ ਹੀ, ਫਿਰ ਉਸੇ ਤਰੀਕੇ ਦੇ ਨਾਲ ਇਹਦੀ ਡਿਮਾਂਡ ਸ਼ੁਰੂ ਹੋ ਜਾਂਦੀ ਹੈ। ਅਬ ਮੋਹੇ ਜਲਤ ਰਾਮ ਜਲ ਪਾਇਆ, ਰਾਮ ਉਦਕ ਤਨ ਜਲਤ ਬੁਝਾਇਆ। ਰਾਮ ਦੇ ਉਦਕ ਨੇ, ਉਸ ਜਲ ਨੇ, ਅੰਮ੍ਰਿਤ ਨੇ ਮੇਰੀ ਜਲਨ ਜਿਹੜੀ ਹੈਗੀ ਬੁਝਾ ਦਿੱਤੀ। ਰਹਾਓ ਮਨ ਮਾਰਨ ਕਾਰਨ ਬਣ ਜਾਈਏ। ਕਹਿੰਦੇ ਮਨ ਨੂੰ ਮਾਰਨ ਵਾਸਤੇ, ਮਨ ਨੂੰ ਕੰਟਰੋਲ ਕਰਨ ਵਾਸਤੇ ਤਾਂ ਵਨ 'ਚ ਜਾ ਕੇ ਭਗਤੀ ਕਰਨੀ ਹੈ ਆਪਾਂ ਨੇ, ਇਹਦੇ ਵਨ 'ਚ ਜਾਣਾ ਪੈਂਦਾ ਹੈ। ਕਹਿੰਦੇ ਸੋ ਜਲ ਬਿਨ ਭਗਵੰਤ ਨਾ ਪਾਈਏ। ਕਹਿੰਦੇ ਮਾਲਕ ਪਰਮਾਤਮਾ ਨੇ ਦੇਣਾ ਹੈ ਪਾਏ, ਮਾਲਕ ਪਰਮਾਤਮਾ ਦੇ ਕੋਲੋਂ ਮੰਗ, ਔਰ ਘਰ ਦੇ ਅੰਦਰ ਹੀ ਬੈਠ ਕੇ ਜਿਹੜਾ ਹੈਗਾ ਡਿਮਾਂਡ ਕਰ ਮਾਲਕ ਦੀ। ਮਾਲਕ
ਤੇਰੀ ਜੈਨੂਇਨ ਡਿਮਾਂਡ ਹੋਏਗੀ, ਮਾਲਕ ਆਟੋਮੈਟਿਕਲੀ ਗਿਆਨ ਦੇਗਾ ਔਰ ਤੈਨੂੰ ਜਿਹੜਾ ਹੈਗਾ ਉਹ ਜਲ ਦੇ ਦੇਗਾ ਮਾਲਕ ਪਰਮਾਤਮਾ। ਜੇ ਪਾਵਕ ਸੁਰ ਨਰ ਹੈ ਜਾਰੇ, ਰਾਮ ਉਦਕ ਜਨ ਜਲ ਤੁਬਾਰੇ। ਕਹਿੰਦੇ ਜਿਹੜੀ ਤ੍ਰਿਸ਼ਨਾ ਦੀ ਅੱਗ, ਹੁਣ ਇਹ ਜਿਹੜੀ ਤ੍ਰਿਸ਼ਨਾ ਜਿਹੜੀ ਹੈਗੀ, ਸੁਰ ਕਹਿੰਦੇ ਦੇਵਤੇ ਵੀ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਗ੍ਰਸਿਤ ਹੈਗੇ ਆ। ਦੇਵਤੇ ਵੀ ਜਿਹੜੇ ਹੈਗੇ ਉਹ ਇਸ ਤੋਂ ਪਰੇ ਨਹੀਂ ਹੈਗੇ। ਉਹਨਾਂ ਦੇ ਅੰਦਰ ਦੇਖ ਲਓ ਕਿੰਨੇ ਦੇਵਤੇ ਜਿਹੜੇ ਹੈਗੇ, ਕਿੰਨਾ ਉਹਨਾਂ ਦੇ ਅੰਦਰ ਕ੍ਰੋਧ ਹੁੰਦਾ ਸੀਗਾ ਔਰ ਕਿੰਨਾ ਸ਼ਰਾਪ ਦੇ ਦਿੰਦੇ ਸੀਗੇ। ਉਹ ਕ੍ਰੋਧ ਸਾਰੀ ਚੀਜ਼ ਉਹਨਾਂ ਦੇ ਦੇਵਤਿਆਂ ਦੇ ਅੰਦਰ ਪਈ ਹੋਈ ਹੈ। ਇੰਦਰ ਦੀ ਕਹਾਣੀ ਦੇਖ ਲਓ, ਗੌਤਮ ਅਹਿਲਿਆ ਦੀ ਕਹਾਣੀ ਦੇਖ ਲਓ, ਇਹ ਸਾਰੀ ਜਿਹੜੀ ਹੈਗੀ ਉਹਨਾਂ ਦੀ ਬ੍ਰਹਮਾ ਨੂੰ ਦੇਖ ਲਓ, ਸਭ ਤੋਂ ਵੱਡਾ ਬ੍ਰਹਮਾ ਹੈਗਾ ਜਿਹੜਾ। ਤੇ ਕਹਿੰਦੇ ਜਿਹ ਪਾਵਕ ਸੁਰ ਨਰ ਹੈ ਜਾਰੇ, ਕਹਿੰਦੇ ਜਿਸ ਤ੍ਰਿਸ਼ਨਾ ਦੀ ਅੱਗ ਨੇ ਦੇਵਤੇ ਮਨੁੱਖ ਸਾਰਿਆਂ ਦਾ ਜੀਵਨ ਸਾੜ ਦਿੱਤਾ। ਸਾਰਿਆਂ ਨੂੰ ਜਿਹੜਾ ਹੈਗਾ ਇਹ ਮਾਲਕ ਵੱਲ ਨੂੰ ਜਿਹੜਾ ਹੈਗਾ, ਇਹ ਮਾਇਆ ਨੇ ਕੀ ਕਰਨਾ ਹੈ, ਇਸ ਅੱਗ ਨੇ ਕੀ ਕਰਨਾ ਹੈ ਵੀ ਬੰਦੇ ਨੂੰ ਜਿਹੜਾ ਹੈਗਾ ਪਰਮਾਤਮਾ ਵੱਲ ਨੂੰ ਜਾਣੋਂ ਰੋਕਣਾ ਹੈ। ਮਾਲਕ ਨੂੰ ਜਿਹੜਾ ਹੈ ਇੱਕ ਦੋ ਚੀਜ਼ ਆਹੀ ਜਿਹੜੀ ਜਿਸ ਚੀਜ਼ ਨੇ ਮਾਲਕ ਵੱਲ ਨੂੰ ਜਾਣੋਂ ਰੋਕਣਾ ਹੈ, ਇਹਨੂੰ ਮਾਇਆ ਕਹਿੰਦੇ ਆ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈਗੇ, ਇਹਦੇ ਕੰਟਰੋਲ 'ਚ ਇਹਨੂੰ ਕਾਲ ਕਹਿੰਦੇ ਆ। ਕਾਲ ਕਿਉਂ? ਇਹਨੇ ਖਾ ਜਾਣਾ ਹੈ ਆਪਣਾ ਜਿਹੜਾ ਹੈਗਾ, ਆਪਣੀ ਮਨੁੱਖੀ ਜੂਨ ਮਿਲੀ ਹੈ, ਆਪਣੇ ਸਵਾਸ ਆਪਣੀ ਉਮਰ ਖਤਮ ਕਰ ਦੇਣੀ ਹੈ। ਇਸ ਨੂੰ ਜਿਹੜਾ ਹੈਗਾ ਆਪਾਂ ਨੇ ਰੋਕਣਾ ਹੈਗਾ ਔਰ ਇਹ ਰੁਕੂਗੀ ਭਗਤੀ ਦੇ ਨਾਲ। ਔਰ ਜਦ ਅੰਮ੍ਰਿਤ ਜਲ ਆ ਗਿਆ ਤੇ ਉਹ ਜਿਹੜੀ ਤ੍ਰਿਸ਼ਨਾ ਜਿਹੜੀ ਰੁਕ ਜਾਣੀ ਹੈ ਔਰ ਬੁੱਝ ਜਾਣੀ ਹੈ। ਜੇ ਪਾਵਕ ਸੁਰ ਨਰ ਹੈ ਜਾਰੇ, ਰਾਮ ਉਦਕ ਜਨ ਜਲ ਤੁਬਾਰੇ। ਕਹਿੰਦੇ ਰਾਮ ਦੇ ਉਦਕ ਦੇ ਨਾਲ, ਪਰਮੇਸ਼ਰ ਅੰਮ੍ਰਿਤ ਜਲ ਦੇ ਨਾਲ ਤੇਰੇ ਅਭਿਆਸੀ, ਤੇਰੇ ਜਨ ਜਿਹੜੇ ਹੈਗੇ ਉਸ ਅੱਗ ਤੋਂ ਸੜਨ ਤੋਂ ਬਚਾ ਲਿਆ ਤੂੰ ਉਹਨਾਂ ਨੂੰ। ਆ ਹੈਗਾ। ਹਾਂਜੀ ਗੋਰਖੀ ਸਾਹਿਬ। ਨਿੱਜਰ ਸਾਹਿਬ ਕਿੰਨੇ ਅੰਗ ਤੇ ਹੈਗੀ ਇਹ ਜਿਹੜੀ ਹੈਗੀ ਆ 323 ਅੰਗ ਦੇ ਉੱਤੇ 323। ਅਬ ਮੋਹੇ ਜਲਤ ਰਾਮ ਜਲ ਪਾਇਆ। ਹਾਂਜੀ ਇੱਕ ਸੈਕਿੰਡ। ਭਗਤਾਂ ਦੀ ਬਾਣੀ ਲਿਖਿਆ, ਰਾਗ ਗੌੜੀ ਭਗਤਾਂ ਕੀ ਬਾਣੀ। ਹਾਂਜੀ ਠੀਕ ਹੈ ਜੀ। ਹਾਂਜੀ ਪਹਿਲਾਂ ਹਾਂਜੀ ਗੌੜੀ, ਹਾਂ ਠੀਕ ਹੈ। ਅਬ ਮੋਹੇ ਜਲਤ ਰਾਮ ਜਲ ਪਾਇਆ। ਹਾਂ, ਰਾਮ ਉਦਕ ਤਨ ਜਲਤ ਬੁਝਾਇਆ। ਕਹਿੰਦੇ ਮੇਰਾ ਤਨ ਸੜ ਰਿਹਾ ਸੀਗਾ, ਮੇਰੇ ਤ੍ਰਿਸ਼ਨਾ ਇੰਨੀ ਅੱਗ ਲੱਗੀ ਹੋਈ ਸੀ ਕਿ ਮੇਰਾ ਜਿਹੜਾ ਹੈਗਾ ਮੇਰੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਸਾਰੀਆਂ ਇਸੇ ਪਾਸੇ ਲੱਗੀਆਂ ਸੀ। ਪ੍ਰਾਣ ਸ਼ਕਤੀ ਸਾਰੀ ਦੀ ਸਾਰੀ ਜਿਹੜੀ ਹੈਗੀ ਇਹ ਵਿਸ਼ੇ ਵਿਕਾਰਾਂ ਦੇ ਵਿੱਚ ਜਿਹੜੀ ਹੈਗੀ ਆ, ਇਹ ਮਨ ਦੇ ਤਨ ਦੀ ਪੂਰਤੀ ਵਾਸਤੇ ਹੀ ਸਾਰੀ ਜਿਹੜੀ ਹੈਗੀ ਗਤੀ ਕਰੀ ਜਾਂਦੇ ਸੀ। ਆਪਾਂ ਸਰੀਰ ਦੀ ਪੂਰਤੀ ਕਰਦੇ ਹਾਂ, ਹੋਰ ਕੀ ਕਰਦੇ ਹਾਂ? ਇਸ ਤੋਂ ਵੱਧ ਤਾਂ ਨਹੀਂ ਕੁਛ ਕਰਦੇ ਆਪਾਂ। ਮਨ ਦਾ ਤਾਂ ਕੋਈ ਆਪਾਂ ਨੂੰ, ਜਿਹੜੀ ਆਤਮਾ ਦੀ ਤਾਂ ਕੋਈ ਆਪਾਂ ਨੂੰ ਕੋਈ ਖੁਰਾਕ ਹੀ ਨਹੀਂ ਆਪਣੇ ਕੋਲ। ਕਹਿੰਦੇ ਆਪ ਮੋਹੇ ਜਲਤ ਰਾਮ ਜਲ ਪਾਇਆ, ਰਾਮ ਉਦਕ ਤਨ ਜਲਤ ਬੁਝਾਇਆ। ਉਸ ਰਾਮ ਦੇ ਉਦਕ ਨੇ ਨਾਲ, ਅੰਮ੍ਰਿਤ ਦੀ ਬੂੰਦ ਦੇ ਨਾਲ, ਅੰਮ੍ਰਿਤ ਜਲ ਦੇ ਨਾਲ ਮੇਰੇ ਜਿਹੜੇ ਹੈਗੇ ਆ ਇਹ ਗਿਆਨ ਇੰਦਰੀਆਂ ਜਿਹੜੀਆਂ, ਕਰਮ ਇੰਦਰੀਆਂ ਜਿਹੜੀਆਂ ਹੈਗੀਆਂ, ਇਹ ਵੀ ਜਿਹੜੀਆਂ ਹੈਗੀਆਂ ਭਗਤੀ ਵੱਲ ਨੂੰ ਟਿਊਨ ਹੋ ਗਈਆਂ ਔਰ ਮੇਰੇ ਤਨ ਦੀ ਜਿਹੜੀ ਹੈਗੀ ਅਗਨ ਜਿਹੜੀ ਹੈਗੀ ਬੁਝ ਗਈ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਇੱਥੇ ਬਾਣੀ ਆਪਾਂ ਨੂੰ ਇਹ ਸਮਝਾ ਰਹੀ ਆ ਕਿ ਅਬ ਮੋਹੇ ਜਲਤ ਰਾਮ ਜਲ ਪਾਇਆ। ਪਾਇਆ ਅਬ ਮਤਲਬ ਕਿ ਕਾਫੀ ਭਾਲ ਕਰ ਲਈ ਉਹਨਾਂ ਨੇ। ਬਿਲਕੁਲ ਭਾਲ ਕਰ ਲਈ, ਬਿਲਕੁਲ ਸਹੀ ਗੱਲ ਹੈ। ਫਿਰ ਇੱਕ ਦਿਨ ਉਹਨਾਂ ਨੂੰ ਉਹ ਚੀਜ਼ ਮਿਲੀ, ਫਿਰ ਉਹਨਾਂ ਨੂੰ ਮਿਲੀ ਤੇ ਕੀ ਪ੍ਰਮਾਣ ਹੋਇਆ? ਉਹ ਕਹਿੰਦੇ ਹੁਣ ਮੈਨੂੰ ਮਿਲ ਗਈ ਹੈ। ਤੇ ਮਿਲ ਗਈ ਤੇ ਕੀ ਹੋਇਆ? ਕਹਿੰਦੇ ਫਿਰ ਰਾਮ ਕੀ ਉਦਕ ਤਨ ਮੇਂ ਬੁਝਾਇਆ। ਤਨ ਜਲਤ ਬੁਝਾਇਆ, ਰਾਮ ਉਦਕ ਤਨ ਜਲਤ ਬੁਝਾਇਆ। ਤੇ ਉਹ ਜਿਹੜਾ ਮੈਨੂੰ ਮਿਲਿਆ ਉਹਨੇ ਕੀ ਕੀਤਾ ਕਿ ਮੇਰਾ ਅੰਤਰਾ ਠੰਡਾ ਕਰਤਾ। ਕਹਿਣ ਤੋਂ ਭਾਵ ਕਿ ਮੇਰੇ ਅੰਦਰ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਰੂਪੀ ਜੋ ਵੀ ਸੀ ਜਾਂ ਰਾਗ ਸੀ, ਦਵੈਸ ਸੀ, ਇੱਕ ਅੰਦਰ ਸਾਡੇ ਅੰਦਰ ਅਗਨ ਆ ਜਿਹੜੀਆਂ ਤੁਸੀਂ ਦੇਖੋਗੇ ਨਾ ਤੁਹਾਡੇ ਅੰਦਰ ਕੋਈ ਨਾ ਕੋਈ ਤੇ ਚਿੱਤ ਚ ਤੁਰਿਆ ਫਿਰਦਾ। ਬਿਲਕੁਲ ਤੁਰਿਆ ਫਿਰਦਾ। ਔਰ ਤੇ ਤੁਸੀਂ ਉੱਪਰ ਵਿੱਚ ਹੁਣ ਮੇਰਾ ਇੱਥੇ ਚਿੱਤ ਚ ਮੰਨ ਲਓ ਅਸ਼ਾਂਤ ਆ, ਭਾਵੇਂ ਮੈਂ ਏਸੀ ਵਾਲੇ ਕਮਰੇ ਚ ਬੈਠਾ, ਬੈੱਡ ਤੇ ਬੈਠਾ, ਮੈਨੂੰ ਨੀਂਦ ਹੀ ਨਹੀਂ ਆਉਣੀ। ਬਿਲਕੁਲ ਉਹ ਮੈਨੂੰ ਚੰਗਾ ਥੋੜੀ ਲੱਗਣਾ। ਤੁਸੀਂ ਕਿਸੇ ਚੰਗੀ ਚੀਜ਼ ਚ ਬਹਿ ਕੇ ਵੇਖ ਲਓ, ਉਹ ਜੇ ਤੁਹਾਡਾ ਮਨ ਹੀ ਸ਼ਾਂਤ ਨਹੀਂ ਹੈਗਾ ਤੇ ਉਹ ਤੁਹਾਨੂੰ ਚੀਜ਼ ਚੰਗੀ ਨਹੀਂ ਲੱਗਣੀ। ਭਾਵੇਂ ਖਾਣਾ ਕਿੱਡਾ ਵਧੀਆ, ਕਿੱਡਾ ਸਵਾਦਿਸ਼ਟ ਖਾਣਾ ਹੈ, 5 ਸਟਾਰ ਹੋਟਲ ਚ ਤੁਸੀਂ ਬੈਠੇ ਜੋ, ਬੜੇ ਵਧੀਆ ਪਕਵਾਨ ਨੇ, ਤੁਹਾਡਾ ਮਨ ਹੀ ਸ਼ਾਂਤ ਨਹੀਂ ਹੈਗਾ, ਤੁਹਾਨੂੰ ਚੰਗੇ ਥੋੜੀ ਲੱਗਣੇ, ਲੰਘਣੇ ਨਹੀਂ। ਤੁਸੀਂ ਅਸ਼ਾਂਤ ਬੈਠੇ ਜੋ, ਤੁਹਾਡੇ ਭੈਣ ਭਰਾ ਦਾ ਫੋਨ ਆ ਗਿਆ ਤੇ ਤੁਸੀਂ ਕਹਿਣਾ ਏਦਾਂ ਕਰੋ ਮੈਨੂੰ ਨਾ ਬਾਅਦ ਚ ਫੋਨ ਕਰੇ,
ਉਹਨੇ ਕਹਿਣਾ ਕੀ ਗੱਲ ਹੋਈ, ਗੱਲ ਕਰ ਲਾ। ਨਹੀਂ ਕਹਿਣਾ ਮੇਰੇ ਨਾ ਮੇਰਾ ਮੂਡ ਠੀਕ ਨਹੀਂ ਹੈਗਾ, ਮਨ ਨਹੀਂ ਠੀਕ ਮੇਰਾ। ਮਨ ਦੇ ਅੰਦਰ ਜਦੋਂ ਅਸ਼ਾਂਤੀ ਆ ਤੇ ਕੁਛ ਵੀ ਨਹੀਂ ਚੰਗਾ ਲੱਗਣਾ। ਹੁਣ ਕਹਿੰਦੇ ਨੇ ਕਿ ਅਬ ਦਾ ਮਤਲਬ ਕਿ ਮੈਂ ਕਾਫੀ ਸਮੇਂ ਤੋਂ ਟਰਾਈ ਕਰ ਰਿਹਾ ਸੀ ਪਰ ਉਹ ਚੀਜ਼ ਮੈਨੂੰ ਪ੍ਰਾਪਤ ਨਹੀਂ ਸੀ, ਪਰ ਹੁਣ ਮੈਨੂੰ ਉਹ ਜਲ ਮਿਲ ਗਿਆ। ਕਹਿਣ ਤੋਂ ਭਾਵ ਜਲ ਨਹੀਂ, ਅੰਮ੍ਰਿਤ ਮਿਲ ਗਿਆ। ਉਹ ਅੰਮ੍ਰਿਤ ਨੇ ਕੀ ਕੀਤਾ ਕਿ ਮੇਰੇ ਅੰਦਰ ਤਨ ਦੇ ਅੰਦਰ ਜਲਤ ਬੁਝਾਇਆ ਕਿ ਉਹ ਮੇਰੇ ਅੰਦਰ ਜਿਹੜੀਆਂ ਅਗਨ ਸੀ, ਤ੍ਰਿਸ਼ਨਾਵਾਂ, ਇਛਾਵਾਂ ਜੋ ਵੀ ਸੀ ਉਹ ਸ਼ਾਂਤ ਹੋ ਗਈਆਂ ਜਾਂ ਸ਼ਾਂਤ ਹੋਣ ਲੱਗ ਪਈਆਂ। ਹਾਂਜੀ ਨਿੱਜਰ ਸਾਹਿਬ ਅਗਲੀ। ਹਾਂਜੀ, ਇਹ ਰਹਾਉ ਦੀ ਪੰਕਤੀ ਹੈਗੀ, ਮਨ ਮਾਰਨ ਕਾਰਨ ਬਣ ਜਾਈਏ। ਉੱਥੇ ਵੀ ਸੀਗਾ ਵੀ ਮਨ ਨੂੰ ਮਾਰਨਾ ਹੈ ਆਪਾਂ ਨੇ, ਹੁਣ ਇੱਥੇ ਵੀ ਕਹਿ ਰਹੇ ਕਿ ਮਨ ਮਾਰਨ ਕਾਰਨ ਬਣ ਜਾਈਏ। ਕਹਿੰਦੇ ਬਨ 'ਚ ਜਾਣਾ ਪੈਂਦਾ ਮਨ ਨੂੰ ਮਾਰਨ ਵਾਸਤੇ। ਤੇ ਦੇਖ ਲਓ ਕਬੀਰ ਜੀ ਵੀ ਇਹੀ ਗੱਲ ਕਹਿ ਰਹੇ ਆ, ਮਨ ਮਾਰਨ ਕਾਰਨ ਬਣ ਜਾਈਏ। ਕਹਿੰਦੇ ਬਨ 'ਚ ਜਾਣਾ ਪੈਂਦਾ ਵੀ ਅਟੰਕ ਜਾ ਕੇ ਉੱਥੇ ਭਗਤੀ ਕਰਾਂਗੇ ਤੇ ਮੇਰਾ ਮਨ ਕੰਟਰੋਲ 'ਚ ਆ ਜਾਏਗਾ। ਸੋ ਜਲ ਬਿਨ ਭਗਵੰਤ ਨਾ ਪਾਈਏ। ਕਹਿੰਦੇ ਉਹ ਜਲ ਜਿਹੜਾ ਹੈ ਮਨ ਨੂੰ ਮਾਰਨ ਵਾਲਾ ਜਲ ਜਿਹੜਾ ਹੈ ਅੰਮ੍ਰਿਤ ਜਲ ਕਹਿੰਦੇ ਆ, ਪਰਮਾਤਮਾ ਦੀ ਭਗਤੀ ਤੋਂ ਬਗੈਰ ਨਹੀਂ ਮਿਲ ਸਕਦਾ। ਸੋ ਜਲ ਬਿਨ ਭਗਵੰਤ ਨਾ ਪਾਈਏ। ਜਿਹ ਪਾਵਕ ਸੁਰਨਰ ਹੈ ਜਾਰੇ, ਰਾਮ ਉਦਕ ਜਨ ਜਲ ਤੋਂ ਬਾਰੇ। ਜਿਸ ਅੱਗ ਨੇ ਦੇਵਤੇ ਮਨੁੱਖ ਜਿਹੜੇ ਸਾਰਿਆਂ ਦੇ ਜੀਵਨ ਨਸ਼ਟ ਕਰ ਦਿੱਤੇ, ਰਾਮ ਉਦਕ ਜਨ ਜਲ ਤੋਂ ਬਾਰੇ। ਉਸ ਰਾਮ ਦੇ ਉਦਕ ਨੇ ਉਹ ਜਨ ਜਿਹੜੇ ਹੈਗੇ ਉਸ ਅੱਗ ਤੋਂ ਉਬਾਰ ਦਿੱਤੇ। ਰਾਮ ਉਦਕ ਜਨ ਜਲ ਤੋਂ ਬਾਰੇ। ਉਸ ਅੰਮ੍ਰਿਤ ਨੇ ਜਿਹੜੇ ਹੈਗੇ ਜਨ ਜਿਹੜੇ ਭਗਤੀ ਕਰਨ ਵਾਲੇ ਹੈਗੇ ਆ ਉਹਨਾਂ ਨੂੰ ਬਚਾ ਲਿਆ। ਹਾਂਜੀ ਗੁਰੂ ਸਾਹਿਬ, ਮਨ ਮਾਰਨ ਕਾਰਨ ਬਣ ਜਾਈਏ। ਹੁਣ ਕਹਿੰਦੇ ਮਨ ਨੂੰ ਮਾਰਨ ਵਾਸਤੇ ਪਹਿਲਾਂ ਜ਼ਮਾਨਿਆਂ ਦੇ ਵਿੱਚ ਲੋਕੀ ਕਰਦੇ ਜੰਗਲ 'ਚ ਚਲ ਜਾਂਦੇ। ਉਹ ਜੰਗਲ 'ਚ ਜਾਣ ਦਾ ਕਾਰਨ ਇਹੋ ਹੀ ਸੀ, ਉਹ ਚਾਹੁੰਦੇ ਸੀ ਕਿ ਮਨ ਐਟਲੀਸਟ ਥੋੜਾ ਪ੍ਰਗਟ ਹੋ ਜੇ। ਤੇ ਉਹ ਟੈਕਨੀਕਸ ਹੈਗੀਆਂ ਨੇ। ਹੁਣ ਤੁਸੀਂ ਇੱਥੇ ਸੰਗਤ, ਹੁਣ ਘਰੇ ਬੈਠੇ ਆਪਾਂ ਤੇ ਉਹ ਇੱਕ ਥੋੜਾ ਜਿਹਾ ਹੁਣ ਇੱਥੇ ਸਾਰਾ ਬੜਾ ਕੁਛ ਹੈਗਾ ਹੈ ਤੇ ਆਮ ਏਦਾਂ ਦਾ ਹੁੰਦਾ ਸੀ ਵਿਚਾਰ ਕਿ ਜੰਗਲਾਂ 'ਚ ਚੱਲ ਜਾਓ, ਕਮ ਸੇ ਕਮ ਇਹ ਸੰਸਾਰ ਤੇ ਨਹੀਂ ਹੈਗਾ, ਉੱਥੇ ਥੋੜਾ ਮਨ ਜਿਹੜਾ ਥੋੜਾ ਪ੍ਰਗਟ ਹੋ ਜੇ। ਤੇ ਚਲੋ ਉਹ ਇੱਕ ਤਰੀਕਾ ਸੀ, ਉਹਨਾਂ ਦੀ ਟੈਕਨੀਕ ਸੀ, ਆਪਾਂ ਕਿਹਨੂੰ ਗਲਤ ਕੀ ਕਹਿਣਾ। ਪਰ ਉਹ ਕਹਿੰਦੇ ਕਿ ਮਨ ਮਾਰਨ ਕਾਰਨ ਬਣ ਜਾਈਏ, ਕਿ ਮਤਲਬ ਮਨ ਨੂੰ ਮਾਰਨ ਵਾਸਤੇ ਉਹੀ ਜੰਗਲਾਂ 'ਚ ਜਾਂਦੇ ਸੀ। ਏਕਾਂਤ ਜਾਂਦੇ ਸੀ, ਏਕਾਂਤ ਕਹਿ ਲਓ, ਇਕਾਂਤ ਕਹਿ ਲਓ। ਹੁਣ ਆਪਾਂ ਸੰਗਤ ਕਰਦੇ ਹਾਂ, ਭਗਤੀ ਕਰਦੇ ਹਾਂ, ਆਪਾਂ ਵੀ ਕੀ ਕਰਦੇ ਹਾਂ, ਆਪਾਂ ਉਹੀ ਕੁਝ ਤੇ ਕਰ ਰਹੇ ਹਾਂ। ਪਰ ਆਪਾਂ ਜੰਗਲ ਤੇ ਜਾ ਨਹੀਂ ਸਕਦੇ। ਹੁਣ ਮੇਰੇ ਇੱਥੇ ਕਿ ਜੰਗਲ ਕਿੱਥੇ ਹੈਗਾ, ਉੱਥੇ ਜੰਗਲ ਜਾਓਗੇ ਤੇ ਮੱਛਰ ਹੀ ਬੜੇ ਬੜੇ ਮੋਟੇ ਨਾਲ ਡੰਗ ਮਾਰ ਕੇ ਸਾਨੂੰ ਲਾਲ ਪੀਲੇ ਕਰ ਦੇਣਾ। ਜਦੋਂ ਚੰਗਾ ਘਰੇ ਰਹਿ ਕੇ ਭਗਤੀ ਕਰੀਏ। ਇਹ ਸਹੀ ਗੱਲ ਆ। ਪੁਰਾਣੇ ਜ਼ਮਾਨਿਆਂ 'ਚ ਲੋਕੀ ਧੂਣੀਆਂ ਦਿਖਾਉਂਦੇ ਸੀ। ਧੂਣੀ ਦਿਖਾਉਣ ਦਾ ਮਤਲਬ ਇਹ ਵੀ ਸੀ ਮੱਛਰ ਦੂਰ ਰਹਿਣ। ਆੜੀ ਸਵਾਹ ਵੀ ਮਲਦੇ ਸੀ। ਸਵਾਹ ਵੀ ਕਾਈਂਡ ਆਫ ਇਹ ਸਮਝ ਲਓ ਕਿ ਬੋਡੀ ਤੇ ਇੱਕ ਲੇਪ ਚੜਾ ਲੈਂਦੇ ਸੀ ਲੋਕ। ਬਿਲਕੁਲ। ਚਲੋ ਆਪਾਂ ਗਲਤ ਸੋਚੀਏ ਸਵਾਹ। ਹੁਣ ਬਾਅਦ 'ਚ ਕੀ ਹੋ ਗਿਆ ਕਿ ਲੋਕਾਂ ਨੇ ਪਖੰਡ ਬਣਾ ਲਿਆ ਕਿ ਸਵਾਹ ਮਲਿਆ ਸ਼ਾਇਦ ਹੀ ਭਗਤੀ ਹੁੰਦੀ ਆ। ਪਰ ਜਿਹੜੇ ਬੰਦਿਆਂ ਨੇ ਟੈਕਨੀਕ ਲੱਭੀ ਸੀ ਉਹਦੇ ਪਿੱਛੇ ਕਾਰਨ ਹੁੰਦੇ ਆ। ਉਹੀ ਵੀ ਸਵਾਹ ਮਲ ਲੈਂਦੇ ਸੀ ਕਿ ਰਾਖ ਦੇ ਨਾਲ ਖੂਣੀ ਵੇਖੋ ਤੁਸੀਂ, ਇਹ ਬੋਡੀ ਨੂੰ ਪ੍ਰੀਜ਼ਰਵ ਕਰ ਲੈਂਦੇ ਸੀ। ਬਿਲਕੁਲ ਬਿਲਕੁਲ। ਕੀੜੇ ਕੂੜੇ ਜੰਗਲਾਂ 'ਚ ਤੇ ਰਹਿਣਾ ਸੀ। ਹੁਣ ਆਪਣਾ ਤੇ ਆਹ ਦੇ ਘਰ ਘੁਰਿਆ, ਆਹ ਘਰ ਘੁਰ ਤੇ ਹੋਣੇ ਆ 50 ਸਾਲ ਹੋਏ ਆਏ ਆ। ਪਹਿਲਾਂ ਤੇ ਘਰ ਵੀ ਨਹੀਂ ਹੁੰਦੇ ਸੀ। ਮਾੜਾ ਜਿਹਾ ਮੀਂਹ ਪੈਣਾ ਉੱਤੋਂ ਪਾਣੀ ਚੋਈ ਜਾਣਾ, ਸਿੱਧਾ ਪਾਣੀ ਸਾਰਾ ਟੱਬਰ ਭਾਜੀ ਬਣੀ ਕਿ ਮੀਂਹ ਆ ਗਿਆ ਵਾ। ਕਣਕਾਂ ਸਾਂਭੀ ਜਾਣੀ, ਅਕਿਊਮੈਂਟਾਂ ਦੀ ਕਮੀ, ਜੇ ਵੱਢ ਵੀ ਲਈ ਤੇ ਉਹਨੂੰ ਵਾਹੁਣਾ ਬੜਾ ਔਖਾ, ਜੇ ਗਾਹ ਵੀ ਲਈ ਤੇ ਸ਼ਹਿਰ ਖਾਣ ਲਈ ਹੈ ਹੀ ਨਹੀਂ, ਕਨਵੈਂਸ ਹੀ ਨਹੀਂ ਹੁੰਦੀ ਸੀ। ਤੇ ਉਹ ਗਿੱਲੀ ਹੋ ਜਾਣੀ, ਕਿਤੇ ਪੁਰਾਣੀ ਗਿੱਲੀ ਹੋ ਜਾਣੀ, ਕਿਤੇ ਤੂੜੀ ਗਿੱਲੀ ਹੋ ਜਾਣੀ। ਬਹੁਤ ਟੈਨਸ਼ਨ ਸੀ ਕਿਉਂਕਿ ਸਟੋਰੇਜ ਨਹੀਂ ਹੁੰਦੀ ਸੀ ਸਾਡੇ ਕੋਲ। ਹੁਣ ਤੇ ਬਹੁਤ ਆਪਣੇ ਕੋਲ ਤਾਂ ਬਹੁਤ ਸੁੱਖ ਆ ਗਏ ਆ। ਹੁਣ ਤੇ ਟੈਕਨੋਲੋਜੀ ਬਹੁਤ ਜ਼ਿਆਦਾ ਵੱਧ ਗਈ ਹੈ। ਪਰ 35-40 ਸਾਲ ਪਹਿਲਾਂ ਬੁਰਾ ਹਾਲ ਸੀ। ਤੇ ਤੁਸੀਂ ਹਿਸਾਬ ਲਾ ਲਓ ਜਦੋਂ ਦੀ ਬਾਣੀ ਉਚਾਰਨ ਕੀਤੀ ਉਦੋਂ ਕੀ ਹਾਲ ਹੋਊਗਾ ਲੋਕਾਂ ਦਾ। ਉਦੋਂ ਤੇ ਝਾਲਿਆਂ ਝੂਲਿਆਂ 'ਚ ਰਹਿੰਦੇ, ਕੱਚੇ ਘਰ ਸੀ ਤੇ ਬਹੁਤ ਘੱਟ ਮਿਨੀਮਮ ਇਕਵਿਪਮੈਂਟ ਸੀ। ਲੋਕਾਂ ਦੇ ਘਰ ਇੰਨੇ ਵੀ ਪੈਸੇ ਨਹੀਂ ਕਿ ਦੀਵਾ ਜਗਾ ਲੈਣ। ਨਿੱਜਰ ਸਾਹਿਬ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਮੈਂ ਆਪ ਜਿਹੜਾ ਹੈ ਗੋਰਖੀ ਸਾਹਿਬ, ਮੇਰੇ ਫਾਦਰ ਸਾਹਿਬ ਮਿਲਟਰੀ ਡੇਅਰੀ ਫਾਰਮ 'ਚ ਸੀਗੇ। ਜੰਗਲਾਂ ਦੇ ਵਿੱਚ ਜੰਗਲ ਹੁੰਦੇ ਸੀਗੇ ਤੇ ਉੱਥੇ ਜਿਹੜਾ ਹੈ ਮੱਝਾਂ ਮੁੱਝਾਂ ਜਿਹੜੀਆਂ ਸਾਰੀਆਂ ਹੁੰਦੀਆਂ ਸੀ ਤੇ ਉੱਥੇ ਬਿਜਲੀ ਨਹੀਂ ਹੁੰਦੀ ਸੀਗੀ। ਲਾਲਟਨ ਦੇ ਵਿੱਚ ਜਿਹੜਾ ਹੈਗਾ, ਮੈਂ 5ਵੀਂ 6ਵੀਂ ਤੱਕ ਤਾਂ ਲਾਲਟਨ ਦੇ ਵਿੱਚ ਪੜ੍ਹਿਆ। ਬਿਲਕੁਲ। ਵੇਖ ਲਓ ਉਹ ਨਿੱਜਰ ਸਾਹਿਬ ਕਿਹੋ ਜਿਹੀ ਸਿਚੁਏਸ਼ਨ ਹੋਊਗੀ। ਦੇਖੋ ਕਿੰਨਾ ਉਦੋਂ
ਉਦੋਂ ਜੇ ਅਸੀਂ ਹੁਣ ਤੁਸੀਂ 2 ਮਿੰਟ ਗਾਰਡਨ 'ਚ ਜਾ ਕੇ ਬੈਠੋਗੇ ਤਾਂ ਕਿੰਨਾ ਮੱਛਰ ਆ, ਤੇ ਉਦੋਂ ਤੇ ਉਹਦੇ ਤੇ ਮੀਂਹ ਮੂੰਹ ਪੈ ਜਾਣੇ, ਮੱਛਰ ਹੋਣੇ, ਤੇ ਉਹ ਮੱਖੀਆਂ ਤੋਂ ਬਚਣ ਦੇ ਲਈ ਲੋਕੀ ਧੂਣੀ ਦਿਖਾਉਂਦੇ ਸੀ। ਕੋਈ ਜੜੀ ਬੂਟੀ ਪਾ ਲੈਣੀ ਵਿੱਚ, ਕੋਈ ਏਦਾਂ ਦੀਆਂ ਜ਼ਹਿਰੀਲੀਆਂ ਜਿਹੀਆਂ, ਉਹਦੇ ਨਾਲ ਫਿਰ ਧੂਏ ਦੇ ਨਾਲ ਕੀ ਹੁੰਦਾ ਕਿ ਇੱਕ ਤਾਂ ਜਾਨਵਰ ਦੂਰ ਰਹਿੰਦੇ ਸੀ ਤੇ ਪਲੱਸ ਮੱਛਰ ਤੋਂ ਬਚ ਰਹਿੰਦਾ ਬੰਦਾ। ਫਿਰ ਇਹ ਉਦੋਂ ਹੀ ਸਵਾਸ ਦੀਆਂ ਟੈਕਨੀਕਾਂ, ਪਹਿਲਾਂ ਦੀਆਂ ਟੈਕਨੀਕਾਂ। ਹਾਂਜੀ ਠੀਕ ਹੈ ਜੀ। ਇਸੇ ਕਰਕੇ ਕਹਿੰਦੇ ਸੀ ਮਨ ਮਾਰਨ ਕਾਰਨ ਬਣ ਜਾਈਏ, ਸੋ ਜਲ ਬਿਨ ਭਗਵੰਤ ਨਾ ਪਾਈਏ। ਉਹ ਜਲ ਅੰਮ੍ਰਿਤ ਜਿਹੜਾ ਹੈਗਾ ਪਰਮਾਤਮਾ ਤੋਂ ਬਗੈਰ, ਭਗਤੀ ਤੋਂ ਬਗੈਰ ਨਹੀਂ ਮਿਲਣਾ। ਬਸ ਇਹ ਪਹਿਲੀ ਤੁਕ ਦੀ ਇਹਨਾਂ ਕਲੀਅਰ ਕਰਤਾ ਵਾ ਕਿ ਜਿਹੜੀ ਮਨ ਮੈਂ ਅਬ ਦਾ ਮਤਲਬ ਕਿ ਮੈਨੂੰ ਉਹ ਚੀਜ਼ ਮਿਲ ਗਈ। ਮਿਲੀ ਤੇ ਕੀ ਹੋਇਆ? ਉਹ ਕਹਿੰਦੇ ਅੱਗਾਂ ਸ਼ਾਂਤ ਹੋ ਗਈਆਂ। ਅੱਗਾਂ ਕਿਹੜੀਆਂ? ਅੱਗੇ ਕਿਹੜੀ ਅੱਗ ਬਲਦੀ ਪਈ ਆ? ਕੋਈ ਅੱਗ ਥੋੜੀ ਹੈਗੀ ਆ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਰਾਗ ਤੇ ਦਵੈਸ਼ ਨੂੰ ਹੀ ਅੱਗ ਕਿਹਾ ਗਿਆ। ਇਹਦੇ ਚ ਇਨਸਾਨ ਭੁੱਜਦਾ ਹੈ। ਹੁਣ ਵੇਖੋ ਆ ਜਿਹੜਾ ਲੋਕੀ ਕ੍ਰੋਧ ਕਿੱਡੀ ਖਤਰਨਾਕ ਅੱਗ ਹੈ। ਔਰ ਉਹ ਬੰਦਾ ਆਪ ਵੀ ਸੜਦਾ, ਪਰ ਉਹਦੇ ਲਾਗੇ ਰਹਿਣ ਵਾਲੇ ਵੀ ਬੜੇ ਡਿਸਟਰਬ ਰਹਿੰਦੇ। ਘਰਾਂ 'ਚ ਇੱਕ ਤਾਂ ਬੰਦਾ ਕ੍ਰੋਧੀ ਹੁੰਦਾ ਹੀ ਆ, ਦੇਖ ਲਓ ਬੰਦੇ ਦਾ ਜੀਵਨ ਹੋਊਗਾ ਹਨਾ। ਉਹ ਨਰਕ ਹੁੰਦਾ ਬੰਦਾ, ਤੇ ਨਰਕ ਨੂੰ ਜਿੱਧਰ ਵੀ ਜਾਊਗਾ ਉੱਧਰ ਹੀ ਉਹਨੇ ਸਾੜਦੇ ਹੀ ਜਾਣਾ। ਉਹ ਕਹਿੰਦੇ ਆ ਕਿ ਇੱਥੇ ਫਿਰ ਤੁਕ 'ਚ ਕਹਿਤਾ ਕਿ ਸੋ ਜਲ ਬਿਨ ਭਗਤ ਨਾ ਪਾਈਏ। ਜਦ ਤੱਕ ਭਗਵੰਤ ਦੀ ਭਗਤੀ ਨਹੀਂ ਕਰਦੇ ਉਹਨਾਂ ਚਿਰ ਉਹ ਪ੍ਰਾਪਤ ਨਹੀਂ ਹੋ ਸਕਦਾ। ਠੀਕ ਹੈ ਨਜਾ ਸਾਹਿਬ, ਅਗਲੀ ਜਿਹ ਪਾਵਕ ਸੁਰ ਨਰ ਹੈ ਜਾਰੇ। ਕਹਿੰਦੇ ਇਹ ਜਿਹੜੀ ਇਹ ਤ੍ਰਿਸ਼ਨਾ ਦੀ ਆਗਿਆ, ਕਾਮ, ਕ੍ਰੋਧ, ਲੋਭ, ਹੰਕਾਰ ਜਿਹੜੇ ਹੈਗੇ ਇਹ ਦੇਵਤਿਆਂ ਨੂੰ ਵੀ ਹੈਗੇ, ਨਰ ਇਨਸਾਨਾਂ ਨੂੰ ਵੀ ਹੈਗੇ, ਸਾਰਿਆਂ ਦਾ ਜੀਵਨ ਇਹ ਸਾੜ ਦਿੰਦੇ ਆ। ਦੇਖ ਲਓ ਬਈ ਭਗਤੀ ਦੀ ਰੇਸ਼ੋ ਕਿੰਨੀ ਕੁ ਹੈਗੀ ਆ ਬਈ। ਜਿਹੜਾ ਹੈਗਾ ਐਨਿਸ ਮਾਇਆ ਕਾਰਨੇ ਪ੍ਰਾਣੀ ਡੋਲਤ ਨੀਤ, ਕੋਟਨ ਮੇ ਨਾਨਕ ਕੋ ਨਾਰਾਇਣ ਜੇ ਚੀਤ। ਕਰੋੜਾਂ ਦੇ ਵਿੱਚ ਇੱਕ ਇੰਨੀ ਰੇਸ਼ੋ ਹੈ। ਹਿੰਦੁਸਤਾਨ ਦੀ ਰੇਸ਼ੋ ਦੇ ਆਬਾਦੀ 125 ਕਰੋੜ ਹੈਗੀ, ਉਹਦੇ ਵਿੱਚੋਂ 125 ਬੰਦੇ ਭਗਤ ਮਿਲ ਸਕਦੇ ਆ। ਇੰਨੀ ਲੋ ਹੈਗੀ ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਦੀ। ਔਰ ਪੂਰੀ ਦੁਨੀਆ ਦੀ ਦੇਖ ਲਓ ਕਿੰਨੀ ਕੁ ਹੋਊਗੀ ਵੱਧ ਤੋਂ ਵੱਧ ਜਿਹੜੀ ਹੈਗੀ। ਚਾਈਨਾ ਦੀ 125 ਚਾਈਨਾ ਦੀ ਹੋ ਜੂਗੀ। ਟੋਟਲ ਜਿਹੜੇ ਆ 1000 ਤੋਂ ਥੱਲੇ ਆ ਬੰਦੇ ਪੂਰੀ ਦੁਨੀਆ 'ਚ ਜਿਹੜੇ ਹੈਗੇ, ਇਹ ਜਿਹੜੇ ਭਗਤ ਵਾਲੇ, ਜਿਹੜੇ ਪਰਮੇਸ਼ਰ ਦੀ ਭਗਤੀ ਵਾਲੇ ਜਿਹੜੇ ਹੈ, ਉਸ ਰਸਤੇ ਦੇ ਵਾਲੇ ਬੰਦੇ ਹੈਗੇ, ਜਿਹੜੇ ਐਕਚੁਅਲ ਜਿਹੜੇ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਰਹੇ। ਜੇ ਪਾਵਕ ਹਾਂਜੀ ਵੀਰ ਆਪ ਜਸਟ ਦੇਖੀਏ, ਇਹਦਾ ਮਤਲਬ ਕਿ ਆੜੀ ਤੀਰਥ ਸਥਾਨਾਂ ਤੇ ਇੱਧਰ ਉੱਧਰ ਲੋਕੀ ਤੁਰੇ ਫਿਰਦੇ, ਇਹ ਭਗਤ ਨਹੀਂ ਹੈਗੇ। ਨਾ ਇਹ ਤਾਂ ਦੇਖੋ ਇਹ ਜਿਹੜੇ ਹੈਗੇ ਜਿੰਨੇ ਵੀ ਡੇਰਿਆਂ ਡੂਰਿਆਂ ਤੇ ਜਿਹੜੇ ਲੱਗੇ ਆ, ਇਹਨਾਂ ਦੇ ਆਪਣੇ ਸਵਾਰਥ ਹੈਗੇ ਜੀ। ਉੱਥੇ ਡੇਰਿਆਂ ਦੇ ਉੱਤੇ ਐਸਾ ਲਾਲਚ ਦਿੰਦੇ ਇਹਨਾਂ ਨੂੰ, ਸਾਰਾ ਕੁਝ ਖਾਣ ਦਾ ਲਾਲਚ ਹੈ। ਸੋ ਹੈ ਅੱਜ ਕੱਲ੍ਹ ਤਾਂ ਗੁਰਦੁਆਰੇ ਵੀ ਇਸ ਤਰ੍ਹਾਂ ਹੀ ਹੈ। ਇੱਥੇ ਮੈਂ ਤਾਂ USA ਰਿਹਾ, ਇੱਥੇ ਕੈਨੇਡਾ ਦੇ ਵਿੱਚ ਰਿਹਾ, ਦੇਖ ਲਓ ਇੰਨਾ ਜ਼ਿਆਦਾ ਜਿਹੜਾ ਹੈਗਾ ਸਵਾਦਲੇ ਭੋਜਨ ਸਾਰੇ ਜਿਹੜੇ ਹੈਗੇ। ਮੈਕਸੀਮਮ ਜਨਤਾ ਜਿਹੜੀ ਜਾਂਦੀ ਉਹ ਆਊਟਿੰਗ ਵਾਸਤੇ ਹੈ, ਜਾਂਦੀ ਜਿਹੜੀ ਹੈਗੀ ਉਹ ਸਿਰਫ ਜਿਹੜਾ ਹੈਗਾ ਉੱਥੇ ਮਤਲਬ ਇੰਜੋਏ ਕਰਨ ਵਾਸਤੇ। ਨਹੀਂ ਤੇ ਮੁੜ ਕੇ ਨਹੀਂ ਯਕੀਨ ਆਉਂਦਾ, ਸੰਗਤ ਜੀ ਪੁੱਛ ਕੇ ਵੇਖ ਲਿਓ ਤੇ ਗੱਲਾਂ ਕਿਹੜੀਆਂ ਕਰਨੀਆਂ। ਉਹਨਾਂ ਨੇ ਕਹਿਣਾ ਜਲੇਬ ਬਹੁਤ ਸਵਾਦ ਸੀ। ਇਹੀ ਗੱਲ ਕਰਦੇ, ਬਿਲਕੁਲ ਸਹੀ ਹੈ। ਕੜਾਹ ਸੀ, ਖੀਰ ਦਿੱਤੀ ਸੀ, ਇਹੋ ਜਿਹੀਆਂ ਗੱਲਾਂ ਚੱਲਦੇ ਆ। ਤੇ ਇਹ ਹੱਦ ਤੱਕ ਨਾ ਇਹ ਵੀ ਲੋਕਾਂ ਨੇ ਇਹੋ ਹੀ ਰਾਸ਼ਨ ਖਾਣ ਦਾ ਹੀ ਸਾਧਨ ਬਣਾ ਲਿਆ। ਔਰ ਪਰਮਾਤਮਾ ਨੂੰ ਬੰਦਾ ਉਦੋਂ ਹੀ ਯਾਦ ਕਰਦਾ ਜਦੋਂ ਬੰਦਾ ਕੜਿੱਕੀ 'ਚ ਫਸਿਆ ਹੁੰਦਾ। ਉਦਾਂ ਪਰਮਾਤਮਾ ਨਹੀਂ, ਅਮੀਰ ਬੰਦੇ ਨੂੰ ਕਿੱਥੇ ਪਰਮਾਤਮਾ ਯਾਦ ਆਉਂਦਾ। ਬਿਲਕੁਲ ਜਦ ਤਕਲੀਫ 'ਚ ਹੁੰਦਾ ਹੈ ਉਦੋਂ ਫਿਰ ਰੱਬ ਚੇਤੇ ਆ ਜਾਂਦਾ। ਉਦੋਂ ਫਿਰ ਕਹਿੰਦੇ ਆ ਕਿ ਫਿਰ ਰੱਬ ਹੀ ਫਿਰ ਹੁਣ ਆ ਕੇ ਕਹਿੰਦਾ ਵਾ, ਰੱਬ ਕੋਲ ਅਰਦਾਸ ਕਰਦਾ ਕਿ ਮੇਰੇ ਪਿਤਾ ਨੂੰ ਕੁਝ ਕਰ, ਕਿਉਂਕਿ ਹੁਣ ਕੜਿੱਕੀ 'ਚ ਫਸਿਆ। ਪਰ ਉਹ ਤੇ ਬੜੀ ਬੇਸ਼ਰਮੀ ਵਾਲੀ ਗੱਲ ਹੈ ਨਾ। ਆਪਾਂ ਕੀ ਉਸ ਟਾਈਮ ਤੇ ਉਹਨੂੰ ਯਾਦ ਕਰਨਾ। ਮੈਂ ਤਾਂ ਕਹਿੰਦਾ ਪਰਮਾਤਮਾ ਤੋਂ ਬਿਨਾਂ ਜੀਵਨ ਬਤੀਨਾ ਇੱਕ ਬਤੀਤ ਕਰਨਾ ਇੱਕ ਬਹੁਤ ਵੱਡੀ ਬੇਵਕੂਫੀ। ਹਾਂਜੀ ਨਜਾ ਸਾਹਿਬ, ਅਗਲੀ ਤੁਕ ਬੋਲੋ। ਭਵ ਸਾਗਰ ਸੁਖ ਸਾਗਰ ਮਾਹੀ, ਪੀਵ ਰਹੇ ਜਲ ਨਿਖੁੱਟਤ ਨਾਹੀ। ਭਵ ਸਾਗਰ ਸੁਖ ਸਾਗਰ ਮਾਹੀ। ਕਹਿੰਦੇ ਇਹ ਸੰਸਾਰ ਸਮੁੰਦਰ ਜਿਹੜਾ ਹੈ ਨਾ, ਇਹਦੇ ਵਿੱਚ ਜਿੱਥੇ ਸੜ ਰਹੇ ਆ, ਜਿੱਥੇ ਤ੍ਰਿਸ਼ਨਾ ਦੀ ਆਗਿਆ, ਇਹਦੇ ਵਿੱਚ ਹੀ ਸੁੱਖਾਂ ਦਾ ਸਾਗਰ ਆ ਜਾਣਾ ਹੈ। ਕਹਿੰਦੇ ਇਸੇ ਦੇ ਵਿੱਚ ਤੇਰੇ ਅੰਦਰ ਹੀ ਜਿਹੜਾ ਹੈਗਾ ਸੁੱਖਾਂ ਦਾ ਸਾਗਰ ਤੇਰੇ ਅੰਦਰ ਹੀ ਪ੍ਰਗਟ ਹੋ ਜਾਣਾ ਹੈ। ਔਰ ਉਹ ਅੰਮ੍ਰਿਤ ਦਾ ਸਰੋਵਰ, ਅੰਮ੍ਰਿਤ ਦਾ ਝਰਨਾ ਜਿਹੜਾ ਹੈਗਾ ਤੇਰੇ ਅੰਦਰੋਂ ਹੀ ਨਿਕਲ ਜਾਣਾ, ਕਿਉਂਕਿ ਉਹਦੇ ਉੱਤੇ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਪੱਥਰ ਲੱਗੇ ਹੋਏ ਆ। ਝਰਨੇ ਤੇ ਬੰਦ ਕੀਤਾ ਹੋਇਆ ਝਰਨੇ ਦਾ ਮੂੰਹ। ਜਿਉਂ ਆਪਾਂ ਨੇ ਪੱਥਰ ਪਾਸ ਸਾਈਡ ਕੀਤੇ, ਜਦੇ ਜਿਹੜਾ ਹੈਗਾ ਉਹ ਝਰਨਾ ਜਿਹੜਾ ਹੈਗਾ ਅੰਮ੍ਰਿਤ ਦਾ ਝਰਨਾ, ਚਸ਼ਮਾ ਫੁੱਟ ਪੈਣਾ। ਭਵ ਸਾਗਰ ਸੁਖ ਸਾਗਰ ਮਾਹੀ, ਪੀਵ ਰਹੇ ਜਲ ਨਿਖੁੱਟਤ ਨਾਹੀ। ਕਹਿੰਦੇ ਹੁਣ ਫਿਰ ਜਿਹੜਾ ਭਾਵੇਂ ਉਹਦੇ ਚੁੱਭੀਆਂ ਮਾਰ ਲਓ, ਚਾਹੇ ਉਹਨੂੰ ਪੀ ਲਓ, ਕਹਿੰਦੇ ਉਹਦੇ 'ਚ ਕਮੀ ਕੋਈ ਨਹੀਂ ਆ ਰਹੀ। ਪੀਵ ਰਹੇ ਜਲ ਨਿਖੁੱਟਤ ਨਾਹੀ। ਨਿਖੁੱਟਤ ਮਤਲਬ
ਖੁੱਟਦਾ ਨਹੀਂ ਹੈ, ਘਟਦਾ ਨਹੀਂ ਹੈ, ਕਮੀ ਨਹੀਂ ਆਉਂਦੀ। ਹਾਂਜੀ ਵੀਰ ਜੀ। ਬਿਲਕੁਲ ਜੀ। ਸਾਧ ਸੰਗਤ ਜੀ, ਇੱਥੇ ਹੁਣ ਇੱਕ ਕੰਮ ਦਾ ਪੁਆਇੰਟ ਦੀ ਗੱਲ ਆ। ਇਹ ਜਿਹੜੇ 5 ਤੱਤ ਹੈਗੇ ਆ, ਧਰਤੀ, ਪਾਣੀ, ਆਕਾਸ਼, ਹਵਾ ਤੇ ਅਗਨ, ਇਹ 5 ਤੱਤ ਆ ਤੇ 5 ਔਗਣ ਆ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਆਕਾਸ਼ ਹਉਮੈ ਨਾਲ ਸੰਬੰਧਿਤ ਰੱਖਦਾ ਹੈ ਤੇ ਬਾਕੀ ਦੂਜੇ ਤੱਤ ਵੀ ਇਸੇ ਤਰ੍ਹਾਂ ਨਾਲ ਦੇ ਕੋਈ ਨਾ ਕੋਈ ਔਗਣ ਹੈਗੇ। ਔਰ ਸਾਡਾ ਨਿਰਮਾਣ ਵੀ ਇਹਨਾਂ ਤੋਂ ਆ। ਬਿਲਕੁਲ। ਆਪ ਜਸਟ ਸੋਚੋ ਕਿ ਕਿੰਨਾ ਉਹ ਆਟੇ ਦੇ ਵਿੱਚ ਗੁੰਨਿਆ ਲੂਣ ਹਿਸਾਬ ਆ। ਇਸੇ ਕਰਕੇ ਉਹ ਚੀਜ਼ ਬਹੁਤ ਗਹਿਰੀ ਹੈ, ਬਹੁਤ ਸਾਡੇ ਅੰਤਰਾਕਰਨ ਚ ਆ। ਤੁਹਾਨੂੰ ਜਦੋਂ ਵੀ ਕੋਈ ਇਹਨਾਂ ਚ ਇੱਕ ਚੀਜ਼ ਚਿੰਬੜਦੀ ਆ, ਉਹ ਕੋਈ ਬਾਰ ਨਹੀਂ ਹੋਇਆ, ਉਹ ਤੁਹਾਡੇ ਅੰਦਰੋਂ ਆਇਆ। ਉਹ ਤੁਹਾਡੀ ਬੰਤਰ ਹੋਈ। ਹੁਣ ਕਾਮ ਦੀ ਗੱਲ ਕਰ ਲਓ। ਕਾਮ ਕੋਈ ਅਬ ਲੱਭਣ ਜਾਓ ਸਰੀਰ ਚ, ਕਾਮ ਥੋੜੀ ਕਿਤੇ ਹੈਗਾ ਵਾ, ਪਰ ਉਹ ਤੁਹਾਡਾ ਬਣੇ ਉਹ ਚੀਜ਼ ਤੋਂ ਆ ਸਰੀਰ। ਹੁਣ ਕ੍ਰੋਧ ਦੀ ਗੱਲ ਕਰ ਲਓ। ਤੁਸੀਂ ਕਿਤੇ ਵੇਖਿਆ ਕ੍ਰੋਧ ਚੜਿਆ ਕਿੱਥੋਂ ਆਇਆ ਕ੍ਰੋਧ? ਕਿਉਂਕਿ ਤੁਹਾਡਾ ਸਰੀਰ ਆਕਾਸ਼ ਤੱਤ ਤੋਂ ਬਣਿਆ, ਆਕਾਸ਼ ਦੇ ਵਿੱਚ ਬੈਠਾ। ਉਹਨੇ ਆਕਾਸ਼ ਨੇ ਫਿਰ ਪੂਰਾ ਖਿੱਚਣਾ, ਇਹਨੇ ਸਰੀਰ ਨੇ ਆਕਾਸ਼ ਤੱਤ ਨੂੰ ਚੁੱਕ ਲੈਣਾ। ਹੁਣ ਕਾਮ ਦੀ ਗੱਲ ਕੀਤੀ ਤੇ ਕਾਮ ਨੂੰ ਚੁੱਕ ਲੈਣਾ ਸਾਰੇ ਨੂੰ। ਉਸ ਤੱਤ ਨੇ ਪਾਵਰਫੁਲ ਹੋਣਾ ਵਾ। ਲੋਭ ਦਾ ਤੱਤ ਜਿਹੜਾ ਤੁਹਾਡੇ ਅੰਦਰ ਹੋਊਗਾ, ਉਹ ਜਦੋਂ ਉਹ ਐਕਟੀਵੇਟ ਹੋ ਗਿਆ ਤੇ ਇਹਨੇ ਦੂਜੇ ਜਿਹੜੇ ਤਾਰ ਤੱਤ ਉਹਨਾਂ ਤੋਂ ਵੀ ਸ਼ਕਤੀ ਖਿੱਚ ਲੈਣੀ ਹੈ। ਬਿਲਕੁਲ। ਜਦੋਂ ਮੋਹ ਦੀ ਗੱਲ ਆ ਗਈ ਤੇ ਮੋਹ ਨੇ ਪਾਵਰਫੁਲ ਹੋ ਜਾਣਾ ਤੇ ਬਾਕੀ ਜਿਹੜੇ ਚਾਰ ਆ ਉਹ ਵੀ ਚੁੱਕ ਕੇ ਉਹਨੇ ਰਾਪੇ ਨਾਲ ਮਿਲਾ ਲੈਣੇ ਆ। ਤੁਸੀਂ ਵੇਖਿਆ ਨੀ ਫਿਲਮਾਂ ਦੇ ਵਿੱਚ ਕਈ ਕੋਈ ਜਾਨਵਰ ਜੇ ਹੁੰਦੇ ਨੇ ਗੇਮ, ਇਹ ਬੰਦੇ ਉਹ ਦੂਜਿਆਂ ਨੂੰ ਖਾ ਕੇ ਤੇ ਸ਼ਕਤੀਮਾਨ ਹੋ ਜਾਂਦੇ ਨੇ। ਉਸੇ ਹੀ ਤਰ੍ਹਾਂ ਜਿਹੜਾ ਵੀ ਐਕਟੀਵੇਟ ਹੋ ਗਿਆ ਉਹਨੇ ਦੂਜਿਆਂ ਨੂੰ ਲੁੇਟ ਜਾਣਾ, ਉਹਨਾਂ ਦੀ ਸ਼ਕਤੀ ਨੂੰ ਪੀ ਜਾਣੀ। ਔਰ ਉਹ ਸ਼ਕਤੀ ਪੀ ਕੇ ਜਦੋਂ ਸਾਡੇ ਸਾਹਮਣੇ ਤੋਂ ਪ੍ਰਚੰਡ ਇੱਕ ਭਿਆਨਕ, ਇੱਕ ਦੇਖੋ ਭਿਆਨਕ ਰੂਪ ਜਦੋਂ ਪ੍ਰਗਟ ਹੁੰਦਾ ਇਨਸਾਨ ਦੇ ਸਾਹਮਣੇ, ਤੁਸੀਂ ਦੇਖੋ ਕਿੰਨਾ ਪਾਵਰਫੁਲ ਹੋ। ਉਹਦੇ ਗੜੀ ਆਪਣੀ ਹੱਥ, ਉਹਦੀ ਕੋਈ ਆਪਣੀ ਗੜੀ ਸ਼ਕਤੀ ਨਹੀਂ ਚੱਲਦੀ। ਆਪਾਂ ਤੇ ਬਿਲਕੁਲ ਕਮਜ਼ੋਰ ਹੈ। ਅੱਜ ਜਦੋਂ ਉਹ ਪ੍ਰਗਟ ਹੁੰਦਾ, ਉਦੋਂ ਭਾਵੇਂ ਕੋਈ ਕਿੰਨਾ ਮਰਜੀ ਵੱਡਾ ਸਿਆਣਾ, ਕਿੱਡਾ ਮਰਜੀ ਅਕਲਮਾਨ ਹੈ, ਉਹਨੇ ਗਲਤੀ ਕਰਨੀ ਉਹ ਬਹੁਤ ਪਾਵਰਫੁਲ ਹੈਗੇ। ਹਾਂਜੀ ਨਿਜਰ ਸਾਹਿਬ। ਤੇ ਇਹ ਕਹਿੰਦੇ ਆ ਕਿ ਭਵ ਸਾਗਰ ਸੁਖ ਸਾਗਰ ਮਾਹੇ। ਇਹ ਜਿਹੜਾ ਭਵ ਸਾਗਰ ਆ, ਤੇ ਜਦੋਂ ਆਪਾਂ ਭਗਤੀ ਕਰਦੇ ਹਾਂ ਫਿਰ ਕੀ ਹੁੰਦਾ ਕਿ ਇਹ 5 ਤੱਤ ਆਪਾਂ ਕੀ ਕਰਦੇ ਹਾਂ, ਭਗਤੀ ਦੇ ਨਾਲ ਇਹਨੂੰ ਆਪਾਂ ਲੈ ਕਰ ਦਿੰਦੇ ਹਾਂ। ਆਪ ਜੀ ਦੇਖੋ, ਸਭ ਤੋਂ ਪਹਿਲਾਂ ਤੇ ਆਪਾਂ ਇੰਦਰੀਆਂ ਨੂੰ ਬੰਦ ਕਰ ਦਿੰਦੇ ਹਾਂ। ਅੱਖਾਂ, ਬਾਣੀ ਚ ਕਿਹਾ ਨਾ, ਮੂੰਹ ਚ ਲੀਏ ਸਭ ਦਰਵਾਜ਼ੇ, ਬਾਜੀ ਲਿਆਣਾ ਦਰਵਾਜ਼ੇ। ਹਾਂ, ਕਿ ਮੈਂ ਆਪਣੇ ਦਰਵਾਜ਼ੇ ਬੰਦ ਕਰ ਲਏ। ਬੰਦ ਕੀ ਕਰ ਲਏ? ਅੱਖਾਂ ਬੰਦ ਕਰ ਲਈਆਂ, ਕੰਨਾਂ ਚ ਕੋਈ ਰੂਣਾ ਦੇ ਲਿਆ ਹੋਊਗਾ ਤੇ ਫਿਰ ਅੰਤਰਾਕਰਨ ਚ ਮੈਂ ਕਹਿੰਦੇ ਕਿ ਮੈਂ ਦਰਵਾਜ਼ੇ ਬੰਦ ਕਰਕੇ ਮੈਂ ਅੰਤਰਾਕਰਨ ਮੂੰਹ ਵੀ ਬੰਦ ਕਰ ਲਿਆ। ਮੈਂ ਅੰਦਰ ਧਿਆਨ, ਆਪਣੇ ਅੰਦਰ ਧਿਆਨ ਕਰਕੇ ਬਹਿ ਗਿਆ। ਤੇ ਜਦੋਂ ਮੈਂ ਧਿਆਨ ਕਰਕੇ ਬੈਠਾ ਰਿਹਾ ਤੇ ਫਿਰ ਮੈਨੂੰ ਉਸ ਨਾਦ ਦੀ ਆਵਾਜ਼ ਸੁਣਾਈ ਦਿੱਤੀ, ਜਿਹੜਾ ਨਾਦ ਆਪਾਂ ਪ੍ਰਗਟ ਕਰ ਰਹੇ ਹਾਂ ਆਪਣੇ ਸਾਰਿਆਂ ਦੇ ਸਰੀਰ ਚ ਆਲਮੋਸਟ ਹੋ ਚੁੱਕਿਆ ਹੈ ਨਾ ਨਿਜਰ ਸਾਹਿਬ। ਬਿਲਕੁਲ। ਇਹ ਨਾਦ ਜਦੋਂ ਪ੍ਰਗਟ ਹੋਣਾ ਹੈ ਤੇ ਫਿਰ ਇਹਨੇ ਕੀ ਕਰਨਾ ਹੈ? ਇਹਨੇ ਬਾਈ ਪ੍ਰੋਡਕਟ, ਇਹਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਤੁਹਾਨੂੰ ਆਜ਼ਾਦ ਕਰਨਾ ਹੈ। ਕਿਉਂਕਿ ਇਹਦੇ ਕੋ ਨਾਦ ਨੂੰ ਚਲਾਉਣ ਦੇ ਲਈ ਨਿਜਰ ਸਾਹਿਬ ਸ਼ਕਤੀ ਚਾਹੀਦੀ, ਪ੍ਰਾਣ ਊਰਜਾ ਚਾਹੀਦੀ ਹੈ। ਇਹ ਪ੍ਰਾਣ ਊਰਜਾ ਨੂੰ ਖਿੱਚ ਲੈਂਦਾ, ਸਾਰੀ ਨੂੰ ਪੀ ਜਾਂਦਾ। ਸ਼ਕਤੀ ਨੂੰ ਟਰਾਂਸਫਾਰਮ ਕਰਕੇ ਫਿਰ ਉਸੇ ਹੀ ਸ਼ਕਤੀ ਨੂੰ ਆਨੰਦ ਦੇ ਵਿੱਚ ਕਨਵਰਟ ਕਰ ਦਿੰਦਾ ਨਿਜਰ ਸਾਹਿਬ। ਜਿੱਦਾਂ ਆਪ ਜੀ ਨੇ ਵੇਖਿਆ ਨਾ ਕਿ ਉਹ ਮਸ਼ਕੀਨ ਦੀ ਗੱਲ ਕਰਦੇ ਹੁੰਦੇ ਆ ਕਿ ਕਹਿੰਦੇ ਕਿ ਉਹ ਪਤਾ ਨਹੀਂ ਇੱਕ ਜ਼ਹਿਰ ਹੈਗਾ ਵਾ, ਉਹਦਾ ਕੁਸ਼ਤਾ ਬਣਾ ਲੈਂਦੇ ਨੇ। ਬਿਲਕੁਲ ਬਿਲਕੁਲ। ਸੱਪ ਦੇ ਜ਼ਹਿਰ ਦਾ ਵੀ ਕੁਛ ਤਾਂ ਬਣ ਜਾਂਦਾ ਹੈ ਜੀ। ਸੱਪ ਦੇ ਜ਼ਹਿਰ ਦਾ ਵੀ ਬਣ ਜਾਂਦਾ ਹੈ, ਧਤੂਰੇ ਦਾ ਵੀ ਬਣ ਜਾਂਦਾ ਹੈ, ਅੱਕ ਦਾ ਵੀ ਬਣ ਜਾਂਦਾ ਹੈ। ਹਾਂ, ਇੱਕ ਸ਼ਾਇਰ ਵੀ ਕਹਿੰਦਾ ਨਿਜਰ ਸਾਹਿਬ, ਕਹਿੰਦਾ ਜੋ ਜ਼ਹਿਰ ਹੈ ਨਾਦਾਨ ਵਹੀ ਆਬੇ ਹਯਾ ਹੈ, ਤੁਝੇ ਅੰਦਾਜ਼ ਨਹੀਂ ਪੀਨੇ ਕਾ। ਇਦਾਂ ਦਾ ਕੋਈ ਸ਼ੇਰ ਹੈਗਾ, ਜਿਹੜਾ ਜ਼ਹਿਰ ਹੈਗਾ ਉਹੀ ਅੰਮ੍ਰਿਤ ਆ। ਹਾਂ, ਇਸੇ ਚੋਂ ਤਾਂ ਅੰਮ੍ਰਿਤ ਨਿਕਲਣਾ ਹੈ, ਇਸੇ ਚੋਂ ਨਿਕਲਣਾ ਹੈ। ਪਰ ਤੈਨੂੰ ਪੀਣ ਦਾ ਪਤਾ ਨਹੀਂ ਹੈ। ਜੋ ਜ਼ਹਿਰ ਹੈ ਆਲਾ ਹਲ, ਏਦਾਂ ਦਾ ਕੋਈ ਹੈ, ਮੈਨੂੰ ਨਹੀਂ ਪਤਾ। ਹਾਂ, ਏਦਾਂ ਦਾ ਹੈ ਡਾਇਲੋਗ ਜਿਹਾ। ਕਹਿੰਦਾ ਤੁਝੇ ਅੰਦਾਜ਼ਾ ਨਹੀਂ ਹੈ ਪੀਣੇ ਕਾ। ਇਸੇ ਹੀ ਤਰ੍ਹਾਂ ਜਿਹੜਾ ਜ਼ਹਿਰ ਆ, ਇਹ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆ, ਇਹਨਾਂ ਨੂੰ ਜਦੋਂ ਆਪਾਂ ਕਨਵਰਟ ਕਰ ਦਿੰਦੇ ਆ ਤੇ ਇਹ ਅੰਮ੍ਰਿਤ ਬਣ ਜਾਂਦੇ ਆ। ਇਹਨਾਂ ਦੀ ਪ੍ਰਾਣ ਸ਼ਕਤੀ ਤਾਂ ਇਹਨਾਂ ਕੋਲੋਂ ਤਾਂ ਲੈਣੀ ਆ, ਪ੍ਰਾਣ ਸ਼ਕਤੀ ਗੋਰਖੀ ਸਾਹਿਬ ਲੈ ਕੇ ਜਿਹੜਾ ਹੈਗਾ ਇਸੇ ਨੇ ਅੰਮ੍ਰਿਤ ਦੇ ਵਿੱਚ ਕਨਵਰਟ ਹੋਣਾ ਹੈ। ਹਾਂ, ਉਹ ਸ਼ਕਤੀ ਨੂੰ ਆਪਾਂ ਹੁਣ ਜਿੱਦਾਂ ਅੱਗ ਦਾ ਇੱਕ ਰੂਪ ਹੈਗਾ, ਭਿਆਨਕ ਰੂਪ ਹੈ, ਉਹ ਸਾੜ ਦਿੰਦੀ ਆ। ਤੇ ਦੂਜੀ ਤਰਫ ਅੱਗ ਨੂੰ ਆਪਾਂ ਕੰਟਰੋਲ ਕੀਤਾ ਹੈ ਤੇ ਵੇਖੋ ਆਪਣੇ ਘਰਾਂ 'ਚ ਕੀ ਕਰ ਰਹੀ ਆ। ਸਾਡੀ ਰੋਟੀ ਬਣਾਉਂਦੀ ਹੈ, ਸਾਡਾ ਰਾਸ਼ਨ ਪਕਾਉਂਦੀ ਹੈ, ਕਿੰਨੇ ਕੰਮ ਕਰ ਰਹੀ। ਉਹੀ ਰੂਪ ਉਹਨੂੰ ਬਦਲ ਲਿਆ। ਹੁਣ ਜਿਹੜੀ ਬੱਤੀ ਆ ਅਸਮਾਨ 'ਚ ਕੜਕਦੀ ਆ ਤੇ ਇੱਕ ਹੋਰ ਕੰਮ ਕਰਦੀ ਆ, ਪਰ ਉਸੇ ਬੱਤੀ ਨੂੰ ਆਪਾਂ ਕੰਟਰੋਲ ਕਰਕੇ ਘਰਾਂ 'ਚ ਇੱਕ ਰੈਗੂਲੇਟਰ ਲਾ ਲਿਆ ਤੇ ਉਹ ਹੁਣ ਕੰਟਰੋਲ
ਮਾਤਰਾ 'ਚ ਸਾਡੇ ਕੋਲ ਬੱਤੀ ਆਉਂਦੀ ਆ, ਕਿਤੇ ਸਾਡਾ ਪੱਖਾ ਚਲਾਉਂਦੀ, ਕਿਤੇ ਫ੍ਰਿਜ, ਕਿਤੇ ਕੂਲਰ, ਕਿਤੇ ਏਸੀ, ਕਿੰਨੇ ਕੰਮ ਕਰ ਰਹੇ ਹਾਂ। ਤੇ ਇਹ ਉਹੀ ਚੀਜ਼ ਨੂੰ ਇੱਥੇ ਵੀ ਸਾਧਨਾ ਦੇ ਨਾਲ ਆਪਾਂ ਨੂੰ ਟਰਾਂਸਫਾਰਮ ਕਰਨਾ, ਉਹਨੂੰ ਸਹੀ ਤਰ੍ਹਾਂ ਵਰਤੋਂ 'ਚ ਲਿਆਉਣਾ। ਹਾਂਜੀ ਨਿਜਰ ਸਾਹਿਬ। ਕਹਿ ਕਬੀਰ ਪਜ ਸਾਰੰਗ ਪਾਣੀ। ਕਬੀਰ ਜੀ ਆਖਰੀ 'ਚ ਆਪਾਂ ਨੂੰ ਨੁਕਤਾ ਦੇ ਰਿਹਾ, ਭਾਈ ਪਰਮਾਤਮਾ ਦੀ ਭਗਤੀ ਕਰ, ਧਿਆਨ ਸਿਮਰਨ ਕਰ, ਆਪਣੇ ਵਿਚਾਰ ਬੰਦ ਕਰ, ਤੇ ਇੱਕ ਵਿਚਾਰ ਤੇਰੇ ਜਿਹੜੇ ਹੈਗੇ ਇਹੀ ਜਿਹੜੇ ਹੈਗੇ ਇਹ ਕਾਮ ਕ੍ਰੋਧ ਲੋਭ ਓਂਕਾਰ, ਇਹ ਮਾਇਆ ਜਿਹੜੀ ਹੈ ਤੇਰੇ ਵਿਚਾਰਾਂ ਤੋਂ ਪੈ ਰਹੀ ਹੈ ਤੇਰੇ ਅੰਦਰ, ਇਹਨੂੰ ਜਿਹੜਾ ਹੈਗਾ ਆਪਣੇ ਵਿਚਾਰਾਂ ਨੂੰ ਕੰਟਰੋਲ ਕਰ ਭਗਤੀ ਦੇ ਦੁਆਰਾ। ਉਹ ਪਰਮਾਤਮਾ ਦਾ ਭਜਨ ਕਰ। ਸਾਰੰਗ ਪਾਣੀ ਮਤਲਬ ਮਾਲਕ ਪਰਮਾਤਮਾ। ਕਹਿ ਕਬੀਰ ਭਜ ਸਾਰੰਗ ਪਾਣੀ, ਰਾਮ ਉਦਕ ਮੇਰੀ ਤਿੱਖਾ ਬੁਝਾਨੀ। ਕਹਿੰਦੇ ਰਾਮ ਦੇ ਅੰਮ੍ਰਿਤ ਨੇ, ਰਾਮ ਦੇ ਜਲ ਨੇ ਮੇਰੀ ਪਿਆਸ ਜਿਹੜੀ ਹੈ ਬੁਝਾ ਦਿੱਤੀ। ਹਾਂਜੀ ਹਾਂਜੀ ਠੀਕ ਹੈ। ਕਹਿੰਦੇ ਕਬੀਰ ਜੀ ਕਹਿੰਦੇ ਕਿ ਪਰਮਾਤਮਾ ਦਾ ਸਿਮਰਨ ਕਰਿਆ ਕਰ। ਭੱਜ ਦਾ ਮਤਲਬ ਉਹਨੂੰ ਯਾਦ ਕਰ, ਉਹਦੀ ਬੰਦਗੀ ਕਰ, ਉਹਨੂੰ ਸਿਮਰਨ। ਤੇ ਰਾਮ ਉਦਕ ਮੇਰੀ ਤਿੱਖਾ ਬੁਝਾਣੀ। ਤੇ ਫਿਰ ਕੀ ਹੋਊਗਾ ਕਿ ਉਹ ਜਦੋਂ ਤੂੰ ਉਹਨੂੰ ਧਿਆਵੇਂਗਾ, ਅਸਲ 'ਚ ਸਾਨੂੰ ਸੰਬੋਧਿਤ ਕਰਦੇ ਨੇ, ਉਹਨਾਂ ਆਪਣੇ ਆਪ ਨੂੰ ਲਿਆ ਕਿ ਪਰਮਾਤਮਾ ਦੀ ਸ਼ਰਨ 'ਚ ਚੱਲ ਜਾ। ਜਦੋਂ ਜਾਵੇਂਗਾ ਤਾਂ ਫਿਰ ਜਿਹੜੀਆਂ ਤੇਰੇ ਅੰਦਰ ਜਿਹੜੀਆਂ ਫਾਲਤੂ ਦੀਆਂ ਚੀਜ਼ਾਂ ਚੱਲ ਰਹੀਆਂ ਨੇ ਉਹ ਬੰਦ ਹੋ ਜਾਣਗੀਆਂ। ਔਰ ਜਿੱਦਣ ਬੰਦ ਹੋ ਗਈਆਂ ਫਿਰ ਬ੍ਰਹਮ ਹੀ ਰਹਿ ਜਾਣਾ। ਬ੍ਰਹਮ ਕੋਈ ਵੱਖਰੀ ਚੀਜ਼ ਨਹੀਂ ਹੈ, ਬ੍ਰਹਮ ਹੀ ਆਣਾ ਸੀ। ਸਾਡਾ ਸਰੂਪ ਜਿਹੜਾ ਹੈ ਨਾ, ਸਾਡਾ ਸਮਾਧੀ ਲੀਨ ਹੁੰਦੇ ਜੋ ਵੇਖੋ ਸੱਚ ਤੇ ਧੀ ਨਾਂਦੇ ਆਏ। ਜਦੋਂ ਅਸੀਂ ਇਹ ਪੰਜ ਤੱਤਾਂ ਨੂੰ ਅਲੱਗ ਕਰ ਦਿੰਦੇ ਹਾਂ ਨਾ ਤੇ ਆਪਣੇ ਆਪ 'ਚ ਸਥਿਰ ਹੋ ਜਾਂਦੇ ਹਾਂ, ਤਾਂ ਉਹ ਆਨੰਦਮਈ ਅਵਸਥਾ ਹੈ, ਉਹ ਬ੍ਰਹਮ ਹੀ ਰਹਿ ਜਾਂਦਾ। ਔਰ ਉਸੇ ਅਵਸਥਾ ਦੇ ਵਿੱਚ ਅਸੀਂ ਜਾ ਕੇ ਤੇ ਵੈਸੇ ਬਾਹਰ ਆ ਜਾਂਦੇ ਹਾਂ, ਨੋਰਮਲੀ ਸਮਾਧੀ 'ਚ ਜਾਂਦੇ ਹਾਂ, ਵਾਪਸ ਆ ਜਾਂਦੇ ਹਾਂ। ਪਰ ਇੱਕ ਕੰਮ ਆਊਗਾ, ਤੁਸੀਂ ਸਮਾਧੀ ਤੁਸੀਂ ਨਾ ਵੀ ਬੈਠੇ ਹੋਏ ਨਾ, ਉਹ ਆਨੰਦ ਉਦਾਂ ਹੀ ਰਹੇਗਾ ਤੁਹਾਡੇ ਅੰਦਰ। ਜਿਹੜਾ ਚਿੱਤ, ਉਹ ਸਵਾਮੀ ਰਾਮਾਨੰਦ ਜੀ ਨੇ ਕਿਹਾ ਨਾ, ਮੇਰਾ ਚਿੱਤ ਨਾ ਚਲੇ ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲੇ ਮਨ ਭਇਓ ਭੰਗ। ਹਾਂ ਉਹੀ ਕਹਿੰਦੇ ਜੋ ਹੁਣ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਹੀਂ ਹੈਗਾ, ਇਸੇ ਕਰਕੇ ਚਿੱਤ ਨਹੀਂ ਚੱਲਣ ਦਿਆ। ਤੇ ਮਨ ਕੀ ਹੋ ਗਿਆ? ਉਹ ਕਹਿੰਦੇ ਰੂਲਾ ਲੰਗੜਾ ਹੋ ਗਿਆ, ਅਪੰਗ ਹੋ ਗਿਆ। ਤੇ ਬਾਕੀ ਕੀ ਰਹਿ ਗਿਆ? ਜਦੋਂ ਮਨ ਹੀ ਨਹੀਂ ਹੈਗਾ, ਜਦੋਂ ਚਿੱਤ ਨਹੀਂ ਚੱਲਣ ਦਿਆ, ਤੇ ਫਿਰ ਅਰਾਗ ਦੇ ਵਿੱਚ ਕਿੱਥੇ ਪ੍ਰਗਟ ਹੋਣੇ ਆ? ਇਹ ਵੀ ਨਹੀਂ ਹੈਗੇ ਫਿਰ। ਤੇ ਜਦੋਂ ਉਹ ਨਹੀਂ ਹੈਗੇ ਤੇ ਫਿਰ ਸੱਚ ਚ ਤੇ ਆਨੰਦ ਹੀ ਰਹਿਣਾ। ਫਿਰ ਬਾਣੀ, ਫਿਰ ਬ੍ਰਹਮ ਹੀ ਰਹਿ ਜਾਣਾ। ਫਿਰ ਉਹ ਤੇ ਕਹਿੰਦੇ ਆ ਕਿ ਤੂੰ ਹੀ ਮੋਹੀ, ਮੋਹੀ ਤੂੰ ਹੀ। ਤੇ ਮੈਂ ਜਿਹੜਾ ਹੈਗਾ ਵਾ ਉਹ ਪੰਜਾਂ ਤੱਤਾਂ ਦੇ ਇੱਕ ਮਿਲਣ ਆ। ਜਦੋਂ ਮੈਂ ਪੰਜਾਂ ਤੱਤਾਂ ਨੂੰ ਚੁੱਕ ਕੇ ਵਿਧੀ ਪੂਰਵਕ ਸਾਧਨਾ ਕੀਤੀ, ਰੰਗ ਪਾਣੀ ਦੀ, ਪਰਮਾਤਮਾ ਦੀ ਸਾਧਨਾ ਕੀਤੀ, ਭਗਤੀ ਕੀਤੀ, ਪੰਜਾਂ ਤੱਤਾਂ ਨੂੰ ਯੁਕਤੀ ਦੇ ਨਾਲ ਅਲੱਗ ਕਰ ਦਿੱਤਾ। ਭਗਤੀ ਕਰਕੇ ਬ੍ਰਹਮ ਦੀ ਯੁਕਤੀ, ਭਗਤੀ ਤੇ ਹੋਈ ਆ ਕਿ ਪਰਮਾਤਮਾ ਦੀ ਭਗਤੀ ਕਰੋ, ਨਿਰਗੁਣ ਬ੍ਰਹਮ ਦੀ। ਜਦੋਂ ਤੁਸੀਂ ਭਗਤੀ ਕੀਤੀ ਹੈ ਤੇ ਮਨ ਨੇ ਉਹ ਅਪੰਗ ਹੋ ਜਾਣਾ, ਚਿੱਤ ਨੇ ਚੱਲਣਾ ਕੋਈ ਨਾ। ਤੇ ਉੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਕੁਝ ਕਰ ਹੀ ਨਹੀਂ ਸਕਦਾ। ਆਪ ਜਸਟ ਸੋਚੋ, ਅੱਜ ਲੋਕੀ ਧਰਮ ਦੀ ਗੱਲ ਕਰਦੇ ਨਾ, ਧਰਮ ਚੇਂਜ ਕਰ ਦਿੰਦੇ ਆ ਥੋੜੇ ਜਿਹੇ ਪੈਸਿਆਂ ਬਦਲੇ। ਉਹ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਨਹੀਂ ਪੈਸੇ ਦਾ ਲਾਲਚ ਦਿੱਤਾ ਸੀ, ਉਹਨਾਂ ਕਿਹਾ ਸਾਡੀਆਂ ਕੁੜੀਆਂ ਨਾਲ ਵਿਆਹ ਕਰ ਲਓ। ਹਾਂ, ਇੰਨਾ ਤੁਹਾਨੂੰ ਜਿਹੜਾ ਰਾਜ ਦੇ ਦਿੰਨੇ ਆ, ਕਰ ਦਿੰਨੇ ਆ, ਉਹ ਕਰ ਦਿੰਨੇ। ਬਿਲਕੁਲ। ਇਹ ਤੇ ਅੱਜ ਆਪਾਂ ਭੁੱਲ ਗਏ, ਆਪਾਂ ਬੇਸ਼ਰਮ ਹੈਗੇ ਆ। ਕੋਈ ਕੁਝ ਬਣ ਜਾਂਦਾ, ਕੋਈ ਬਣ ਜਾਂਦਾ। ਪਰ ਸਾਨੂੰ ਹਮੇਸ਼ਾ ਹੀ ਇੱਕ ਚੰਗੀ ਕੌਮ ਦੇ ਤੌਰ ਤੇ ਜੇਕਰ ਜਾਣਿਆ ਗਿਆ ਨਾ, ਤੇ ਉਹ ਇੱਕ ਸਿੱਖ ਹੀ ਹੈ। ਇਹ ਲੋਕ ਤੁਹਾਡੇ ਕੱਪੜੇ ਥੋੜੀ ਚੇਂਜ ਕਰਦੇ ਆ, ਤੁਹਾਡਾ ਧਰਮ ਚੇਂਜ ਕਰ ਦਿੰਦੇ ਆ, ਪਰ ਲੋਕਾਂ ਨੂੰ ਪਤਾ ਹੀ ਨਹੀਂ। ਪਰ ਹੈ ਕਹਿੰਦੀ ਆ ਕੋਟੜ ਕੀਤੀ ਹੈ। ਕੋਈ ਕਹਿੰਦਾ ਨਿਰੰਕਾਰੀ ਬਣ ਜਾਓ, ਕੋਈ ਕਹਿੰਦਾ ਰਾਧਾ ਸਵਾਮੀ ਬਣ ਜਾਓ, ਕੋਈ ਕਹਿੰਦਾ ਨੂਰ ਮਹਿਲੀ ਬਣ ਜਾਓ, ਕੋਈ ਆ ਰਾਮ ਰਹੀਮ ਹੈ। ਇਹ ਪਤਾ ਨਹੀਂ ਗੱਲ 'ਚ ਕੀ ਪਾਈ ਜਾਂਦਾ। ਇਹ ਅਸਲ 'ਚ ਨਾ ਸਾਡੀ ਆਪਣੀ ਆਇਡੈਂਟੀਟੀ ਖੋਹ ਲੈਂਦੇ। ਧਰਮ ਨਹੀਂ ਬਦਲੀਦਾ ਹੁੰਦਾ, ਕਿਤੇ ਨਹੀਂ ਬਦਲਿਆ ਕੋਈ ਧਰਮ। ਤੁਹਾਡਾ ਧਰਮ ਜਿਹੜਾ ਹੈ ਨਾ, ਉਹ ਜੋ ਤੁਸੀਂ ਹੈਗੇ ਜੋ, ਉਹ ਤੁਹਾਡੇ ਪੁਰਾਣਾ 'ਚ ਉਹ ਤੋਂ ਕਿੱਥੋਂ ਕੱਢ ਲੋਗੇ? ਬਾਕੀ ਬੰਦੇ ਕੋਈ ਰਹਿ ਕੀ ਗਿਆ ਜਿਹੜੇ ਬੰਦੇ ਦਾ ਆਪਣਾ ਧਰਮ ਨਹੀਂ ਹੈਗਾ। ਤੇ ਇਸੇ ਕਰਕੇ ਬਾਣੀ ਵੇਖੋ, ਬਾਣੀ ਜਿਹੜੀ ਨਾ ਪਹਿਲਾਂ 93 ਅੰਗ ਤੇ ਬਾਣੀ ਪਾਈ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਆਪ ਜਸਟ ਉਹ ਵੇਖੋ ਉਹਨਾਂ ਦੀ ਦ੍ਰਿਸ਼ਟੀ, ਭਗਤਾਂ ਦੀ ਬਾਣੀ ਅੱਗੇ ਲੈ ਕੇ ਆਏ ਨੇ ਨਿੱਜਰ ਸਾਹਿਬ। ਆਪ ਜਸਟ ਕਿਤੇ ਸੋਚਿਆ ਵਾ ਕਿ ਆਪਾਂ ਕਿਹੜੀ ਕੌਮ ਨਾਲ ਬਿਲੋਂਗ ਕਰਦੇ, ਸਾਡੇ ਪੂਰਵਜ ਕੌਣ ਸਨ? ਆਪ ਤੁਸੀਂ ਲੰਗਰ ਹਾਲ ਤੇ ਕਿਤੇ ਵਰਤਾਇਓ ਲੰਗਰ, ਤੇ ਸਭ ਤੋਂ ਪਹਿਲਾਂ ਆਪਾਂ ਆਪਣੇ ਘਰਦਿਆਂ ਨੂੰ ਲੰਗਰ ਦੇਣਾ ਵਾ। ਬਾਣੀ ਲਿਖਣੀ ਤੇ ਬੜੀ ਵੱਡੀ ਗੱਲ ਆ, ਉਹ ਤਾਂ ਬਹੁਤ ਵੱਡੀ ਅਵਸਥਾ ਚਾਹੀਦੀ ਆ। ਆਪਾਂ ਜੇ ਕੋਈ ਚੰਗੀ ਚੀਜ਼ ਹੈਗੀ, ਸਭ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਦੇਣੀ। ਵੇਖੋ ਉਹਨਾਂ ਨੇ ਬਾਣੀ ਸਭ ਤੋਂ ਪਹਿਲਾਂ ਅੱਗੇ ਲਿਆਂਦੀ। ਉਹਨਾਂ ਕਿਉਂ ਲਿਆਂਦੀ? ਕਿਉਂਕਿ ਇਹਨਾਂ ਦੀ ਨਜ਼ਰ 'ਚ ਫਰਕ ਨਹੀਂ ਹੈਗਾ, ਉਹ ਬ੍ਰਹਮਲੀਨ ਨੇ। ਉਹਨਾਂ ਨੂੰ ਤਾਂ ਦੇਖਦਾ ਹੀ ਨਹੀਂ ਹੈਗਾ ਉਹ ਦੂਜਾ ਬੰਦਾ। ਉਹ ਵੇਖਦੇ ਕਿ ਇਹਨਾਂ ਦਾ ਮੈਸੇਜ ਕੀ ਹੈ, ਇਹਨਾਂ ਦੀ ਅਵਸਥਾ ਕੀ ਹੈ। ਠੀਕ ਹੈ ਨਜ਼ਰ ਸਾਹਿਬ? ਹਾਂਜੀ, ਇੱਕ ਆਖਰੀ ਸ਼ਬਦ ਹੈਗਾ,
छोटा जिहा गौड़ी कबीर जी माधो जल की प्यास न जाए। हे मेरे मालका तू हुण जिहड़ा हैगा ਇਹ ਮੇਰੇ ਅੰਦਰ ਜਿਹੜਾ ਹੈਗਾ ਜਲਤ ਰਾਮ ਜਿਹੜਾ ਹੈਗਾ ਤੇ ਮੇਰੇ ਅੰਦਰ ਜਿਹੜਾ ਹੈਗਾ ਅੰਮ੍ਰਿਤ ਜਿਹੜਾ ਆ ਗਿਆ ਮੇਰੇ ਅੰਦਰ। ਹੁਣ ਮੇਰਾ ਜਿਹੜਾ ਹੈਗਾ ਇਹ ਮੈਨੂੰ ਜਿਹੜਾ ਹੈਗਾ ਇਹਨੂੰ ਮੇਰਾ ਜੀ ਹਟਦਾ ਹੀ ਨਹੀਂ ਹੈ ਇਹਨੂੰ ਪੀਣ ਦੇ ਨਾਲ। ਮੇਰਾ ਜੀ ਹਟਦਾ ਹੀ ਨਹੀਂ। ਦੇਖੋ ਬਾਕੀ ਦੁਨੀਆ ਦੇ ਪਦਾਰਥ ਹੈਗੇ ਸਾਰੇ ਜਿਹੜੇ ਆਪਾਂ ਉਹਨਾਂ ਨੂੰ ਭੋਗਦੇ ਹਾਂ ਅਤੇ ਉਹਨਾਂ ਤੋਂ ਜੀ ਅੱਕ ਜਾਂਦਾ ਹੈ, ਆਪਣਾ ਸੈਟਿਸਫੈਕਸ਼ਨ ਹੁੰਦੀ ਨਹੀਂ ਹੈ। ਔਰ ਇਹ ਅੰਮ੍ਰਿਤ ਨਾਲ ਜੀ ਸੈਟਿਸਫਾਈ ਹੋ ਜਾਂਦਾ ਹੈ, ਸ਼ਾਂਤੀ ਆ ਜਾਂਦੀ, ਖੁਸ਼ੀ ਆ ਜਾਂਦੀ ਹੈ, ਪਰ ਅੱਕਦਾ ਨਹੀਂ ਹੈ। ਜਿੰਨਾ ਮਰਜ਼ੀ ਪੀਓ ਔਰ ਨਾ ਆਪਾਂ ਨੂੰ ਅਫਾਰਾ ਵੀ ਨਹੀਂ ਚੜ੍ਹਦਾ। ਕਹਿੰਦੇ ਮਾਧੋ ਜਲ ਕੀ ਪਿਆਸ ਨਾ ਜਾਏ। ਕਹਿੰਦੇ ਮੇਰੀ ਪਿਆਸ ਜਿਹੜੀ ਹੈ ਜਿੰਨਾ ਮਰਜ਼ੀ ਪੜਾ ਤੂੰ ਮੈਂ ਤਾਂ ਪੀ ਜਾਊਂਗਾ। ਕਹਿੰਦੇ ਮਾਧੋ ਜਲ ਕੀ ਪਿਆਸ ਨਾ ਜਾਏ ਜਲ ਮੈਂ ਅਗਨ ਉੱਠੀ ਅਧਿਕਾਏ ਰਾਹੋ। ਕਹਿੰਦੇ ਅੰਮ੍ਰਿਤ ਦੇ ਵਿੱਚ ਮੈਨੂੰ ਹੋਰ ਜ਼ਿਆਦਾ ਪੀਣ ਦੀ ਮੇਰੇ ਅੰਦਰ। ਔਰ ਇਹ ਜਰਨੀ ਐਸੀ ਹੈ ਕਿ ਇਹਦਾ ਐਂਡ ਹੀ ਨਹੀਂ ਹੈਗਾ ਕੋਈ। ਇਹ ਜਿਹੜੀ ਪਰਮਾਤਮਾ ਵੱਲ ਨੂੰ ਜਰਨੀ ਆ ਇਹਦਾ ਕੋਈ ਐਂਡ ਨਹੀਂ ਹੈ। ਜਿੰਨਾ ਆਪਣੇ ਅੰਦਰ ਪ੍ਰੇਮ ਵਧੀ ਜਾਊਗਾ ਉਨੀ ਜਿਹੜੀ ਆਪਣੀ ਚੜ੍ਹਾਈ ਵਧਦੀ ਜਾਣੀ। ਇਸ ਦਾ ਕੋਈ ਅੰਤ ਨਹੀਂ ਹੈਗਾ ਕਿ ਵੀ ਆ ਜਿਹੜੀ ਮਾਲਕ ਨੂੰ ਪਾ ਲਿਆ ਤੇ ਮੇਰਾ ਬਈ ਮੈਂ ਭਗਤੀ ਕਰਨੀ ਬੰਦ ਕਰਕੇ ਹੋ ਗਿਆ ਨਾ। ਇਹਨੇ ਚੱਲੀ ਜਾਣਾ ਹੈ। ਇਸਨੇ ਮਾਲਕ ਇਹ ਜਿਸ ਤਰ੍ਹਾਂ ਮਾਲਕ ਅਨੰਤ ਹੈਗਾ ਉਸੇ ਤਰ੍ਹਾਂ ਉਹਦੀ ਭਗਤੀ ਵੀ ਅਨੰਤ ਹੈਗੀ। ਮਾਧੋ ਜਲ ਕੀ ਪਿਆਸ न जाए जल में अगन उठी अधिकाए रहाओ। तू जल निध हो जल का मीन। हे मेरे मालका तू ਜਿਹੜਾ ਹੈਗਾ ਜਲ ਦਾ ਜਿਹੜਾ ਹੈਗਾ ਸਮੁੰਦਰ ਹੈਗਾ ਆ। ਤੂੰ ਸਮੁੰਦਰ ਹੈਗਾ ਔਰ ਮੈਂ ਤੇਰੀ ਮੱਛੀ ਹੈਗਾ। ਸਮੁੰਦਰ ਦੇ ਵਿੱਚ ਮੱਛੀ ਹੈਗਾ ਮੈਂ। ਤੇਰੇ ਵਿੱਚ ਮੈਂ ਇੱਕ ਮੱਛੀ ਹੈ, ਛੋਟੀ ਜਿਹੀ ਮੱਛੀ। ਤੂੰ ਜਲ ਨਿਧ ਹੋ ਜਲ ਕਾ ਮੀਨ ਜਲ ਮੈਂ ਰਹੋ ਜਲੈਂ ਬਿਨ ਖੀਨ। ਕਹਿੰਦੇ ਮੈਂ ਤਾਂ ਜਲ ਦੇ ਵਿੱਚ ਹੀ ਰਹਿ ਸਕਦਾ ਹਾਂ ਔਰ ਪਾਣੀ 'ਚੋਂ ਮੈਂ ਅਲੱਗ ਹੋ ਜਾਵਾਂਗਾ ਤੇ ਮੈਂ ਮਰ ਜਾਊਂਗਾ, ਖੀਨ ਹੋ ਜਾਊਂਗਾ। ਹਾਂਜੀ ਗੋਰਖ ਸਾਹਿਬ। ਠੀਕ ਹੈ ਜੀ। ਪਹਿਲੀ ਤੁਕ ਦੇ ਵਿੱਚ ਇਹ ਕਿਹਾ ਕਿ ਮਾਧੋ ਜਲ ਕੀ ਪਿਆਸ ਨਾ ਜਾਏ। ਉਹ ਐਸਾ ਅੰਮ੍ਰਿਤ ਹੈ, ਆਪ ਜਿੰਨਾ ਮਰਜ਼ੀ ਪੀ ਲਿਓ ਉਹ ਅੰਦਰ ਦੀ ਪਿਆਸ ਨਹੀਂ ਖਤਮ ਹੋਣੀ। ਉਹ ਸਾਹਿਬ ਮੇਰਾ ਨੀਤ ਨਵਾਂ ਇਸੇ ਦੀ ਬਾਣੀ ਚ ਕਿਹਾ। ਤੁਸੀਂ ਜਿਵੇਂ ਸਮਾਧੀ ਚ ਗਏ, ਸਮਾਧੀ ਹੋਰ, ਕੱਲ ਦੀ ਸਮਾਧੀ ਗਈ ਹੋਰ, ਆਪ ਜੀ ਨੂੰ ਦੁਬਾਰਾ ਰਿਪੀਟ ਨਹੀਂ ਹੋਣਾ। ਉਹ ਪਰਮਾਤਮਾ ਬਹੁਤ ਸ਼ੁੱਧ ਹੈ, ਬਹੁਤ ਜ਼ਿਆਦਾ ਸ਼ੁੱਧ। ਅਸੀਂ ਕਿੰਨਾ ਵੀ ਸ਼ੁੱਧ ਹੋਈ ਜਾਈਏ ਉਹਦੀ ਡਿਮਾਂਡ ਵੱਧਦੀ ਜਾਂਦੀ, ਹੋਰ ਸ਼ੁੱਧ। ਇਸ ਕਰਕੇ ਦੀ ਪਿਆਸ ਜਿਹੜੀ ਬੁਝਦੀ ਨਹੀਂ। ਵੈਸੇ ਸਧਾਰਨ ਤੌਰ ਤੇ ਕੋਈ ਚੀਜ਼ ਖਾ ਕੇ ਇੱਕ ਸਮਾਂ ਆਊਗਾ ਅਸੀਂ ਉਹ ਬੁਝਾਉਂਦੇ ਹਾਂ, ਪਰ ਪਰਮਾਤਮਾ ਦੀ ਬੰਦਗੀ ਦਾ ਜਿਹੜਾ ਹੈ ਉਹ ਆਨੰਦ ਵੱਧਦਾ ਹੀ ਜਾਂਦਾ, ਉਹ ਅੰਮ੍ਰਿਤ ਵੱਧਦਾ ਜਾਂਦਾ। ਹਾਂਜੀ ਨਜਰ ਅਗਲੀ। ਤੂੰ ਜਲ ਨਿਧ ਹੋ ਜਲ ਕਾ ਮੀਨ ਜਲ ਮੈਂ ਰਹੋ ਜਲੇ ਬਿਨ ਖੀਨ। ਕਹਿੰਦੇ ਤੂੰ ਤਾਂ ਸਮੁੰਦਰ ਹੈਗਾ, ਅੰਮ੍ਰਿਤ ਦਾ ਸਮੁੰਦਰ ਹੈਗਾ, ਮੈਂ ਤਾਂ ਤੇਰੇ ਵਿੱਚ ਹੀ ਰਹਿ ਸਕਦਾ ਹਾਂ। ਤੇਰੇ ਤੋਂ ਬਾਹਰ ਹੋਇਆ ਤੇ ਮੇਰੀ ਕੋਈ ਹਸਤੀ ਨਹੀਂ ਹੈ, ਮੈਂ ਤਾਂ ਖਤਮ। ਹਾਂਜੀ ਵੀਰ ਜੀ। ਹਾਂ ਬਿਲਕੁਲ ਠੀਕ ਹੈ। ਉਹ ਕਹਿੰਦੇ ਕਿ ਜਿੱਦਾਂ ਇੱਕ ਮਛਲੀ ਦੇ ਲਈ ਇੱਕ ਸਮੁੰਦਰ ਬੜਾ ਵੱਡਾ ਮਤਲਬ ਜੀਵਨ ਦਾ ਦਾਤਾ ਹੈ, ਉਸੇ ਹੀ ਤਰ੍ਹਾਂ ਮੇਰੇ ਲਈ ਪਰਮਾਤਮਾ ਤੂੰ ਇੱਕ ਸਮੁੰਦਰ ਹੀ ਆ। ਜਿੱਦਾਂ ਮੱਛੀ ਸਮੁੰਦਰ ਤੇ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਉਸੇ ਹੀ ਤਰ੍ਹਾਂ ਮੈਂ ਤੇਰੇ ਤੋਂ ਬਿਨਾਂ ਨਹੀਂ ਰਹਿ ਸਕਦਾ। ਕਿਉਂਕਿ ਮੇਰਾ ਤੇਰਾ ਕਨੈਕਸ਼ਨ ਜਿਹੜਾ ਏਦਾਂ ਦਾ ਵਾ ਕਿ ਜਿੱਦਾਂ ਮੀਨ ਨੂੰ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਉਸੇ ਤਰ੍ਹਾਂ ਜਿਹੜਾ ਤੇਰਾ ਮੇਰਾ ਕਨੈਕਸ਼ਨ ਆ। ਮਤਲਬ ਇਸ ਲਈ ਤਾਂ ਕਹਿੰਦੇ ਨੇ ਇੱਕ ਪਲ ਹੀ ਨਾ ਹੋਤੇ ਤੇ ਕਲ ਯੁਗ ਹੋਤਾ। ਉਹ ਕਿਹਾ ਉਹਨਾਂ ਨੇ ਬਿਲਕੁਲ। ਇੱਕ ਪਲ ਦੀ ਗੱਲ ਕਰਦੇ ਕਿ ਮੈਨੂੰ ਪਰਮਾਤਮਾ ਇੱਕ ਪਲ ਮੇਰੇ ਤੋਂ ਇੱਕ ਛਣ ਵੀ ਦੂਰ ਨਹੀਂ ਹੋਣਾ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀਏ ਪ੍ਰਿਯ ਤੁਧ ਭਗਵੰਤਾ। ਹਾਂ ਉਹ ਵੇਖੋ ਘੜੀ ਦੀ ਗੱਲ ਕਰਦੇ ਆ ਤੇ ਉਹਦਾ ਕਾਰਨ ਇਹੋ ਹੀ ਆ। ਉਹ ਇਹ ਗੱਲ ਤੇ ਉਹੀ ਕੀਤੀ ਮੱਛੀ ਦੀ ਗੱਲ। ਬਿਲਕੁਲ ਮੱਛੀ ਨੂੰ ਪਾਣੀ ਤੋਂ ਇੱਕ ਮਿੰਟ ਹੀ ਬਾਹਰ ਕੱਢ ਕੇ ਤਾਂ ਤੜਫਦੀ ਹਾਂ। ਮਤਲਬ ਲੋਕ ਕਹਿੰਦੇ ਆ ਕਿ ਇਹ ਜਿਹੜੇ ਦੂਜੇ ਮੈਨੂੰ ਭੋਗ ਨਹੀਂ ਚਾਹੀਦੇ, ਮੈਂ ਉਹ ਉੱਥੇ ਪਹੁੰਚੇ ਔਰ ਮੈਂ ਪਾਣੀ ਦੇ ਵਿੱਚ ਬੈਠਾ ਵਾਂ, ਉਹ ਮੈਨੂੰ ਉਸ ਆਨੰਦ ਚ ਨਾ ਵਰ। ਠੀਕ ਹੈ ਨਾ ਜੀ ਸਾਹਿਬ। ਅਗਲੇ ਅੱਗੇ ਫਿਰ ਐਗਜ਼ਾਮਪਲ ਦੇ ਰਿਹਾ। ਤੂੰ ਤਰਵਰ ਹਾਂ ਨਹੀਂ ਤੂੰ ਪਿੰਜਰ ਹਾਂ ਸੂਟਾ ਤੋਰ। ਕਹਿੰਦੇ ਪਿੰਜਰ ਕਹਿੰਦੇ ਪਿੰਜਰਾ, ਤੂੰ ਪਿੰਜਰਾ ਹੈਗਾ ਆ ਔਰ ਮੈਂ ਜਿਹੜਾ ਹੈਗਾ ਤੋਤਾ ਹੈਗਾ ਤੇਰਾ। ਸੂਟਾ ਤੋਤੇ ਨੂੰ ਕਹਿੰਦੇ ਵੀ ਤੇਰੇ ਵਿੱਚ ਰਹੂੰਗਾ ਤੇ ਮੈਂ ਬਚਿਆ ਆ, ਨਹੀਂ ਤਾਂ ਮੈਨੂੰ ਅੱਗੇ ਕਹਿੰਦੇ ਜਮ ਮੰਜਾਰ ਕਹਾਂ ਕਰੇ ਮੋਰ। ਕਹਿੰਦੇ ਜਮ ਬਿੱਲਾ ਜਿਹੜਾ ਮੇਰਾ ਕੀ ਵਿਗਾੜ ਸਕਦਾ। ਮੇਰੇ ਥੋੜ੍ਹੀ ਨਾ ਜਿਹੜਾ ਹੈਗਾ ਮਨੁੱਖੀ ਸਰੀਰ ਮੈਨੂੰ ਮਿਲਿਆ ਹੋਇਆ ਇਹਨੂੰ ਜਿਹੜਾ ਹੈਗਾ ਉਹ ਖਾ ਸਕਦਾ ਹੈ ਮੇਰੇ। ਮੈਂ ਤਾਂ ਅੰਮ੍ਰਿਤ ਲੈ ਲਿਆ, ਮੈਂ ਤਾਂ ਤੇਰੇ ਵਿੱਚ ਲੀਨ ਹੋ ਜਾਊਂਗਾ। ਮੈਂ ਹੁਣ ਦੁਬਾਰਾ ਜਨਮ ਮਰਨ ਦੇ ਗੇੜ 'ਚ ਨਹੀਂ ਆਊਂਗਾ। ਜਮ ਮਜ਼ਾਰ ਜਿਹੜਾ ਜਮ ਰੂਪੀ ਬਿੱਲਾ ਜਿਹੜਾ ਮੇਰਾ ਕੁਛ ਨਹੀਂ ਵਿਗਾੜ ਸਕਦਾ। ਤੂੰ ਪਿੰਜਰਾ ਮੈਂ ਤੇਰੇ ਵਿੱਚ ਹੈਗਾ। ਤੇ ਪਿੰਜਰੇ ਦੇ ਵਿੱਚ ਤੋਤਾ ਹੋਏ ਤੇ ਉਹਨੂੰ ਕੀ ਬਿੱਲੀ ਕੀ ਕਹਿ ਸਕਦੀ ਹੈ, ਬਿੱਲਾ ਕੀ ਕਹਿ ਸਕਦਾ। ਤੂੰ ਪਿੰਜਰ ਹੋ ਸੂਟਾ ਤੋਰ
जम मजार कहाँ करे मोर। फिर अगे एग्जाम्पल दिंदे आ, तू तरवर हूँ पंखी आहे। तू दरख्त हैगा मालका, तेरे पक्षी जिहड़ा हुंदा है, जिहड़ा बर्ड जिहड़ी हैगी वो किसी पेड़ के उत्ते ही घोंसला बनाउंदी है। कहंदे तू तू मैं तेरे अंदर ही हैगा, तेरे अंदर ही मैं, तू तू दरख्त हैगा ते मैं एक पक्षी हैगा तेरे उत्ते। मंद भागी तेरो दर्शन नाही। पर ਜਿਹੜੇ ਮੰਦ ਭਾਗੀ ਹੈਗੇ ਕਹਿੰਦੇ ਤੇ ਤੇਰਾ ਦਰਸ਼ਨ ਨਹੀਂ ਹੁੰਦਾ। ਮੰਦ ਭਾਗੀ ਨੂੰ ਤੇਰਾ ਦਰਸ਼ਨ ਤੇਰੇ ਵਿੱਚ, ਆਪਾਂ ਦੇਖੋ ਆਪਾਂ ਹੈ ਮਾਲਕ ਦੇ ਵਿੱਚ ਹੀ, ਆਪਾਂ ਦਰਸ਼ਨ ਕਿੱਥੇ ਹੈ ਮਾਲਕ ਪਰਮਾਤਮਾ ਦੇ। ਬਸ ਆਹੀ ਇਹੀ ਦਰਸ਼ਨ ਚਾਹੀਦੇ। ਕਹਿੰਦੇ ਮੈਂ ਤੇਰੇ ਵਿੱਚ ਹੈਗਾ, ਤੇਰੇ ਅੰਦਰ ਹੀ ਹੈਗਾ ਮੈਨੂੰ, ਔਰ ਮੈਂ ਤੇਰੇ ਮੰਦ ਭਾ ਮੇਰੇ ਮੰਦ ਭਾ ਗਿਆ ਵੀ ਤੇਰੇ ਦਰਸ਼ਨ ਨਹੀਂ ਹੋ ਰਹੇ ਮੈਨੂੰ। ਹਾਂਜੀ ਗੁਰਕੀ ਸਾਹਿਬ। ਹਾਂਜੀ ਬਸ ਠੀਕ ਹੈ ਜੀ ਸਾਧ ਸੰਗਤ ਜੀ। ਇੱਥੇ ਤੇ ਬਾਣੀ ਚ ਆਪਾਂ ਨੂੰ ਇਹੋ ਸਮਝਾਇਆ ਗਿਆ ਕਿ ਕਹਿੰਦੇ ਮੰਦ ਭਾਗੇ ਤੇਰੇ ਦਰਸ਼ਨ ਨਾ। ਤੇਰੇ ਦਰਸ਼ਨ ਹੈ। ਇਹ ਕਿੰਨੀ ਵੱਡੀ ਗੱਲ ਆ ਕਿ ਹੈ ਮੈਂ ਸਮੁੰਦਰ ਦੇ ਅੰਦਰ ਤੇ ਮੱਛੀ ਸਮੁੰਦਰ ਦੇ ਅੰਦਰ ਆ। ਅਬ ਜਸਟ ਸੋਚੋ ਕਿ ਪ੍ਰਮਾਤਮਾ ਕਿੱਡਾ ਇੰਟੈਲੀਜੈਂਟ ਆ। ਸਾਰੀ ਦੁਨੀਆ ਬਣਾਈ, ਕੀ ਕੁਝ ਨਹੀਂ ਬਣਾਇਆ। ਵਿਖਲਾ ਆਪ ਉਹ ਦਿਖਦਾ ਹੀ ਨਹੀਂ। ਅਬ ਜਸਟ ਸੋਚੋ ਕਿ ਆਪ ਦਿਖਦਾ ਹੀ ਨਹੀਂ, ਉਹਨੂੰ ਸੰਸਾਰ ਵਿੱਚ ਲੱਭਣ ਜਾਓਗੇ ਕਿਤੇ ਨਹੀਂ ਮਿਲਣਾ। ਪਰ ਇੱਕ ਚੀਜ਼ ਹੈਗੀ, ਉਹ ਤੁਹਾਡੇ ਅੰਦਰ ਹੈਗਾ। ਸਾਡਾ ਵਜੂਦ ਖਤਮ ਹੋ ਜਾਂਦਾ, ਜਿੱਥੇ ਮੈਂ ਖਤਮ ਹੋ ਜਾਂਦਾ ਨਾ, ਮੈਂ ਹੈਗਾ, ਇੱਕ ਸਮਾਂ ਆਊਗਾ ਤੁਸੀਂ ਜੋ ਸਮਾਧੀ ਚ ਲੀਨ ਹੋ ਜਾਂਦੇ, ਫਿਰ ਮੈਂ ਨਹੀਂ ਰਹਿ ਜਾਂਦਾ, ਉਹ ਵਿਸ਼ਾਲ ਬ੍ਰਹਮ ਹੀ ਹੋ ਜਾਂਦੇ ਆ। ਉਹਦੇ ਵਿੱਚ ਇੱਕ ਬੂੰਦ ਸਾਗਰ ਚ ਜਾਂਦੀ, ਫਿਰ ਸਾਗਰ ਦਾ ਹੀ ਰੂਪ ਹੋ ਜਾਂਦੀ, ਫਿਰ ਤੂੰ ਹੀ ਰਹਿ ਜਾਂਦਾ। ਤਾਂਹੀਓ ਤੇ ਬਾਣੀ ਕੇ ਬਾਹਰ ਗਿਆ, ਜਬ ਹਮ ਹੋਤੇ ਤਬ ਤੁਮ ਨਹੀਂ, ਜਬ ਤੁਮ ਹੋਤੇ ਤਬ ਹਮ ਨਹੀਂ। ਹੁਣ ਉਹੀ ਤੇ ਕਹਿੰਦੇ, ਮੈਂ ਹੀ ਤੂੰ ਹੀ ਮੈਂ, ਤੂੰ ਹੀ ਮੈਂ ਵਾ ਤੇ ਮੈਂ ਹੀ ਤੂੰ ਆ, ਕਿ ਫਰਕ ਨਹੀਂ ਹੈਗਾ। ਪਰ ਜਦ ਤੱਕ ਮੈਂ ਹੈਗਾ ਤਦ ਤੱਕ ਫਿਰ ਤੂੰ ਨਹੀਂ ਹੈਗਾ ਨਿਜਰ ਸਾਹਿਬ। ਮੈਂ ਹੁਣ ਹੀ ਬੰਧਨ ਆ। ਪਰ ਇੱਕ ਸਮਾਂ ਆਊਗਾ ਜਦੋਂ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਜਿਹੜੇ ਭਰਮ ਸਾਡੇ ਬੁਖਾਰ ਉਤਰ ਗਏ, ਤੇ ਫਿਰ ਕੀ ਹੋਣਾ ਹੈ, ਫਿਰ ਤੂੰ ਹੀ ਤੇ ਰਹਿ ਜਾਣਾ। ਫਿਰ ਬ੍ਰਹਮ ਹੀ ਬ੍ਰਹਮ ਹੈ। ਤੇ ਉਹ ਫਿਰ ਜਿਹੜਾ ਕਹਿੰਦੇ ਮੰਦ ਭਾਗੀ ਦਰਸ਼ਨ ਨਾ ਹੀ, ਮੇਰੇ ਮੰਦ ਭਾਗ ਨਹੀਂ ਕਹਿੰਦੇ ਕਿ ਬਈ ਤੇਰੇ ਮੰਦੇ ਭਾਗ ਵਾ, ਤੇਰੇ ਵਿੱਚ ਰਹਿ ਕੇ ਹੀ ਮੈਨੂੰ ਦਰਸ਼ਨ ਨਹੀਂ ਹੋ ਰਹੇ। ਪਰ ਦਰਸ਼ਨ ਵੀ ਕੀ ਕਰੇ, ਉਹ ਮੱਛੀ ਨੂੰ ਕਿੱਦਾਂ ਪਤਾ ਲੱਗੇ ਕਿ ਸਮੁੰਦਰ ਹੈਗਾ। ਇਹ ਤੇ ਸਮੁੰਦਰ ਤੋਂ ਬਾਹਰ ਕੱਢਣਾ ਪਊਗਾ। ਅਜੇ ਸਮੁੰਦਰ ਚ ਤਾਂ ਆਪਾਂ ਬਾਹਰ ਕੱਢ ਸਕਦੇ ਮੱਛੀ ਨੂੰ, ਪਰ ਆ ਬ੍ਰਹਮ ਚੋਂ ਕਿੱਦਾਂ ਬਾਹਰ ਨਿਕਲੀਏ, ਇਹੋ ਤੇ ਪੰਗਾ ਵਾ। ਆਪ ਮੱਛੀ ਨੂੰ ਗਿਆਨ ਕਿੱਦਾਂ ਕਰਾ ਸਕਦੇ ਹਾਂ? ਹਾਂ, ਕੋਈ ਬੰਦਾ ਮੇਰੇ ਵਰਗਾ ਮੱਛੀ ਨੂੰ ਬਾਹਰ ਕੱਢ ਕੇ 2-4 ਮਿੰਟ ਹਵਾ ਚ ਰੱਖੂਗਾ ਤੇ ਉਹਨੂੰ ਗਿਆਨ ਆ ਜਾਣਾ ਕਿ ਹਾਂ ਇਹ ਆ ਸਮੁੰਦਰ। ਬਿਲਕੁਲ ਸਹੀ ਗੱਲ। ਪਰ ਸਾਡੀ ਤੇ ਮੁਸੀਬਤ ਇਹ ਆ ਕਿ ਅਸੀਂ ਹੈ ਹੀ ਉਹਦੇ ਅੰਦਰ ਨੇ ਤੇ ਬਾਹਰ ਹੀ ਨਹੀਂ ਨਿਕਲ ਸਕਦੇ ਉਹਦੇ ਚੋਂ। ਇਸ ਕਰਕੇ ਇਸ ਭਰਮ ਨੂੰ ਬਾਹਰ ਤੇ ਨਹੀਂ ਨਿਕਲ ਸਕਦੇ ਸਰੀਰਕ ਤੌਰ ਤੇ। ਜਿੱਧਰ ਜਾਵਾਂਗੇ ਬ੍ਰਹਮ ਹੀ ਬ੍ਰਹਮ ਹੈ। ਪਰ ਇੱਕ ਤਰੀਕਾ ਹੈਗਾ, ਜਦੋਂ ਅਸੀਂ ਇਹ ਸੰਸਾਰ ਤੋਂ, ਪਾਰ ਬ੍ਰਹਮ ਤੋਂ ਆਪਣੇ ਆਪ ਨੂੰ, ਬ੍ਰਹਮ ਤੋਂ ਤੋੜ ਕੇ ਆਪਣੇ ਆਪ ਨੂੰ ਪਾਰ ਬ੍ਰਹਮ ਚ ਸਥਿਰ ਕਰ ਲੈਂਦੇ ਹਾਂ, ਜਿੱਥੇ ਕੋਈ ਗਿਆਨ ਇੰਦਰੀਆਂ, ਕੋਈ ਕਰਮ ਇੰਦਰੀਆਂ ਨਹੀਂ, ਜਿੱਥੇ ਰੂਪ ਨਹੀਂ ਹੈਗਾ, ਰੰਗ ਨਹੀਂ ਹੈਗਾ, ਜਿੱਥੇ ਕਾਮ ਨਹੀਂ ਹੈਗਾ, ਕ੍ਰੋਧ ਨਹੀਂ ਹੈਗਾ, ਲੋਭ ਨਹੀਂ ਹੈਗਾ, ਮੋਹ ਨਹੀਂ ਹੈਗਾ, ਹੰਕਾਰ ਨਹੀਂ ਹੈਗਾ, ਉਦੋਂ ਇਕੱਲਾ ਫਿਰ ਬ੍ਰਹਮ ਹੀ ਰਹਿ ਜਾਂਦਾ ਹੈ। ਉਹ ਹੈ ਬ੍ਰਹਮ। ਉਹਨੂੰ ਹੀ ਆਤਮਾ ਕਹਿੰਦੇ ਆ, ਜਿਹਦਾ ਕੋਈ ਆਕਾਰ ਨਹੀਂ ਹੈਗਾ। ਜਦੋਂ ਆਪਾਂ ਲਗਾਤਾਰ ਉਸ ਸ਼ਕਤੀ ਦੇ ਸੰਪਰਕ ਚ ਆਉਂਦੇ ਹਾਂ ਤੇ ਆਟੋਮੈਟਿਕਲੀ ਭਰਮ ਖਤਮ ਹੋ ਜਾਂਦਾ। ਫਿਰ ਕਿਤੇ ਕੋਈ ਜਾਣ ਦੀ ਲੋੜ ਨਹੀਂ। ਫਿਰ ਤੁਸੀਂ ਪੜ੍ਹੋਗੇ ਤੇ ਤੁਸੀਂ ਕਹੋਗੇ ਕਿ ਹੁਣ ਮੈਨੂੰ ਗਿਆਨ ਹੋ ਗਿਆ, ਆਪਣਾ ਗਿਆਨ। ਉਹ ਜਿਹੜਾ ਕਹਿੰਦੇ ਨਾ ਅੰਮ੍ਰਿਤ ਮਿਲ ਗਿਆ, ਔਰ ਜਿਵੇਂ ਜਿਵੇਂ ਅੰਮ੍ਰਿਤ ਮਿਲਦਾ ਜਾਂਦਾ ਪਿਆਸ ਵੱਧਦੀ ਜਾਂਦੀ, ਔਰ ਇੱਕ ਬੜਾ ਆਨੰਦਮਈ ਅਵਸਥਾ ਹੈ। ਔਰ ਠੀਕ ਹੈ ਨਿਜਰ ਸਾਹਿਬ? ਹਾਂਜੀ, ਆਖਰੀ ਤੁਕ ਹੈ, ਤੂੰ ਸਤਿਗੁਰ ਹੋਂ ਨੌਤਨ ਚੇਲਾ। ਆ ਦੇਖੋ ਹੁਣ ਸਤਿਗੁਰੂ ਕਿਹਨੂੰ ਕਹਿ ਰਹੇ ਆ ਮਹਾਰਾਜ? ਕਹਿੰਦੇ ਮਾਲਕਾ ਤੂੰ ਹੈ ਸਤਿਗੁਰੂ, ਤੂੰ ਹੈ ਸਤਿਗੁਰੂ। ਹੋਂ ਨਵਤਨ ਚੇਲਾ। ਮੈਂ ਕੌਣ ਆ? ਕਹਿੰਦੇ ਮੈਂ ਤਾਂ ਨਵਾਂ ਚੇਲਾ ਆ ਤੇਰਾ, ਨਵਾਂ ਭਗਤੀ ਕਰਨ ਲੱਗਾ ਆ ਮੈਂ। ਤੂੰ ਸਤਿਗੁਰ ਹੋਂ ਨੌਤਨ ਚੇਲਾ, ਕਹਿ ਕਬੀਰ ਮਿਲ ਅੰਤ ਕੀ ਬੇਲਾ। ਮਾਲਕਾ ਮੈਨੂੰ ਜਿਹੜਾ ਹੈਗਾ ਹੁਣ ਮਿਲ ਪਾ, ਆ ਮੇਰਾ ਆਖਰੀ ਸਮਾਂ ਹੈਗਾ, ਆ ਮਨੁੱਖੀ ਜੂਨ ਜਿਹੜੀ ਚੱਲ ਜਾਣੀ ਹੈ, ਨਹੀਂ ਤਾਂ ਇਹ ਜਿਹੜੀ ਹੈਗੀ ਤੇਰੇ ਲੇਖੇ ਲੱਗ ਜਾਏ। ਔਰ ਜਿਹੜਾ ਹੈਗਾ ਮੈਨੂੰ ਜਿਹੜੇ ਹੈਗੇ ਤੇਰੇ, ਮੈਂ ਆਤਮਾ ਦੇ ਵਿੱਚ, ਮੇਰੀ ਸੁਰਤ ਆਤਮਾ ਦੇ ਵਿੱਚ ਲੀਨ ਹੋ ਜਾਏ, ਔਰ ਤੇਰੇ ਵਿੱਚ ਜਿਹੜਾ ਹੈਗੇ ਮੇਰਾ ਇਹ ਜਨਮਾਂ ਦਾ ਜਿਹੜਾ ਭਾਉਣਾ ਹੈਗਾ, ਜਿਹੜਾ ਹੈਗਾ ਇਹ ਜੂਨਾਂ ਦਾ ਚੱਕਰ ਜਿਹੜਾ ਹੈਗਾ ਇਹ ਖਤਮ ਹੋ ਜਾਏ। ਹਾਂਜੀ ਵੀ ਹਾਂਜੀ ਬਸ ਠੀਕ ਹੈ ਜੀ। ਤੂੰ ਸਤਿਗੁਰ ਹੋਂ ਨੌਤਨ ਚੇਲਾ, ਨਵਾਂ ਨੌਤਨ ਆਓ ਕਹਿੰਦੇ ਕਿ ਪਰਮਾਤਮਾ ਨੂੰ ਕਹਿੰਦੇ ਆ ਕਿ ਤੂੰ ਮੇਰਾ ਸਤਿਗੁਰ ਹੈ। ਹਾਂ, ਇੱਥੇ ਆਮ ਹੀ ਲੋਕੀ ਕਹਿ ਦਿੰਦੇ ਸਤਿਗੁਰ ਬੰਦੇ ਨੂੰ ਬਣਾ ਕੇ ਬੈਠੇ। ਤੇ
ਉਹ ਵੀ ਇੱਕ ਭਰਮ ਆ। ਹੁਣ ਚੇਲਾ ਵੀ ਕਹਿੰਦੇ ਮੈਂ ਕੋਈ ਬੰਦੇ ਦਾ ਚੇਲਾ ਨਹੀਂ, ਮੈਂ ਪ੍ਰਮਾਤਮਾ ਦਾ ਚੇਲਾ ਵਾਂ, ਉਹ ਵੀ ਨਵਾਂ ਹਾਂ। ਤੇ ਕਹਿ ਕਬੀਰ ਮਿਲ ਅੰਤ ਕੀ ਬੇਲਾ, ਕਿ ਮੈਂ ਹੁਣ ਇਹ ਚਾਂਸ ਮਿਸ ਨਹੀਂ ਕਰਨਾ ਚਾਹੁੰਦਾ, ਅੰਤ ਕੀ ਬੇਲਾ। ਕਿ ਆਹ ਜਿਹੜਾ ਮੈਨੂੰ ਆਹ ਜਿਹੜਾ ਜੋ ਵੀ ਆ ਸਿਚੁਏਸ਼ਨ ਹੈਗੀ ਆ, ਇੱਥੇ ਉਹ ਕਾਰਜ ਪੂਰਾ ਕਰਨਾ ਮੈਂ। ਬਿਲਕੁਲ ਮੈਂ ਨਹੀਂ ਚਾਹੁੰਦਾ ਕਿ ਮੈਨੂੰ ਰਿਪੀਟ ਕਰਨ ਦਾ ਮੌਕਾ ਮਿਲੇ, ਮੈਂ ਇਸ ਚੀਜ਼ ਨੂੰ ਸਟਾਪ ਕਰ ਦੇਣਾ ਚਾਹੁੰਦਾ, ਔਰ ਮੈਂ ਸਦਾ ਦੇ ਲਈ ਤੇਰਾ ਚੇਲਾ ਬਣ ਕੇ ਤੇਰੇ ਵਿੱਚ ਸਮਾ ਜਾਣਾ ਚਾਹੁੰਦਾ। ਇਹ 5 ਤੱਤਾਂ ਤੋਂ ਮੈਂ ਆਜ਼ਾਦ ਹੋਣਾ ਚਾਹੁੰਦਾ, ਕਿਉਂਕਿ ਇਹ ਮੌਕਾ ਮਿਲਿਆ ਮੈਨੂੰ। ਠੀਕ ਹੈ, ਸਤਿਗੁਰ ਦਾ ਮਤਲਬ ਇੱਥੇ ਕੋਈ ਬੰਦਾ ਨਹੀਂ, ਪਰਮਾਤਮਾ ਨੂੰ ਸਤਿਗੁਰ ਕਿਹਾ। ਔਰ ਸਤਿਗੁਰ ਜਿਹੜੇ ਨਾ ਜਿਹੜੇ ਤੁਸੀਂ ਬ੍ਰਹਮ ਗਿਆਨੀ ਵੀ ਹੈਗੇ ਆ, ਜਦ ਤੱਕ ਜਿਹੜੇ ਹੈਗੇ ਬ੍ਰਹਮ ਦੇ ਵਿੱਚ ਲੀਨ ਨਹੀਂ ਹੁੰਦੇ, ਬੂੰਦ ਸਾਗਰ ਦੇ ਵਿੱਚ ਨਹੀਂ ਜਾਂਦੀ, ਉਹ ਸਤਿਗੁਰ ਨਹੀਂ ਹੋ ਸਕਦੇ, ਉਹ ਗੁਰੂ ਨਹੀਂ ਹੋ ਸਕਦੇ। ਹਾਂਜੀ ਗੋਰਖੀ ਸਾਹਿਬ। ਹਾਂ ਨਿੱਜਰ ਸਾਹਿਬ, ਉਹ ਸਤਿਗੁਰ ਦਾ ਮਤਲਬ ਤੇ ਇਹੋ ਹੀ ਹੁੰਦਾ ਵਾ ਕਿ ਸਤਿਗੁਰ ਦਾ ਮਤਲਬ ਕੋਈ ਬੰਦਾ ਕੋਈ ਸਪੈਸ਼ਲ ਨਹੀਂ ਹੁੰਦਾ। ਉਹ ਬੰਦਾ ਥੋੜਾ ਜਿਹਾ ਏਦਾਂ ਦਾ ਹੁੰਦਾ ਕਿ ਉਹ ਥੋੜਾ ਜਿਹਾ ਜਥਾਰਕ ਸਾਡਾ ਜਿਹੜਾ ਨਾ ਚਿਹਰਾ ਦਿਖਾ ਦਿੰਦਾ, ਕਿ ਉਹ ਭਰਮ ਤੋਂ ਮੁਕਤ ਕਰ ਦਿੰਦਾ। ਤੇ ਜੇ ਕੋਈ ਬੰਦਾ ਭਰਮ ਫੈਲਾ ਰਿਹਾ ਤੇ ਨਾਮ ਉਹਨੇ ਆਪਣਾ ਸਤਿਗੁਰ ਰੱਖਿਆ, ਤੇ ਫਿਰ ਉਹ ਤੇ ਗੜਬੜ ਹੋ ਗਈ। ਉਹ ਬਾਣੀ ਦੇ ਵਿੱਚ ਤੇ ਆਪਾਂ ਨੂੰ ਮੁਕਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਸੇ ਵੀ ਤਰੀਕੇ ਨਾਲ। ਜਿਹੜਾ ਭਰਮ ਹੈ, ਆਪ ਜਿਸ ਦੇਖੋ ਕਿ ਕਿੰਨੀ ਬਾਣੀ ਗੁਰੂਆਂ ਨੇ ਇਕੱਠੀ ਕੀਤੀ ਤਾਂ ਜੋ ਇਸ ਸੰਗਤ ਪਰੇਸ਼ਾਨ ਨਾ ਹੋਵੇ, ਕਿਉਂਕਿ ਕੱਲ ਨੂੰ ਮਾਰਗ ਦਰਸ਼ਨ ਕਰਨ ਵਾਸਤੇ, ਤਸਦੀਕ ਕਰਨ ਵਾਸਤੇ ਨਾ ਕੋਈ ਸ਼ਬਦ ਪ੍ਰਮਾਣ ਚਾਹੀਦਾ। ਇਸ ਕਰਕੇ ਵੇਖੋ ਹਰ ਇੱਕ ਭਗਤ ਦੀ, ਸੰਤ ਦੀ ਜਾਂ ਸਾਧੂ ਦੀ, ਮੁਸਲਮਾਨਾਂ ਦੀ, ਹਰ ਇੱਕ ਬਾਣੀ ਨੂੰ ਇਕੱਠਾ ਕੀਤਾ ਕਿ A to Z ਜਿਹੜਾ ਉਹਨਾਂ ਦਾ ਗਿਆਨ ਜੋ ਉਹਨਾਂ ਨੇ ਪ੍ਰਾਪਤ ਕੀਤਾ ਹੈ, ਉਹਨੂੰ ਇਕੱਠਾ ਕਰਕੇ ਆਪਣੀ ਵੀ ਬਾਣੀ ਇਕੱਠੀ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾਨੂੰ ਦੇ ਗਏ ਨੇ। ਪ੍ਰੋਬਲਮ ਨਾ ਆਵੇ ਸੰਗਤਾਂ ਨੂੰ, ਪਰ ਇੰਨਾ ਗਿਆਨ ਹੋਣ ਦੇ ਬਾਵਜੂਦ ਵੀ ਆਪਾਂ ਭਟਕ ਰਹੇ। ਚਲੋ ਜਿਹੜਾ ਭਟਕ ਰਿਹਾ ਉਹਨੇ ਤੇ ਭਟਕਣਾ ਹੀ ਭਟਕਣਾ। ਭਾਵੇਂ ਦੇਖੇ ਕਿ ਦੀਪਕ ਦੇ ਥੱਲੇ ਹਨੇਰਾ ਹੁੰਦਾ ਵਾ ਕਹਿੰਦੇ, ਤੇ ਅੱਜ ਉਹ ਪੰਜਾਬੀਆਂ ਦਾ ਹਾਲ ਆ ਕਿ ਘਰੇ ਦੀਪਕ ਆ। ਹਾਂ ਬਿਲਕੁਲ, ਕਹਿੰਦੇ ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ। ਇਹ ਕਹਾਵਤਾਂ ਸੁਣੀਆਂ ਸੀ, ਪਰ ਅੱਜ ਉਹ ਆਪਣੇ ਲੋਕਾਂ ਨੇ ਉਹ ਕਰਤਾ ਪੂਰਾ ਕਿ ਬਈ ਆਪਣੇ ਆਪ ਨੂੰ, ਆਪਣੇ ਵਜੂਦ ਨੂੰ ਛੱਡ ਕੇ, ਉੱਚਾ ਗਿਆਨ ਛੱਡ ਕੇ ਇੱਕ ਹੌਲਾ ਗਿਆਨ ਲੈ ਲੈਣਾ, ਇਹ ਕਿੱਥੋਂ ਦੀ ਅਕਲ। ਔਰ ਇਹ ਚੀਜ਼ਾਂ ਤੋਂ ਆਪਾਂ ਨੂੰ ਵਰਜਿਤ ਵੀ ਕੀਤਾ, ਔਰ ਬਸ ਆਪਣੇ ਨੂੰ ਵਿਚਾਰੇ ਤੁਰੇ ਫਿਰਦੇ ਆ। ਇਹਦੇ ਚ ਚਲੋ ਆਪਾਂ ਕਿਸੇ ਨੂੰ ਕੁਛ ਨਹੀਂ ਕਹਿ ਸਕਦੇ, ਅਸੀਂ ਤੇ ਕਹਿੰਦੇ ਸੀ ਆਪਣੇ ਆਪ ਨੂੰ ਸਾਂਭ ਲਈਏ, ਇਹ ਵੀ ਬੜੀ ਵੱਡੀ ਗੱਲ। ਠੀਕ ਹੈ ਨਾ ਸਾਹਿਬ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੀ। ਹਾਂਜੀ ਗੋਰਖ ਸਾਹਿਬ, ਇੱਕ ਨਾ ਮੈਂ ਬੇਨਤੀ ਕਰਨੀ ਸੀ ਵੀ ਇੱਥੇ ਸੰਗਤ ਕਾਫੀ ਹੈ ਜਿੱਥੇ ਅਸੀਂ ਬੈਠੇ ਹਾਂ, ਤੇ ਤੁਸੀਂ ਧਿਆਨ ਸਿਮਰਨ ਦੇ ਬਾਰੇ ਜਿਹੜਾ ਹੈਗਾ ਜਰਾ ਵਿਸਤਾਰ ਦੇ ਨਾਲ ਜਿਹੜਾ ਹੈਗਾ, ਬੱਚੇ ਵੀ ਹੈਗੇ ਤੇ ਇਹਨਾਂ ਨੂੰ ਗਾਈਡ ਕਰਿਓ। ਹਾਂਜੀ ਠੀਕ ਹੈ ਜੀ ਸਾਧ ਸੰਗਤ ਜੀ, ਏਦਾਂ ਵਾ ਕਿ ਪਹਿਲਾਂ ਆਪਾਂ ਅਰਦਾਸ ਕਰਾਂਗੇ। ਹਾਂਜੀ, ਤੇ ਅਰਦਾਸ ਕਰਕੇ ਤੇ ਫਿਰ ਮੈਂ ਵਾਹਿਗੁਰੂ ਦਾ ਜਾਪ ਕਰਾਂਗਾ, ਵਾਹਿਗੁਰੂ ਦਾ ਸ਼ਬਦ ਮੈਂ ਬੋਲਾਂਗਾ, ਫਿਰ ਤੁਸੀਂ ਮਗਰ ਬੋਲਣਾ। ਠੀਕ ਹੈ, ਲੰਮਾ ਜਾਪ ਕਰਨਾ, ਗੁਰੂ ਸ਼ਬਦ ਦਾ ਉਚਾਰਨ ਏਦਾਂ ਕਰਨਾ, ਵਾਹਿਗੁਰੂ। ਤੇ ਸਿਰ ਥੋੜਾ ਜਿਹਾ ਤਾਂ ਚੁੱਕ ਕੇ ਆਪਣੇ ਮੱਥੇ ਦੇ ਵਿਚਕਾਰ ਧਿਆਨ ਇਕਾਗਰ ਕਰਨਾ, ਦੋਨੋਂ ਆਈਬ੍ਰੋ ਦੇ ਵਿੱਚ, ਅੱਖਾਂ ਬੰਦ ਕਰਕੇ, ਤਿੰਨੇ ਉਂਗਲਾਂ ਸਿੱਧੀਆਂ ਕਰ ਲੈਣੀਆਂ, ਇਹਦੇ ਨਾਲ ਅੰਗੂਠਾ ਲਾ ਲੈਣਾ। ਇਹਦੇ ਨਾਲ ਤੁਸੀਂ ਛੇਤੀ ਨਿਰਵਿਚਾਰ ਹੋ ਜਾਓ। ਤੇ ਬਾਅਦ ਦੇ ਵਿੱਚ ਮੈਂ 5-7 ਮਿੰਟ ਵਾਹਿਗੁਰੂ ਦਾ ਜਾਪ ਕਰਾਂਗਾ, ਫਿਰ ਮੈਂ ਚੁੱਪ ਹੋ ਜਾਵਾਂਗਾ। ਮੈਂ ਤੁਹਾਨੂੰ ਕਹੂੰਗਾ ਤੁਸੀਂ ਚੁੱਪ ਹੋ ਜਾਓ, ਫਿਰ 2 ਮਿੰਟ ਬੋਲ ਕੇ ਮੈਂ ਵੀ ਚੁੱਪ ਹੋ ਜਾਵਾਂਗਾ। ਫਿਰ ਉਸੇ ਅਵਸਥਾ ਤੁਸੀਂ ਬੈਠੇ ਰਹਿਣਾ, ਤੁਸੀਂ ਕੁਛ ਨਹੀਂ ਕਰਨਾ। ਠੀਕ ਹੈ ਜੀ, 20 ਮਿੰਟ, 30 ਮਿੰਟ, 40 ਮਿੰਟ, ਜਿੰਨਾ ਵੀ ਆਪ ਜੀ ਦਾ ਕੋਲ ਸਮਾਂ ਹੋਵੇ, ਤੁਸੀਂ ਉਸ ਹਿਸਾਬ ਨਾਲ ਐਡਜਸਟ ਕਰ ਸਕਦੇ। ਠੀਕ ਹੈ ਜੀ ਸਾਹਿਬ। ਹਾਂਜੀ ਬਹੁਤ ਵਧੀਆ ਜੀ।